ਜਿਸਮ ਹੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਗ ਧਾਰ। ਦੋਹਰਾ ਪਰ ਦੁਖ ਪਿਖ ਕਰ ਹੋਇ ਦੁਖੀ, ਪੁਰ ਸੁਖ ਪਿਖ ਹਰ ਖਾਏ। ਮੁਕਤ ਪੰਥ ਨਿਸ ਦਿਨ ਪਰੇ, ਤਿਨ ਸੰਤਨ ਪਰ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪਰ ਦੁਖ ਪਿਖ ਕਰ ਹੋਇ ਦੁਖੀ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 13ਵਾਂ ਉਤਰਾਰਧ। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ। ਪਰ ਦੁਖ ਪਿਖ ਕਰ ਹੋਇ ਦੁਖੀ, ਪਰ ਸੁਖ ਪਿਖ ਹਰ ਖਾਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਗੁਣ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਦਿਆਲਤਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਉਦਾਰਤਾ ਨੂੰ ਬਿਆਨ ਕਰਦਿਆਂ ਹੋਇਆਂ ਇਸ ਮੰਗਲ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਉਹ ਗੁਰੂ ਨਾਨਕ ਦੇਵ ਜੀ ਹਨ ਜੋ ਪਰ ਦੁੱਖ, ਦੂਸਰੇ ਦਾ ਦੁੱਖ ਦੇਖ ਕਰਕੇ ਪਾਤਸ਼ਾਹ ਜੀ ਦੁਖੀ ਹੁੰਦੇ ਹਨ। ਪਰ ਸੁਖ ਪਿਖ ਹਰਖਾਏ, ਜੋ ਪਰ ਦੂਜੇ ਦਾ ਸੁਖ ਦੇਖ ਕੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਖੁਸ਼ ਹੁੰਦੇ ਹਨ। ਮੁਕਤ ਪੰਥ ਨਿਸ ਦਿਨ ਪਰੇ, ਤਿਨ ਸੰਤਨ ਪਰ ਪਾਏ। ਮੁਕਤ ਪੰਥ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੰਥ ਐਸਾ ਹੈ ਜੋ ਮੁਕਤੀ ਨੂੰ ਦੇਣ ਵਾਲਾ ਹੈ, ਜੋ ਲਿਬਰੇਸ਼ਨ ਦੇਣ ਵਾਲਾ ਹੈ, ਜੋ ਇਸ ਸੰਸਾਰ ਦੇ ਬੰਧਨਾਂ ਨੂੰ ਤੋੜ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲਾ ਇਹ ਪੰਥ, ਇਸ ਨੂੰ ਮੁਕਤ ਪੰਥ ਕਿਹਾ ਹੈ, ਜਿਹਦੇ ਵਿੱਚ ਜਿਹੜੇ ਪੰਥ ਤੇ ਚੱਲਦਿਆਂ ਹੋਇਆਂ ਮੁਕਤੀ ਪ੍ਰਾਪਤ ਹੁੰਦੀ ਹੈ। ਨਿਸ ਦਿਨ ਪਰੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਮੈਂ ਐਸੇ ਮੁਕਤ ਪੰਥ ਦੇ ਜਿਹੜੇ ਹਨ ਉਹਨਾਂ ਦਾ ਜਿਹੜਾ ਪੰਥ ਹੈ, ਮੈਂ ਨਿਸ ਦਿਨ ਪਰੇ, ਮੈਂ ਨਿਸ ਦਿਨ ਉਸ ਪੰਥ ਦੇ ਵਿੱਚ ਮੈਂ ਚੱਲਣਾ ਕਰਾਂ। ਮੈਂ ਨਿਸ ਦਿਨ ਰਾਤ ਦਿਨ ਉਸ ਪੰਥ ਦੇ ਵਿੱਚ ਮਨ ਕਰਕੇ, ਸਰੀਰ ਕਰਕੇ ਮੈਂ ਚੱਲਣਾ ਕਰਦਾ ਹਾਂ। ਤਿਨ ਸੰਤਨ ਪਰ ਪਾਏ। ਤਿੰਨ ਸੰਤਨ ਪਰ ਪਾਏ ਕਹਿਣਗੇ, ਉਹ ਸੰਤ ਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਣੀ ਮੈਂ ਪੈਂਦਾ ਹਾਂ, ਜਾਂ ਉਹ ਸੰਤ ਲੋਕ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣੇ ਹਨ, ਜਿਨ੍ਹਾਂ ਨੇ ਗੁਰੂ ਨਾਨਕ ਦੀ ਦਿੱਤੀ ਸਿੱਖਿਆ, ਸਿੱਖੀ ਨੂੰ ਧਾਰਨ ਕਰਕੇ ਗੁਰੂ ਨਾਨਕ ਨੂੰ ਆਪਣਾ ਗੁਰੂ ਬਣਾਇਆ ਹੈ। ਮੈਂ ਉਹ ਸੰਤਾਂ ਦੇ ਪੈਰੀਂ ਪੈਂਦਾ ਹਾਂ ਜੋ ਕਿ ਦੂਜੇ ਦਾ ਦੁੱਖ ਨੂੰ ਦੇਖ ਕਰਕੇ ਦੁਖੀ ਹੁੰਦੇ ਹਨ, ਦੂਜੇ ਦਾ ਸੁੱਖ ਦੇਖ ਕਰਕੇ ਸੁਖੀ ਹੁੰਦੇ ਹਨ, ਤੇ ਉਹ ਮੁਕਤੀ ਦੇ ਪੰਥ ਤੇ ਆਪ ਚੱਲਣ ਵਾਲੇ ਤੇ ਹੋਰਾਂ ਨੂੰ ਮੁਕਤ ਕਰਨ ਵਾਲੇ, ਮੈਂ ਉਹਨਾਂ ਦੇ ਚਰਣੀ ਪੈਂਦਾ ਹਾਂ। ਸ੍ਰੀ ਬਾਲਾ ਸੰਦਰ ਵਾਚ ਚੌਪਈ ਸੁਣੀਏ ਸ੍ਰੀ ਅੰਗਦ ਗਤ ਦਾਨੀ। ਭਾਈ ਬਾਲਾ ਜੀ ਜੋ ਇਹ ਸਾਖੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਵਿੱਚ ਸੁਣਾ ਰਹੇ ਹਨ, ਭਾਈ ਬਾਲਾ ਜੀ ਹੁਣ ਸੰਬੋਧਨ ਕਰਕੇ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ, ਹੇ ਗਤ ਦਾਨੀ, ਹੇ ਗਤ ਨੂੰ ਦੇਣ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਸੁਣਨਾ ਕਰੋ। ਆਗੇ ਗਮਨ ਕੀਨ ਗੁਣ ਖਾਨੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਹੁਣ ਅੱਗੇ ਜਾਣਾ ਕੀਤਾ। ਚਲਤੇ ਹੋ ਪੰਥ ਗ੍ਰਾਮ ਇੱਕ ਆਵਾ। ਚਲਦਿਆਂ ਚਲਦਿਆਂ ਇੱਕ ਪਿੰਡ ਰਸਤੇ ਦੇ ਵਿੱਚ ਆਇਆ। ਬਸੈ ਤੇ ਖਾਨ ਭਗਤ ਮਨ ਭਾਵਾ। ਉੱਥੇ ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਭਗਤ ਰਿਹਾ ਕਰਦਾ ਸੀ, ਜੋ ਤਰਖਾਣ ਸੀਗਾ। ਸੋ ਤਰਖਾਣ ਦਾ ਕੰਮ ਕਰਨ ਵਾਲਾ, ਲੱਕੜੀ ਦਾ ਕੰਮ ਕਰਨ ਵਾਲਾ, ਇਹ ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਭਗਤ ਸੀਗਾ। ਸੰਤਨ ਕੀ ਸੇਵਾ ਨਿਤ ਕਰਹੀ। ਇਹ ਜੋ ਕਾਪੈਂਟ ਸੀਗਾ, ਕਹਿੰਦੇ ਇਹ ਗੁਰਸਿੱਖ ਐਸਾ ਸੀ ਜੋ ਆਏ ਜਾਏ, ਜੋ ਹਰ ਇੱਕ ਪ੍ਰਾਣੀ ਮਾਤਰ ਦੀ ਇਹ ਸੇਵਾ ਕਰਿਆ ਕਰਦਾ ਸੀ। ਸੰਤਾਂ ਦੀ ਸੇਵਾ ਇਹਨੇ ਖਾਸ ਤੌਰ ਤੇ ਕਰਿਆ ਕਰਦਾ ਸੀ। ਜੋ ਵੀ ਇਹਦੇ ਘਰ ਵਿੱਚ ਆਉਂਦਾ ਸੀ ਜਾਂ ਪਿੰਡ ਵਿੱਚ ਆਉਂਦਾ ਸੀ ਜਾਂ ਕੋਈ ਅਤਿਥੀ ਆਉਂਦਾ ਸੀ, ਉਹਦੀ ਪਿਆਰ ਨਾਲ ਸੇਵਾ ਕਰਿਆ ਕਰਦਾ ਸੀ। ਆਦਿਕ ਭਾਉ ਹਿਰਦੇ ਮਹਿ ਧਰਹੀ। ਕਹਿਣਗੇ ਬਹੁਤ ਭਾਉ, ਬਹੁਤ ਪ੍ਰੇਮ ਇਹਦੇ ਹਿਰਦੇ ਵਿੱਚ ਵਸਿਆ ਹੋਇਆ ਸੀ। ਇਹ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲਾ ਸੀ, ਜੋ ਪਰਮੇਸ਼ਰ ਨੂੰ ਹਰ ਇੱਕ ਪ੍ਰਾਣੀ ਵਿੱਚ ਦੇਖਿਆ ਕਰਦਾ ਸੀ। ਕਰਨ ਕਰਤਾਰਥ ਜਨ ਕੇ ਹੇਤਾ। ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣਾ ਭਗਤ ਜਾਣ ਕਰਕੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਆਪਾਂ ਕਹਿੰਦੇ ਆ ਨਾ ਵੀ ਪਰਮੇਸ਼ਰ ਰੂਪ ਹਨ, ਆਪ ਪਰਮੇਸ਼ਰ ਸਰਗੁਣ ਰੂਪ ਫਾਰਮ ਦੇ ਵਿੱਚ ਆਏ ਹਨ। ਗੁਰੂ ਨਾਨਕ ਕਹਾਇਆ ਹੈ ਉਸਨਾਂ ਨੇ। ਕਈ ਲੋਕ ਇਹ ਗੱਲ ਦੇ ਵਿੱਚ ਕਾਫੀ ਕਿੰਤੂ ਪਰੰਤੂ ਕਰਦੇ ਹਨ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਜਿਹੜਾ ਨਹੀਂ ਕਹਿਣਾ ਚਾਹੀਦਾ। ਦੇਖੋ ਇਹ ਸਬੂਤ ਹੈ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਦੇ ਕੋਨੇ-ਕੋਨੇ ਤੱਕ ਜਾਂਦੇ ਹਨ। ਉਹ ਅਸਥਾਨਾਂ ਤੱਕ ਜਾਂਦੇ ਹਨ ਜਿਨ੍ਹਾਂ ਦਾ ਮੈਪ ਦੇ ਵਿੱਚ ਵੀ ਥਾਂ ਨਾ ਲਿਖਿਆ ਹੋਵੇ। ਉਹ ਅਸਥਾਨਾਂ ਤੇ ਵੀ ਪਹੁੰਚ ਕਰਕੇ ਆਪਣੇ ਭਗਤਾਂ ਨੂੰ ਜਾ ਮਿਲਦੇ ਹਨ। ਹੁਣ ਇਹ ਗੱਲ ਕੋਈ ਦੱਸੇ ਵੀ ਗੁਰੂ ਨਾਨਕ ਸਾਹਿਬ ਨੂੰ ਕਿਹਨੇ ਦੱਸਿਆ ਸੀ ਵੀ ਉਹ ਤਰਖਾਣ, ਉਹ ਭਗਤ ਉੱਥੇ ਰਹਿੰਦਾ ਹੈ ਜੋ ਪਰਮੇਸ਼ਰ ਦੀ ਭਗਤੀ ਕਰਦਾ ਹੈ, ਜਿਹੜੇ ਪਰਮੇਸ਼ਰ ਨੂੰ ਆਰਾਧਦਾ ਹੈ, ਉਹੀ ਤਾਂ ਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਣਾ ਹੈ। ਇਸੇ ਕਰਕੇ ਤਾਂ ਗੁਰੂ ਨਾਨਕ ਨੂੰ ਪਤਾ ਹੈ ਵੀ ਉਹ ਭਗਤ ਕਿੱਥੇ ਰਹਿੰਦਾ ਹੈ, ਐਗਜ਼ੈਕਟਲੀ ਉਹਦਾ ਘਰ ਕਿੱਥੇ ਹੈ। ਨਾਲੇ ਉਹ ਸਮਿਆਂ ਦੇ ਵਿੱਚ ਨਾ ਤਾਂ ਹੈਂਡਫੋਨ ਸੀ, ਨਾ ਫੇਸਬੁੱਕ, ਨਾ ਵਟਸਐਪ, ਕੁਝ ਵੀ ਨਹੀਂ ਸੀਗਾ। ਲੋਕਾਂ ਨੂੰ ਇੱਕ ਦੂਜੇ ਦਾ ਪਤਾ ਕਿਵੇਂ ਲੱਗਦਾ ਸੀ? ਉਦੋਂ ਤਾਂ ਟੈਲੀਫੋਨ ਵੀ ਨਹੀਂ ਹੈਗੇ ਸੀ, ਟੈਲੀਗ੍ਰਾਫ ਨਹੀਂ ਚੱਲਦੇ ਸੀ। ਤਾਂ ਇਹ ਗੱਲ ਨੂੰ ਜਿਹੜਾ ਹੈ ਮੁੱਖ ਰੱਖ ਕੇ ਦੇਖੋ, ਗੁਰੂ ਨਾਨਕ ਆਪ ਪਰਮੇਸ਼ਰ ਹੈ। ਜੋ ਵੀ ਪਰਮੇਸ਼ਰ ਨੂੰ ਚੇਤੇ ਕਰਦਾ, ਗੁਰੂ ਨਾਨਕ ਸਾਹਿਬ ਜੀ ਉੱਥੇ ਹੀ ਪਹੁੰਚਦੇ ਹਨ ਤੇ ਉਹਨੂੰ ਨਿਹਾਲ ਕਰਨ ਵਾਸਤੇ ਸਤਿਗੁਰੂ ਜੀ ਖਾਸ ਉਹਦੇ ਪਿੰਡ ਵਿੱਚ ਗਏ। ਸਿਰੇ ਗੁਰ ਤਹਿ ਕੇ ਗਏ ਨਿਕੇਤਾ। ਮਹਾਰਾਜ ਉਸ ਤਰਖਾਣ ਦੇ ਘਰ ਵਿੱਚ ਪਹੁੰਚ ਜਾਂਦੇ ਹਨ। ਪਹੁੰਚ ਕਰਕੇ ਸਤਿਗੁਰੂ ਜੋ ਗੁਰੂ ਮਹਾਰਾਜ ਉਹਨੂੰ ਨਿਹਾਲ ਕਰਨ ਵਾਸਤੇ ਗਏ ਹਨ। ਉੱਠ ਤੇ ਖਾਨ ਸਾਦਰ ਬੈਸਾਏ। ਉਹ ਜਿਹੜਾ ਤਰਖਾਣ ਸੀਗਾ ਭਗਤ, ਉਹਨੇ ਉੱਠ ਕਰਕੇ ਸਤਿਗੁਰਾਂ ਦਾ ਸਤਿਕਾਰ ਕੀਤਾ। ਦੇਖੋ, ਉਹਨੇ ਤਰਖਾਣ ਨੂੰ ਨਹੀਂ ਪਤਾ ਵੀ ਮੇਰੇ ਘਰ ਵਿੱਚ ਅੱਜ ਪਰਮੇਸ਼ਰ ਆ ਗਿਆ। ਜਿਹੜੇ ਪਰਮੇਸ਼ਰ ਨੂੰ ਮੈਂ ਆਰਾਧਦਾ ਸੀ ਉਹੀ ਪਰਮੇਸ਼ਰ ਆ ਗਿਆ, ਉਹਨੂੰ ਵੀ ਨਹੀਂ ਪਤਾ। ਪਰ ਦੇਖੋ, ਭਗਤ ਲੋਕ ਜਿਹੜੇ ਹੁੰਦੇ ਹਨ ਉਹਨਾਂ ਨੇ ਸਾਰਿਆਂ ਵਿੱਚ ਰੱਬ ਦੇਖਣਾ ਹੁੰਦਾ ਹੈ। ਸੋ ਇਸ ਕਰਕੇ ਉਹਨੇ ਉੱਠ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਸਤਿਕਾਰ ਕੀਤਾ। ਦੂਸਰੀ ਗੱਲ ਇਹ ਹੈ, ਜੋ ਕੋਈ ਚੀਜ਼ ਵਸਤੂ ਦਾ ਗਾਹਕ ਹੋਵੇ ਉਹਨੂੰ ਉਹ ਵਸਤੂ ਦਾ ਗਿਆਨ ਹੁੰਦਾ ਹੈ। ਜੋ ਭਗਤ ਲੋਕ ਹਨ ਉਹ ਪਰਮੇਸ਼ਰ ਨੂੰ ਦੇਖ ਲੈਂਦੇ ਹਨ। ਪਰਮੇਸ਼ਰ ਉਹਨਾਂ ਵਾਸਤੇ ਆਪਣੇ ਆਪ ਨੂੰ ਪ੍ਰਗਟ ਕਰ ਲੈਂਦਾ ਹੈ। ਨਿਸਾ ਵਿਖੇ ਸੇਵੇ ਮਨ ਲਾਏ। ਸੋ ਨਿਸਾ ਵਿਖੇ, ਰਾਤ ਵਿਖੇ ਉਸ ਤਰਖਾਣ ਨੇ ਬੜੀ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਸਾਰੀ ਰਾਤ ਪੱਖਾ ਚੱਲਦਾ ਰਿਹਾ, ਮੁੱਠੀ ਛਾਪੀ ਕਰਦਾ ਰਿਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਆਪ ਉਹ ਸੁੱਤਾ ਵੀ ਨਹੀਂ, ਇੱਕ ਵੀ ਉਹਨੇ ਜਿਹੜਾ ਹੈ ਸਮੇਂ ਦਾ ਉਹਨੇ ਆਰਾਮ ਨਹੀਂ ਕੀਤਾ। ਉਹ ਸੇਵਾ ਵਿੱਚ ਲੱਗਿਆ ਰਿਹਾ ਸਾਰੀ ਰਾਤ। ਭਈ ਭੋਰ ਗੁਰ ਕੀਨ ਤਿਆਰੀ। ਸੋ ਜਦੋਂ ਸਵੇਰ ਹੋਈ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਹੁਣ ਅੱਗੇ ਜਾਣ ਦੀ। ਛਪਰੀ ਤੋਰ ਤਾਹੇ ਕੀ ਡਾਰੀ। ਦੇਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਜਾਣ ਦੀ, ਤੇ ਜਾਣ ਤੋਂ ਪਹਿਲਾਂ ਕੀ ਕੀਤਾ? ਉਹਦੀ ਛਪੜੀ ਤੋੜ ਦਿੱਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ? ਇੱਕ ਲੱਕੜ ਚੱਕ ਕੇ, ਕੁਹਾੜਾ ਚੱਕ ਕੇ ਪਾਤਸ਼ਾਹ ਜੀ ਨੇ ਉਹਦੀ ਸਾਰੀ ਉਹ ਛਪੜੀ ਤੋੜ ਦਿੱਤੀ। ਉਹਦਾ ਵਿਚਾਰੇ ਦਾ ਹੱਟ ਜਾ ਬਣਿਆ ਹੋਇਆ ਸੀ, ਛੋਟਾ ਜਿਹਾ, ਗਰੀਬ ਸੀ ਵਿਚਾਰਾ, ਤੇ ਗੁਰੂ ਨਾਨਕ ਸਾਹਿਬ ਜੀ ਨੇ ਤੋੜ ਦਿੱਤਾ ਜੀ, ਆਪ ਤੋੜਿਆ ਜੀ। ਉਹਦਾ ਸਾਰੇ ਜਿੰਨਾ ਵੀ ਉਹਦੇ ਜਿਹੜੀਆਂ ਲੱਕੜਾਂ ਲੱਗੀਆਂ ਹੋਏ ਸਾਰੀਆਂ ਤੋੜ ਕੇ ਉਹਦਾ ਬਿਲਕੁਲ ਛੱਪੜ ਜਿਹੜਾ ਸੀਗਾ ਧਰਤੀ ਨਾਲ ਲਾ ਦਿੱਤਾ। ਜੇ ਮਚ ਦੀਨੋ ਸੋਵਨ ਹੇਤੂ। ਦੇਖੋ, ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜਾ ਮੰਜਾ ਦਿੱਤਾ ਸੀ ਨਾ ਉਹਨੇ ਸੌਣ ਵਾਸਤੇ, ਆਰਾਮ ਕਰਨ ਵਾਸਤੇ ਰਾਤ ਨੂੰ, ਸੋ ਤੋਰੇ ਬੇਦੀ ਕੁਲ ਕੇਤੂ। ਬੇਦੀ ਕੁਲ ਦੇ ਕੇਤ ਗੁਰੂ ਨਾਨਕ ਸਾਹਿਬ ਨੇ ਉਹ ਮੰਜਾ ਵੀ ਤੋੜ ਦਿੱਤਾ। ਉਹ ਨਾ ਛੱਡਿਆ ਮਹਾਰਾਜ ਨੇ, ਪਤਾ ਨਹੀਂ ਕੀ ਗੱਲ ਕਹਿੰਦੇ, ਮੰਜਾ ਵੀ ਤੋੜ ਕੇ ਰੱਖ ਦਿੱਤਾ। ਤੋ ਇੱਥੇ ਜਿਹੜਾ ਹੈ, ਜਿਹੜੇ ਲੋਕ ਕਹਿੰਦੇ ਹਨ ਨਾ ਵੀ ਗੁਰੂ ਨਾਨਕ ਸਾਹਿਬ ਜੀ ਤਕੜੇ ਨਹੀਂ, ਬੜੇ ਤਕੜੇ ਸੀ ਜੀ ਫਿਜ਼ੀਕਲੀ। ਹੁਣ ਦੇਖੋ, ਇੱਕ ਹੱਟ ਤੋੜ ਦੇਣਾ, ਮੰਜਾ ਤੋੜ ਦੇਣਾ ਕੋਈ ਸੌਖੀ ਗੱਲ ਹੈ? ਹਾਂਜੀ, ਮਹਾਰਾਜ ਨੇ ਜਿਹੜਾ ਹੈ ਕੱਲਿਆਂ ਨੇ ਸਿੰਗਲ ਹੈਂਡਡਲੀ ਉਹ ਹੱਟ ਵੀ ਤੋੜ ਦਿੱਤਾ, ਉਹਦਾ ਮੰਜਾ ਵੀ ਤੋੜ ਕੇ ਰੱਖ ਦਿੱਤਾ ਜੀ ਸਾਰਾ। ਤੇ ਦੇਸੀ ਮਿੰਦੇ ਆਪ ਜੀ ਨੂੰ ਪਤਾ ਹੀ ਆ ਵੀ ਕਿੰਨੇ ਤਕੜੇ ਹੁੰਦੇ ਹਨ। ਹਾਂਜੀ, ਜਿਨ੍ਹਾਂ ਨੇ ਆਪਣੇ ਜਿਹੜੇ ਹਨ ਪੰਜਾਬੀਆਂ ਦਾ ਭਾਰ ਕਿੰਨੇ ਸਾਲਾਂ ਵਾਸਤੇ ਸਹਾਰਦੇ ਹਨ। ਮ੍ਰਿਤਕਾ ਕੇ ਬਾਸਨ ਥੇ ਜੋ। ਕਹਿੰਦੇ ਫੇਰ ਉਹਦੇ ਘਰ 'ਚ ਭਾਂਡੇ ਪਏ ਸੀ ਵਿਚਾਰੇ ਦੇ, ਉਹ ਗਰੀਬ ਸੀਗਾ। ਭਾਂਡੇ ਵੀ ਉਹ ਸੀਗੇ ਜਿਹੜੇ ਕਿ ਕਲੇ ਦੇ ਬਣੇ ਹੋਏ ਸਨ, ਮਿੱਟੀ ਦੇ ਬਣੇ ਹੋਏ ਭਾਂਡੇ ਜਿਹੜੇ ਸਨ ਉਹ ਸਾਰੇ। ਹੋਰੇ ਤੇ ਛਿਨ ਮਹਿ ਸਭ ਤੋਂ। ਮਹਾਰਾਜ ਨੇ ਇੱਕ ਸਕਿੰਟ ਨਹੀਂ ਲਾਇਆ, ਉਹ ਵੀ ਤੋੜ ਕੇ ਸਾਰੇ ਜਿਹੜੇ ਹਨ ਤੋੜ ਦਿੱਤੇ, ਕੋਈ ਵੀ ਨਹੀਂ ਛੱਡਿਆ ਵਿਚਾਰੇ ਦਾ ਭਾਂਡਾ ਭੁੰਡਾ। ਸੋ ਭਾਂਡਾ ਟੈਂਡਾ ਜਿੰਨਾ ਹੈਗਾ ਸੀ ਸਾਰਾ ਤੋੜ ਦਿੱਤਾ ਜੀ। ਇਸ ਪ੍ਰਕਾਰ ਕਰ ਸਦਨ ਉਜਾਰਾ। ਦੇਖੋ, ਉਹ ਤਰਖਾਣ ਦਾ ਸਾਰਾ ਘਰ ਉਜਾੜ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਚੱਲਣ ਤੋਂ ਪਹਿਲਾਂ। ਹਾਂਜੀ, ਸੋ ਮਹਾਰਾਜ ਤਾਂ ਚੱਲੇ ਹੀ ਹਨ, ਸਭ ਕੁਝ ਤੋੜ ਕੇ ਚੱਲੇ ਹਨ ਉਸਦਾ। ਗਮਨ ਹੇਤ ਸਿਰੇ ਗੁਰ ਭੇ ਤਿਆਰਾ। ਹੁਣ ਗੁਰੂ ਨਾਨਕ ਸਾਹਿਬ ਜੀ ਤਿਆਰ ਹੋਏ, ਕਹਿੰਦੇ ਹੁਣ ਆਪਾਂ ਜਾਂਦੇ ਹਾਂ, ਚੱਲੀਏ ਹੁਣ। ਸੋ ਤੇ ਖਾਨ ਮਨ ਸਥਿਰ ਕਰਕੇ। ਦੇਖੋ, ਤਰਖਾਣ ਦੇ ਮਨ ਵਿੱਚ ਨਾ ਇੱਕ ਸੈਕਿੰਡ ਵਾਸਤੇ ਵੀ ਡਾਊਟ ਨਾ ਆਇਆ। ਵਿਚਾਰਾ ਉੱਥੇ ਖੜਾ ਦੇਖੀ ਜਾਂਦਾ ਗੁਰੂ ਨਾਨਕ ਸਾਹਿਬ ਜੀ ਉਹਦੇ ਭਾਂਡੇ ਤੋੜ ਦਿੱਤੇ, ਉਹਦਾ ਘਰ ਤੋੜ ਦਿੱਤਾ, ਉਹਦਾ ਮੰਜਾ ਤੋੜ ਦਿੱਤਾ, ਸਭ ਕੁਝ ਤੋੜ ਦਿੱਤਾ। ਤਰਖਾਣ ਦੇਖਦਾ ਰਿਹਾ, ਉਹਨੇ ਕੁਝ ਨਾ ਕਿਹਾ। ਕਹਿੰਦੇ ਮਨ ਸਥਿਰ ਕਰ। ਉਹਦਾ ਮਨ ਜਿਹੜਾ ਬਿਲਕੁਲ ਟਿਕਾ ਕੇ ਉਹਨੇ ਸਭ ਕੁਝ ਦੇਖਦਾ ਰਿਹਾ ਵਿਚਾਰਾ ਅੱਖਾਂ ਦੇ ਸਾਹਮਣੇ। ਗਮਨਿਓ ਸੰਗੰਗ ਬਿਦਾ ਵਿਚਰ ਕੇ। ਦੇਖੋ, ਇੱਥੋਂ ਤੱਕ ਉਹ ਤਰਖਾਣ ਵਿਚਾਰਾ ਨਾਲ ਤੁਰ ਕੇ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ ਤੋਰਨ ਵਾਸਤੇ। ਕਹਿੰਦੇ ਮਹਾਰਾਜ ਤੁਸੀਂ ਚੱਲੇ, ਮੈਂ ਤੁਹਾਡੇ ਨਾਲ ਜਾਣਾ, ਤੁਹਾਨੂੰ ਤੋਰ ਕੇ ਆਉਣਾ। ਹੁਣ ਜੇ ਆਪਣੇ ਵਰਗਾ ਕੋਈ ਹੁੰਦਾ ਤਾਂ ਉੱਥੇ ਲੜਾਈ ਪੈ ਜਾਣੀ ਸੀ।
ਹਾਂਜੀ ਵਲਵੋ ਆਪਾਂ ਸ਼ੁਰੂ ਕਰ ਲੈਣੀ ਸੀ, ਉੱਥੇ ਤਾਂ ਕੁੱਟ ਕਟਈਆ ਸ਼ੁਰੂ ਕਰ ਲੈਣਾ ਸੀ ਆਪਾਂ। ਹਾਂਜੀ ਵੀ ਤੂੰ ਕੌਣ ਹੁੰਦਾ ਮੇਰਾ ਘਰ ਭੰਨਣ ਵਾਲਾ, ਮੇਰੇ ਭਾਂਡੇ ਭੰਨਣ ਵਾਲਾ। ਹਾਂਜੀ ਸੋ ਵੀ ਮੇਰਾ ਇੰਨਾ ਨੁਕਸਾਨ ਕਰਤਾ, ਮੈਂ ਤਾਂ ਤੁਹਾਡੀ ਸੇਵਾ ਕੀਤੀ। ਆਪਾਂ ਤਾਂ ਇਹੋ ਜਿਹੇ ਉਲਾਂਭੇ ਵੀ ਮਾਰਨੇ ਸੀ। ਪਰ ਤਰਖਾਣ ਦੇਖੋ ਕੈਸਾ ਭਗਤ ਹੈ, ਉਹ ਵਿਚਾਰਾ ਮਹਾਰਾਜ ਨੂੰ ਛੱਡਣ ਵਾਸਤੇ ਵੀ ਬਾਹਰ ਜਾਂਦਾ ਹੈ। ਲਿਕਸ ਵਹਿਰ ਬੋਲਿਓ ਮਰਦਾਨਾ। ਤੇ ਜਦੋਂ ਬਾਹਰ ਨਿਕਲੇ ਉਸ ਵੇਲੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਹੈ, ਮੁਝੇ ਬਤਾਵੋ ਕਿਰਪਾ ਨਿਧਾਨਾ। ਕਹਿੰਦੇ ਹੇ ਕਿਰਪਾ ਦੇ ਖਜ਼ਾਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਰਦਾਨਾ ਮਹਾਰਾਜ ਮੈਨੂੰ ਇੱਕ ਗੱਲ ਤੁਸੀਂ ਦੱਸ ਦਿਓ ਹੁਣ। ਰਹਿਣ ਰਹਿਣ ਕੇ ਹਿਤ ਇਸ ਗ੍ਰਾਮੋ। ਮਹਾਰਾਜ ਦੇਖੋ ਨਾ, ਇਹ ਆਪਾਂ ਪਿੰਡ ਵਿੱਚ ਆਏ, ਰਾਤ ਇਸ ਘਰ ਦੇ ਵਿੱਚ ਇਹਦੇ ਘਰ ਵਿੱਚ ਰਹੇ, ਇਹਨੇ ਸੇਵਾ ਕੀਤੀ। ਨਹਿ ਕਿਨਹੂ ਦੀਨੋ ਵਿਸਰਾਮੋ। ਦੇਖੋ ਮਹਾਰਾਜ ਇਹ ਪਿੰਡ ਦੇ ਵਿੱਚ ਕਿਸੇ ਨੇ ਆਪਣੀ ਬਾਤ ਨਹੀਂ ਪੁੱਛੀ। ਇਹ ਵਿਚਾਰਾ ਕੱਲਾ ਹੀ ਸੀ ਤਰਖਾਣ ਜਿਹਨੇ ਆਪਣੀ ਸੇਵਾ ਕੀਤੀ, ਆਪਣੇ ਘਰ ਲੈ ਕੇ ਗਿਆ। ਕਿੰਨੀ ਇਹਨੇ ਆਪਣੀ ਸੇਵਾ ਕੀਤੀ ਸਾਰੀ ਰਾਤ। ਦੋਹਰਾ ਇਹ ਜੋ ਦੀਨ ਤੇ ਖਾਨ ਹੈ ਦੀਨੋ ਹਮਕੋ ਥਾਏ। ਦੇਖੋ ਕਹਿੰਦੇ ਫਿਰ ਜਿਹੜਾ ਭਾਈ ਮਰਦਾਨਾ ਉਹ ਤਰਖਾਣ ਸਿੱਖ ਜਿਹੜਾ ਹੈ ਭਗਤ ਵੱਲ ਹੱਥ ਕਰਕੇ ਕਹਿੰਦਾ ਇਹ ਤਰਖਾਣ ਵਿਚਾਰਾ ਇੱਕੋ ਇੱਕ ਸੀ ਵਿਚਾਰਾ, ਜਿਹਨੇ ਜਿਹੜਾ ਹਨ ਬੱਲੇ ਦਿਲ ਲਾ ਕੇ ਆਪਣੀ ਸੇਵਾ ਕੀਤੀ, ਆਪਾਂ ਨੂੰ ਘਰ ਦਿੱਤਾ ਰਹਿਣ ਵਾਸਤੇ, ਖਾਣ ਵਾਸਤੇ ਦਿੱਤੇ ਪਦਾਰਥ। ਰਹਿਣ ਵਿਖੇ ਸੇਵਾ ਕਰੀ ਪ੍ਰੀਤ ਹਿਰਦੈ ਅਧਿਕਾਏ। ਦੇਖੋ ਕਿੰਨੀ ਪ੍ਰੀਤ ਕੀਤੀ, ਕਿੰਨਾ ਪਿਆਰ ਕੀਤਾ। ਸਾਰੀ ਰਾਤ ਵਿਚਾਰਾ ਸੇਵਾ ਵਿੱਚ ਲੱਗਿਆ ਰਿਹਾ, ਸੁੱਤਾ ਵੀ ਨਹੀਂ ਵਿਚਾਰਾ, ਆਰਾਮ ਵੀ ਇਹਨੇ ਨਹੀਂ ਕੀਤਾ। ਚੌਪਈ ਬਹਰੋ ਆਇਓ ਕਰਨ ਵਿਦਾਈ। ਦੇਖੋ ਮਹਾਰਾਜ ਹੁਣ ਨਾਲ ਤੁਰਿਆ ਆਉਂਦਾ ਵਿਚਾਰਾ, ਆਪਣੇ ਨਾਲ ਆਉਂਦਾ, ਆਪਾਂ ਨੂੰ ਵਿਦਾ ਕਰਨ ਵਾਸਤੇ ਵੀ ਆ ਰਿਹਾ ਹੈ। ਸਭ ਵਿਦ ਕੀਨੀ ਇਨ ਭਲਿਆਈ। ਮਹਾਰਾਜ ਦੇਖੋ ਇਹ ਵਿਚਾਰਾ ਤਰਖਾਣ ਜਿਹੜਾ ਭਗਤ ਹੈ, ਇਹਨੇ ਸਾਰੀ ਭਲਾਈ ਕੀਤੀ ਹੈ, ਚੰਗਾ ਹੀ ਕੀਤਾ ਆਪਣਾ, ਕਿੰਨਾ ਭਲਾ ਕੀਤਾ ਆਪਣਾ। ਕੋਈ ਬੁਰੀ ਗੱਲ ਤਾਂ ਇਹਨੇ ਕੀਤੀ ਵੀ ਨਹੀਂ। ਕੰਮ ਕਰਨਾ ਤਾਂ ਬਹੁਤ ਪਰੀ ਦੀ ਗੱਲ ਹੈ, ਇਹਨੇ ਕੋਈ ਬੁਰੀ ਗੱਲ ਵੀ ਨਹੀਂ ਆਪਣੇ ਮੂੰਹ ਚੋਂ ਹੁਣ ਤੱਕ ਕੱਢੀ ਆਪਣੇ ਵਾਸਤੇ। ਤੁਮਨੇ ਛਪਰੀ ਇਸਕੀ ਤੋਰੀ। ਕਹਿਣ ਲੱਗੇ ਮਹਾਰਾਜ ਇਹ ਛਪੜੀ ਤੁਸੀਂ ਕਿਉਂ ਤੋੜ ਕੇ ਆਏ ਹੋ? ਕਿੰਨੀ ਸੋਹਣੀ ਛਪੜੀ ਸੀ ਵਿਚਾਰੀ ਦੀ ਬਣੀ ਹੋਈ। ਹਾਂਜੀ ਤੁਸੀਂ ਕਿਉਂ ਤੋੜੀ ਜਾ ਕੇ ਸਾਰੀ? ਘਰ ਕੀ ਔਰ ਸਮਗਰੀ ਫੋਰੀ। ਫਿਰ ਮਾਰਾ ਘਰ ਤਾਂ ਤੋੜ ਦਿੱਤਾ, ਚਲੋ ਠੀਕ ਆ ਫੇਰ ਬਣਾ ਲੂਗਾ। ਇਹਦੇ ਤਾਂ ਘਰ ਦੇ ਭਾਂਡੇ ਟਿੰਡੇ ਵੀ ਤੋੜਤੇ ਸਾਰੇ, ਕੋਈ ਘਰ ਦੀ ਚੀਜ਼ ਬਣਾ ਆਪ ਜਿਹਨੇ ਛੱਡੀ, ਕੀ ਗੱਲ ਹੈ? ਕਿਉਂ ਤੁਮਰੇ ਮਨ ਮੈਂ ਰਸ ਆਏ। ਕਹਿਣ ਲੱਗੇ ਮਹਾਰਾਜ, ਭਾਈ ਮਰਦਾਨਾ ਪੁੱਛਦਾ ਗੁਰੂ ਨਾਨਕ ਸਾਹਿਬ ਜੀ ਨੂੰ, ਮਹਾਰਾਜ ਇੰਨਾ ਗੁੱਸਾ ਤੁਹਾਡੇ ਵਿੱਚ? ਮੈਂ ਪਹਿਲੀ ਵਾਰੀ ਦੇਖਿਆ ਵੀ ਇੰਨਾ ਗੁੱਸਾ ਕਿਉਂ ਕੀਤਾ ਤੁਸੀਂ? ਇਹ ਵਿਚਾਰੇ ਨੇ ਸੇਵਾ ਕੀਤੀ, ਉੱਤੋਂ ਤੁਸੀਂ ਇਹਦੇ ਨਾਲ ਗੁੱਸਾ ਕੀਤਾ, ਘਰ ਬਾਰ ਤੋੜ ਦਿੱਤਾ ਸਾਰਾ। ਇਸਕੇ ਸਿਰ ਪਰ ਅਸ ਗੁਜਰਾਏ। ਮਹਾਰਾਜ ਇਹ ਵਿਚਾਰੇ ਤੇ ਏਡੀ ਵੱਡੀ ਵਿਪਤਾ ਪਾ ਦਿੱਤੀ ਆਪ ਜੀ ਨੇ। ਹੁਣ ਵਿਚਾਰਾ ਕਿੱਥੇ ਰਹੇਗਾ? ਇਹਦੇ ਸਿਰ ਤੇ ਤਾਂ ਛੱਤ ਵੀ ਨਹੀਂ ਰਹਿ ਗਈ ਹੁਣ। ਗੁਰੂ ਕਹੈ ਇਨ ਸੇਵ ਜੋ ਕੀਨੰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਐਸਾ ਕਿਉਂ ਕੀਤਾ ਹੈ? ਕਿਉਂਕਿ ਇਹਨੇ ਬੜੀ ਸੇਵਾ ਕੀਤੀ ਹੈ ਸਾਡੀ। ਭਈ ਪਰਵਾਨ ਲੇਹੋ ਮਨ ਚੀਨੰ। ਹਾਂ ਅਸੀਂ ਇਹਦੀ ਛਪੜੀ ਕਿਉਂ ਤੋੜੀ? ਕਿਉਂਕਿ ਇਹਦੀ ਸੇਵਾ ਪ੍ਰਵਾਨ ਹੋ ਗਈ। ਇਹਦੇ ਭਾਂਡੇ ਕਿਉਂ ਤੋੜੇ? ਇਹਦੀ ਸੇਵਾ ਪ੍ਰਵਾਨ ਹੋ ਗਈ। ਇਹਦਾ ਮੰਜਾ ਕਿਉਂ ਤੋੜਿਆ? ਸੇਵਾ ਪ੍ਰਵਾਨ ਹੋ ਗਈ। ਅਸ ਕਹਿ ਮੋਰਿਓ ਸਦਨ ਤਿਖਾਨਾ। ਕੀ ਹੋਇਆ ਜੀ? ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕਰਕੇ ਨਾ ਤਰਖਾਣ ਨੂੰ ਕਹਿੰਦੇ ਵੀ ਹੁਣ ਤੂੰ ਵਾਪਸ ਮੁੜ ਜਾ ਹੁਣ। ਕਿ ਅੱਗੇ ਕੋ ਆਪ ਪਿਆਨਾ। ਤੇ ਮਹਾਰਾਜ ਜੀ ਅੱਗੇ ਆਪ ਪਿਆਨਾ ਕੀਤਾ, ਆਪ ਚੱਲ ਪਏ ਜੀ ਉਥੋਂ। ਦੇਖੇ ਸਦਨ ਜਾਏ ਤਿਨ ਜਬ ਹੀ। ਜਦੋਂ ਇਹ ਤਰਖਾਣ ਵਾਪਸ ਆਪਣੀ ਛਪੜੀ ਵੱਲ ਗਿਆ, ਜਿੱਥੇ ਇਹਦੀ ਟੁੱਟੀ ਹੋਈ ਛਪੜੀ ਸੀ, ਉੱਥੇ ਜਦੋਂ ਪਹੁੰਚਿਆ, ਮੰਦਰ ਸੁੰਦਰ ਬਣੇ ਸੋ ਤਬ ਹੀ। ਕੀ ਹੋਇਆ ਜੀ? ਹੈਰਾਨ ਕਰਨ ਵਾਲੀ ਗੱਲ ਹੈ, ਉੱਥੇ ਮੰਦਰ ਬਣ ਗਿਆ ਜੀ, ਬੜਾ ਸੋਹਣਾ ਘਰ ਬਣ ਗਿਆ ਜੀ, ਐਨ ਪੱਕਾ ਘਰ ਬਣ ਗਿਆ ਜੀ ਉੱਥੇ ਇਹਦੇ ਜਾਂਦਿਆਂ ਤੱਕ। ਜਿਨ ਮਹਿ ਬਾਸਨ ਧਨ ਕੇ ਪੂਰੇ। ਤੇ ਜਦੋਂ ਇਹ ਅੰਦਰ ਗਿਆ, ਨਵਾਂ ਘਰ ਜੀ, ਹਾਂਜੀ ਬ੍ਰੈਂਡ ਨਿਊ ਘਰ ਹੈ ਇਹਦਾ। ਸਾਰੇ ਜਿਹੜੇ ਭਾਂਡੇ ਵੀ ਨਵੇਂ ਤੋਂ ਨਵੇਂ, ਚੰਗੇ ਸਟੀਲ ਦੇ ਭਾਂਡੇ ਜਿਹੜੇ ਹਨ, ਚੰਗੇ ਕੁਆਲਿਟੀ ਵਾਲੇ ਭਾਂਡੇ ਵੀ ਵਿੱਚ ਪਏ ਹਨ, ਤੇ ਧਨ ਕੇ ਪੂਰੇ। ਘਰ ਦੇ ਵਿੱਚ ਧਨ ਵੀ ਹੈ, ਮਾਇਆ ਵੀ ਹੈ, ਸਭ ਕੁਝ ਹੈ ਅੰਦਰ। ਧਰੇ ਬਸਤਰ ਨਾਨਾ ਬਿਦਰੂਰੇ। ਫਿਰ ਇਹੀ ਗੱਲ ਨਹੀਂ, ਇਹਦੇ ਘਰ ਵਿੱਚ ਵਾਰਡਰੋਬ ਬਣੀਆਂ ਹੋਈਆਂ ਜੀ, ਜਿਹਦੇ ਵਿੱਚ ਸੁੰਦਰ ਸੁੰਦਰ ਕੱਪੜੇ ਇਹਦੇ ਰੱਖੇ ਹੋਏ ਹਨ। ਦੇਖ ਪਦਾਰਥ ਮਨ ਬਿਸਮਾਨਿਓ। ਸਭ ਕੁਝ ਦੇਖ ਕੇ ਵਿਚਾਰਾ ਇਹ ਗਰੀਬ ਤਰਖਾਣ ਜਿਹੜਾ ਸੀ ਨਾ, ਦੇਖ ਕੇ ਹੈਰਾਨ ਹੋ ਗਿਆ ਵੀ ਇਹ ਕੀ ਹੋ ਗਿਆ ਜੀ। ਏਕ ਅੰਕਾਰ ਹੋ ਤੋ ਪਹਿਚਾਨਿਓ। ਉਦੋਂ ਫਿਰ ਭਗਤ ਨੇ ਜਾਣਿਆ, ਇਸ ਤਰਖਾਣ ਨੇ, ਕਹਿੰਦੇ ਮੇਰੇ ਘਰ ਤਾਂ ਰੱਬ ਆ ਗਿਆ ਸੀ। ਉਹ ਇੱਕ ਹੰਕਾਰ ਆਪ ਚੱਲ ਕੇ ਆਇਆ, ਉਹ ਪਰਮਾਤਮਾ ਆਪ ਚੱਲ ਕੇ ਆਇਆ, ਤਾਂ ਇਹਨੇ ਪਹਿਚਾਨ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ। ਸੋਰਠਾ ਚਾਰ ਪਦਾਰਥ ਪਾਏ ਭਇਓ ਨਿਹਾਲ ਤੇ ਖਾਨ ਸੋ। ਦੇਖੋ ਤਰਖਾਣ ਨੂੰ ਮਿਲਿਆ ਕਿ ਚਾਰ ਪਦਾਰਥ ਸਤਿਗੁਰਾਂ ਨੇ ਬਖਸ਼ਿਸ਼ ਕੀਤੇ, ਧਰਮ ਅਰਥ ਕਾਮ ਤੇ ਮੋਕਸ਼। ਇਹ ਚਾਰ ਪਦਾਰਥ ਉਹਨੂੰ ਦੇ ਕਰਕੇ ਨਿਹਾਲ ਕਰਤਾ ਉਸ ਤਰਖਾਣ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਰਹਿਓ ਹਿਰਦੈ ਪਛਤਾਏ ਸਕਿਓ ਨਾ ਭੇਦ ਪਛਾਨ ਮੈਂ। ਪਰ ਇੱਕ ਇਹਦੇ ਵਿੱਚ ਪਛਤਾਵਾ ਰਹਿ ਗਿਆ ਵਿਚਾਰੇ ਤਰਖਾਣ ਵਿੱਚ, ਕਹਿੰਦਾ ਮੈਂ ਕਿਉਂ ਨਾ ਪਹਿਚਾਨਿਆ।
ਮੈਂ ਪਹਿਲਾਂ ਪਛਾਣ ਲੈਣਾ ਸੀਗਾ, ਮੈਂ ਜਿਹੜਾ ਹੈ ਜੇ ਪਛਾਣ ਲੈਂਦਾ ਹੋਰ ਵੱਧ ਮੈਂ ਸੇਵਾ ਕਰਦਾ। ਦੇਖ, ਇਹ ਸੇਵਕ ਦੀ ਭਾਵਨਾ ਹੈ, ਇਹ ਸੇਵਕ ਦਾ ਪਿਆਰ ਹੁੰਦਾ ਹੈ। ਜਿਹੜੇ ਦੇਖੋ ਬੰਦੇ ਜਿਹੜੇ ਆਮ ਹੁੰਦੇ ਆ ਨਾ, ਜਦੋਂ ਸੇਵਾ ਕਰਦੇ ਉਹ ਮਾਣ ਕਰਦੇ, ਮੈਂ ਬਹੁਤ ਸੇਵਾ ਕਰ ਲਈ, ਮੈਂ ਬਹੁਤ ਚੰਗਾ ਹੋਇਆ, ਮੈਂ ਉਹਨਾਂ ਦੀ ਸੇਵਾ ਕਰ ਲਈ। ਦੇਖੋ ਜਿਹੜੇ ਗੁਰਮੁਖ ਹੁੰਦੇ ਹਨ ਨਾ, ਜਿਹੜੇ ਪਿਆਰੇ ਪ੍ਰੇਮਾ ਭਗਤੀ ਵਾਲੇ ਹੁੰਦੇ ਹਨ ਨਾ, ਉਹਨਾਂ ਦੇ ਮਨ 'ਚ ਇੱਕ ਗੱਲ ਆਉਂਦੀ ਵੀ ਹਜੇ ਵੀ ਪੂਰਾ ਨਾ ਕੀਤਾ, ਮੈਂ ਹੋਰ ਵੀ ਪੂਰਾ ਕਰ ਲੈਂਦਾ, ਹੋਰ ਥੋੜੀ ਬਹੁਤੀ ਸੇਵਾ ਵੱਧ ਮੈਂ ਹੋਰ ਕਰ ਲੈਂਦਾ। ਦੇਖੋ ਜਿਵੇਂ ਮਾਇਆ ਕਮਾਉਣ ਵਾਲਾ ਕਰਦਾ ਹੈ ਨਾ, ਵੀ ਇੰਨੀ ਕੁ ਕਮਾ ਲਈ, ਮੈਂ ਇੰਨੀ ਕੁ ਹੋਰ ਕਮਾ ਲੈਣੀ ਸੀ, ਉਹਨੂੰ ਲਾਲਚ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਭਗਤ ਹੁੰਦੇ ਆ ਨਾ, ਇਹਨਾਂ ਨੂੰ ਲਾਲਚ ਕੀ ਹੁੰਦਾ ਵੀ ਮੈਂ ਹੋਰ ਦੇ ਦੇਵਾਂ, ਮੈਂ ਹੋਰ ਸੇਵਾ ਕਰ ਲੈਂਦਾ, ਮੈਂ ਹੋਰ ਕੁਝ ਦੇ ਦਿੰਦਾ, ਮੈਂ ਹੋਰ ਕੋਈ ਕਮਾਈ ਕਰ ਲੈਂਦਾ। ਚੌਪੇ ਆਗਿਆ ਕੀਨ ਗੁਰੂ ਪੁਨ ਗਵਨੰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇਖੋ, ਇੱਕ ਆਪਣੇ ਸੇਵਕ ਨੂੰ ਮਹਾਰਾਜ ਜਦੋਂ ਦੇਣਾ ਚਾਹੇ ਨਾ, ਕਹਿੰਦੇ ਅੱਖ ਦੇ ਚਮਕ ਵਿੱਚ ਸਭ ਕੁਝ ਦੇ ਦਿੰਦੇ ਹਨ। ਐਡੇ ਸਮਰੱਥ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਜੋ ਵੀ ਉਹਨਾਂ ਦੀ ਸੇਵਾ ਕਰਦਾ ਹੈ, ਮਹਾਰਾਜ ਬਿਨਾਂ ਦੱਸਿਆਂ, ਦੇਖੋ ਭਗਤ ਨੇ ਕਿਹਾ ਨਹੀਂ ਸੀ ਵੀ ਮੈਨੂੰ ਇਹ ਛਪੜੀ ਚੰਗੀ ਨਹੀਂ ਲੱਗਦੀ, ਮੇਰੇ ਭਾਂਡੇ ਚੰਗੇ ਨਹੀਂ ਹੈਗੇ, ਮੇਰਾ ਮੰਜਾ ਚੰਗਾ ਨਹੀਂ, ਮਹਾਰਾਜ ਮੈਨੂੰ ਚੰਗਾ ਮੰਜਾ ਦਿਓ, ਮੈਨੂੰ ਇਹ ਚੰਗਾ ਦਿਓ, ਨਹੀਂ ਕਹਿਣ ਦੀ ਲੋੜ ਪਈ। ਜਦੋਂ ਕੋਈ ਪਿਆਰੀ ਜਿਹੜਾ ਹਨ ਪਿਆਰਾ ਬਣਦਾ ਹੈ ਨਾ, ਪਰਮੇਸ਼ਰ ਆਪ ਉਹਦੀਆਂ ਜਿਹੜੀਆਂ ਇੱਛਾ ਪੂਰੀਆਂ ਕਰਦਾ, ਉਹਦੀਆਂ ਰੀਝਾਂ ਵੀ ਪੂਰੀਆਂ ਕਰਦਾ ਹੈ। ਸਤਿਗੁਰੂ ਜੀ ਆਪ ਉਸ ਦੀ ਲੋੜ ਨੂੰ ਦੇਖ ਕੇ ਆਪ ਹੀ ਪੂਰੀ ਕਰ ਦਿੰਦੇ ਹਨ। ਬਿਨ ਬੋਲਿਆਂ ਸਭ ਕੁਝ ਜਾਣਦਾ ਮਹਾਰਾਜ, ਬਿਨ ਬੋਲਿਆਂ ਹੀ ਸਭ ਕੁਝ ਕਰਨ ਵਾਲੇ ਨੇ ਗੁਰੂ ਨਾਨਕ। ਦੇਖੋ ਗੁਰੂ ਨਾਨਕ ਸਾਹਿਬ ਨੇ ਉਹਨੂੰ ਗਿਫਟ ਦਿੱਤਾ। ਮਹਾਰਾਜ ਕਹਿੰਦੇ ਤੁਸੀਂ ਇੱਕ ਰਾਤ ਮੇਰੀ ਸੇਵਾ ਕੀਤੀ ਤੇ ਤੈਨੂੰ ਵੱਡਾ ਕਰ ਦਿੰਦੇ ਹਾਂ। ਐਸਾ ਜਿਹੜਾ ਮਹਾਰਾਜ ਦਾ ਆਪਣੀ ਹੀ ਲੀਲਾ ਹੈ, ਆਪਣਾ ਪਿਆਰ ਹੈ, ਜੋ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਨੂੰ ਕਰਦੇ ਹਨ। ਜਿਹੇ ਕੋ ਸਿਮਰਹਿ 14 ਭਵਨ। ਦੇਖੋ ਗੁਰੂ ਨਾਨਕ ਸਾਹਿਬ ਜੀ ਉਹ ਹਨ ਜਿਨ੍ਹਾਂ ਨੂੰ ਜਿਹੜੇ ਹਨ ਚਾਰੇ ਜਾਂ 14 ਜਿਹੜੇ ਹਨ, 7 ਆਕਾਸ਼ ਤੇ 7 ਪਤਾਲ, ਇਹ ਸਾਰੇ ਮਹਾਰਾਜ ਦੇ ਚਰਨਾਂ ਦੇ ਪ੍ਰੇਮੀ, ਮਹਾਰਾਜ ਨੂੰ ਚੇਤੇ ਕਰਨ ਵਾਲੇ ਹਨ, ਜੋ ਅੰਡਾਕਾਰ ਇਹ ਸ੍ਰਿਸ਼ਟੀ ਹੈ। ਦੇਸ ਪੁਟੰਤ ਹੁਤੋ ਜਿਹੇ ਥਾਈ। ਹੁਣ ਮਹਾਰਾਜ ਜੀ ਭੂਤਨ ਜਾਂਦੇ ਹਨ। ਪੁਟੰਤ ਇੱਥੇ ਲਿਖਿਆ ਹੈ ਭੂਤਨ, ਜੋ ਭੂਤਨ ਜਿਹੜਾ ਹੈ, ਜਿਹੜਾ ਆਪਣਾ ਜਿਹੜਾ ਹੈ ਉਹ ਇੱਕ ਮੁਲਕ ਹੈ ਭੂਤਨ। ਸੋ ਉੱਥੇ ਮਹਾਰਾਜ ਜੀ ਪਹੁੰਚਦੇ ਹਨ। ਤਹਾਂ ਜਾਏ ਪਹੁੰਚੇ ਜਗ ਸਾਈਂ। ਜਦੋਂ ਮਹਾਰਾਜ ਜੀ ਉੱਥੇ ਤੁਰ ਕਰਕੇ ਪਹੁੰਚਦੇ ਹਨ, ਨਗਰ ਨ੍ਰਿਪਤ ਕੇ ਗਏ ਸਮੀਪਾ। ਸੋ ਉਸ ਵੇਲੇ ਰਾਜਾ ਜੋ ਨਗਰ ਦਾ ਹੈ ਉਹਦੇ ਕੋਲ ਜਾਣਾ ਕੀਤਾ। ਬਿਟਪ ਦੇਖ ਬੇਦੀ ਕੁਲ ਦੀਪਾ। ਬਿਟਪ ਦੇਖ ਕਹਿੰਦੇ ਕਿ ਉਹ ਨਗਰ ਜੋ ਕਿ ਇੱਕ ਰਾਜੇ ਦਾ ਨਗਰ ਹੈ, ਮਤਲਬ ਕਿ ਰਾਜੇ ਦਾ ਰਾਜ ਹੈ ਭੂਤਾਨ ਵਿੱਚ। ਸੋ ਉਹ ਇੱਕ ਮੁਲਕ ਐਸਾ ਜੋ ਇੱਕ ਰਾਜ ਵਿੱਚ ਸੋਵਿਨਟੀ ਦੇ ਵਿੱਚ ਚੱਲਦਾ ਹੈ। ਸੋ ਮਹਾਰਾਜ ਨੇ ਇੱਕ ਦਰਖਤ ਦੇਖ ਕੇ ਉਹਦੇ ਛਾਂ ਦੇ ਥੱਲੇ ਬੈਠ ਗਏ। ਬੈਠੇ ਤੇ ਛਾਇਆ ਰਮਣੀਕਾ। ਉਹ ਛਾਂ ਦਰਖਤ ਦੀ ਬੜੀ ਰਮਣੀਕ, ਬੜੀ ਸੁੰਦਰ ਹੈ, ਸੋਹਣੀ ਹੈ। ਜਿਨ ਕੇ ਦਰਸ ਕਟੇ ਦੁਖ ਜੀ ਕਾ। ਉਹ ਗੁਰੂ ਨਾਨਕ ਹੈ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਸਾਰੇ ਦੁੱਖ ਕੱਟੇ ਜਾਂਦੇ ਹਨ। ਤੇ ਕੋ ਨ੍ਰਿਪਤ ਹੁਤੋ ਬੜ ਕਾਮੀ। ਕਹਿਣ ਲੱਗੇ ਉਸ ਤੇ ਦਾ ਜਿਹੜਾ ਰਾਜਾ ਸੀ ਨਾ, ਉਹਦੀ ਇੱਕ ਬਿਮਾਰੀ ਸੀ ਬਹੁਤ ਵੱਡੀ। ਉਹਦਾ ਇੱਕ ਵਿਸ਼ੇ ਵਿਕਾਰ ਜਿਹੜੇ ਸਨ ਉਹਦੇ ਬੜੇ ਪ੍ਰਬਲ ਸਨ। ਉਹ ਬੜਾ ਵਿਕਾਰੀ ਜਿਹਾ ਰਾਜਾ ਸੀ। ਸਦਾ ਰਹਿਤ ਪਰ ਇਸਤਰੀਨ ਗਾਮੀ। ਦੇਖੋ ਉਹਦੀ ਇੱਕ ਆਦਤ ਸੀ ਜਾਂ ਉਹਦਾ ਐਸਾ ਜਿਹੜੀ ਭੈੜੀ ਚਾਲ ਸੀ, ਜੋ ਕਿ ਪਰ ਇਸਤਰੀ ਦੇ ਨਾਲ ਉਹ ਹਮੇਸ਼ਾ ਹੀ ਸੰਗ ਕਰਦਾ ਸੀ। ਪਰ ਇਸਤਰੀ ਮਤਲਬ ਆਪਣੀ ਇਸਤਰੀ ਤੋਂ ਬਗੈਰ ਹੋਰ ਇਸਤਰੀਆਂ ਦੇ ਨਾਲ ਉਹਦਾ ਜਿਹੜਾ ਹੈ ਸਰਬੰਧ ਬਹੁਤ ਕਰਦਾ ਸੀ। ਇਸ ਪ੍ਰਕਾਰ ਕਰਕੇ ਤੇ ਪਰ ਵਿਆਹ ਕਰਾਵੇ ਜੋ। ਦੇਖੋ ਉਹਨੇ ਇੱਕ ਰੀਤ ਬਣਾਈ, ਇੱਕ ਲਾਅ ਸੀ ਉਹ ਕੰਟਰੀ ਦਾ। ਲਾਅ ਇਹ ਸੀ ਜੋ ਵੀ ਕੋਈ ਵਿਆਹ ਕਰੇਗਾ, ਕਾਰਨ ਹੈ ਅੰਨ ਹੈ ਤਰਨੀ ਸੋ। ਦੇਖੋ ਜੋ ਡੋਲੀ ਘਰ ਪਹੁੰਚਣ ਤੋਂ ਪਹਿਲਾਂ ਇਹਦੇ ਮਹਿਲਾਂ ਵਿੱਚ ਜਾਂਦੀ ਸੀ ਪਹਿਲਾਂ ਡੋਲੀ, ਤੇ ਡੋਲੀ ਇਹਦੇ ਕੋਲ ਪਹਿਲਾਂ ਜਾਂਦੀ ਸੀ। ਉਹ ਲੜਕੀ ਪਹਿਲਾਂ ਇਹਦੇ ਨਾਲ ਇੱਕ ਰਾਤ ਰਹਿੰਦੀ ਸੀ, ਫੇਰ ਉਹ ਆਪਣੇ ਘਰ ਆਉਂਦੀ ਸੀ, ਸਹੁਰੇ ਘਰ। ਪੂਰਬ ਭੂਪਤ ਪਾਸ ਪਠਾਵਤ। ਦੇਖੋ ਇਉਂ ਕਰਕੇ ਜਿਹੜਾ ਹੈ ਇਹ ਰੀਤੀ ਬਣੀ ਹੋਈ ਸੀ ਵੀ ਜਿਹਦਾ ਵੀ ਵਿਆਹ ਹੋਵੇ ਉਹ ਇਸਤਰੀ ਨੂੰ ਪਹਿਲਾਂ ਇਹਦੇ ਕੋਲ ਭੇਜਣਾ ਪੈਂਦਾ ਸੀਗਾ, ਇਸ ਦੈਂਤ ਕੋਲ। ਮਿਲ ਕੇ ਤਹਿਸੋਂ ਕੇਲ ਕਮਾਵਤ। ਤੇ ਉਹਦੇ ਨਾਲ ਉਹ ਇਸਤਰੀ ਨਾਲ ਕੇਲ ਕਮਾਉਂਦਾ ਸੀ। ਭੈੜਾ ਜਿਹੜਾ ਵਿਸ਼ੇ ਵਿਕਾਰ ਇਹ ਕਰਦਾ ਸੀ ਪੂਰੇ। ਬਹੁਤ ਸੋ ਆਪਣੇ ਘਰ ਮਹਿ ਲਿਆਵੈ। ਫੇਰ ਜੇ ਜਿਹੜਾ ਇੱਕ ਰਾਤ ਉਹਦੇ ਕੋਲ ਰੱਖ ਕੇ ਫਿਰ ਦੂਜੇ ਦਿਨ ਉਹ ਲੜਕੀ ਆਪਣੇ ਸਹੁਰੇ ਘਰ ਆਉਂਦੀ ਸੀ। ਕਰੇ ਸੋ ਇਉਂ ਨ੍ਰਿਪਤੇ ਡਰਾਵੈ। ਸੋ ਇਉਂ ਕਰਕੇ ਲੋਕ ਰਾਜੇ ਤੋਂ ਡਰਦਿਆਂ ਹੋਇਆਂ ਇਹ ਗੱਲ ਤੇ ਉਹ ਜਿਹੜੇ ਹਨ ਮਨਜ਼ੂਰ ਕਰਦੇ ਸਨ। ਉਹਨਾਂ ਨੇ ਐਕਸੈਪਟ ਕਰ ਲਿਆ ਸੀ ਆਪਣਾ ਫੇਟ ਵੀ ਐਸਾ ਹੀ ਹੋਣਾ ਹੈ। ਇਹ ਰਾਜੇ ਨਾਲ ਆਪਾਂ ਲੜ ਨਹੀਂ ਸਕਦੇ, ਰਾਜਾ ਤਕੜਾ ਹੈ ਤੇ ਰਾਜਾ ਕਿਤੇ ਸਾਨੂੰ ਆਪਣੇ ਘਰ ਤੋਂ ਬਾਹਰ ਨਾ ਕੱਢ ਦੇਵੇ। ਲੋਕਾਂ ਨੂੰ ਬਹੁਤ ਫੀਅਰ ਹੁੰਦਾ ਹੈ, ਇਹ ਡਰ ਕਰਕੇ ਉਹ ਮੰਨੀ ਬੈਠੇ ਸਨ, ਉਹੀ ਕਰਦੇ ਸਨ ਜੋ
ਰਾਜਾ ਇਹਨਾਂ ਨੂੰ ਕਹਿੰਦਾ ਸੀ। ਤੇ ਕੋ ਸਮਤ ਦੇਨ ਕੇ ਹੇਤਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਕੁਰੀਤੀ ਦਾ ਪਤਾ ਸੀ ਵੀ ਇਹ ਭੈੜਾ ਕੰਮ ਇੱਥੇ ਬੂਤਾਂ ਵਿੱਚ ਹੁੰਦਾ ਹੈ। ਮਹਾਰਾਜ ਉਹਨੂੰ ਸੁਮਤ ਦੇਣ ਵਾਸਤੇ, ਰਾਜੇ ਨੂੰ ਸੁਧਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚ ਗਏ ਹਨ। ਬੈਠ ਗਏ ਬੇਦੀ ਕੁਲ ਕੇਤਾ। ਉੱਥੇ ਬੈਠੇ ਹਨ ਜਾ ਕਰਕੇ ਬੇਦੀ ਕੁਲ ਦੇ ਕੇਤ ਸ਼ਿੰਗਾਰ ਕਰਾਉਣ ਗੁਰੂ ਨਾਨਕ ਸਾਹਿਬ ਜੀ। ਵਹਿਰ ਨਗਰ ਤੇ ਨਰ ਜੇ ਆਏ। ਸੋ ਵਹਿਰ ਕਿ ਜੋ ਮਹਾਰਾਜ ਜੀ ਬਾਹਰ ਇੱਕ ਦਰਖਤ ਦੇ ਥੱਲੇ ਬੈਠੇ ਸਨ, ਤਾਂ ਬਾਹਰੋਂ ਜਿਹੜੇ ਨਗਰ ਦੇ ਲੋਕ ਹਨ ਉਹਨਾਂ ਨੇ ਦੇਖ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਮਿਲੇ ਚਰਨ ਪਰ ਸੀਸ ਉਹ ਝੁਕਾਏ। ਭੱਜੇ ਆਏ ਤੇ ਆ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ। ਸਤਿਗੁਰ ਦੇ ਉੱਤਮ ਉਪਦੇਸਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਉੱਤਮ ਉਪਦੇਸ਼ ਦਿੱਤਾ। ਉੱਤਮ ਉਪਦੇਸ਼ ਉਹ ਹੁੰਦਾ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੋਵੇ, ਵੀ ਜਿਹੜੇ ਉਪਦੇਸ਼ ਨੂੰ ਸੁਣ ਕਰਕੇ ਪਰਮਾਤਮਾ ਦੀ ਪ੍ਰਾਪਤੀ ਦਾ ਚਾਅ ਉੱਠੇ ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਜੁਗਤੀ ਹੈ ਉਹ ਵੀ ਪ੍ਰਾਪਤ ਹੋਵੇ। ਫਿਰ ਨਾਲੋਂ ਨਾਲ ਗੁਰੂ ਨਾਨਕ ਸਾਹਿਬ ਜੀ ਕਿਰਪਾ ਵੀ ਕਰਦੇ ਹਨ, ਮਿਲਾ ਵੀ ਦਿੰਦੇ ਹਨ। ਜਪੋ ਨਾਮ ਨਿਤ ਸ੍ਰੀ ਜਗਤੇਸਾ। ਦੇਖੋ ਉਪਦੇਸ਼ ਕੀ ਸੀਗਾ ਵੀ ਪਰਮੇਸ਼ਰ ਦੇ ਨਾਮ ਨੂੰ ਤੁਸੀਂ ਹਮੇਸ਼ਾ ਜਪਣਾ ਕਰੋ, ਕਿਉਂਕਿ ਪਰਮੇਸ਼ਰ ਹੀ ਜਗਤ ਦਾ ਈਸ਼ਵਰ ਹੈ, ਜਗਤ ਦਾ ਮਾਲਕ ਹੈ। ਸੁਨ ਕਰ ਮ੍ਰਿਦੁਲ ਬਚਨ ਨਰ ਸਭ ਹੀ। ਸੋ ਜਦੋਂ ਮਹਾਰਾਜ ਦੇ ਇਹ ਸੁੰਦਰ ਮਿੱਠੇ ਬੋਲ ਉਪਦੇਸ਼ ਜੋ ਲੋਕਾਂ ਨੇ ਸੁਣਿਆ ਆਪਣੇ ਕੰਨਾਂ ਦੇ ਨਾਲ, ਵਸਤਰ ਆਹਾਰ ਲਿਆਵਹਿ ਤਬ ਹੀ। ਤਾਂ ਮਹਾਰਾਜ ਦੀ ਸੇਵਾ ਵਾਸਤੇ ਉਹ ਬਸਤਰ ਲੈ ਕੇ ਆਏ, ਕੱਪੜੇ ਲੈ ਕੇ ਆਏ, ਤੇ ਕੱਪੜੇ ਉਹਨਾਂ ਨੇ ਲਿਆਂਦੇ ਤੇ ਨਾਲ ਖਾਣਾ ਵੀ ਲਿਆਂਦਾ, ਭੋਜਨ ਵੀ ਲੈ ਕੇ ਆਏ। ਸਤਿਗੁਰ ਕਹਤੇ ਲੇਹ ਨਾ ਰਾਈ। ਪਰ ਮਹਾਰਾਜ ਨੇ ਕਿਸੇ ਤੋਂ ਕੁਝ ਨਾ ਲਿਆ। ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਮੋੜ ਦਿੱਤਾ ਵੀ ਜੋ ਕੁਝ ਤੁਸੀਂ ਲੈ ਕੇ ਆਏ ਹੋ ਇਹ ਵਾਪਸ ਇਸੇ ਤਰ੍ਹਾਂ ਹੀ ਲੈ ਜਾਓ। ਸਰਬ ਵਸਤ ਮੋਰ ਹੈ ਬਰਿਆਈ। ਮਹਾਰਾਜ ਨੇ ਜੋਰੋ ਜੋਰੀ ਸਾਰੀ ਵਸਤੂਆਂ ਜਿਹੜੀਆਂ ਉਹ ਲੈ ਕੇ ਆਏ ਸਨ ਮੋੜ ਦਿੱਤੀਆਂ, ਖੜੇ ਪੈਰ ਮੋੜ ਦਿੱਤੀਆਂ ਵੀ ਲੈ ਜਾਓ ਵਾਪਸ। ਕੇਤਕ ਦਿਵਸ ਬਤੀਤੇ ਤੈਸੇ। ਸੋ ਇਸੇ ਤਰ੍ਹਾਂ ਹੀ ਕੁਝ ਦਿਨ ਬੀਤ ਗਏ ਗੁਰੂ ਨਾਨਕ ਸਾਹਿਬ ਜੀ ਨੂੰ ਉੱਥੇ ਬੈਠਿਆ ਹੋਇਆਂ। ਕੀਰਤ ਪਸਰੀ ਪੁਰਮ ਹੈ ਐਸੇ। ਪਰ ਹੁਣ ਮਹਾਰਾਜ ਦੀ ਕੀਰਤੀ ਜਿਹੜੀ ਪ੍ਰੇਸ ਹੈ ਸਾਰੇ ਸ਼ਹਿਰ ਦੇ ਵਿੱਚ ਵਿਸਥਾਰ ਕਰ ਗਈ। ਸਾਰਿਆਂ ਨੂੰ ਕੰਨੋ ਕੰਨੀ ਪਤਾ ਲੱਗ ਗਿਆ ਵੀ ਇੱਕ ਮਹਾਪੁਰਸ਼ ਆਇਆ ਹੋਇਆ ਹੈ, ਮਹਾਪੁਰਖ ਪੂਰਨ ਹੈ ਸੰਤਾ। ਤੇ ਲੋਕਾਂ ਨੂੰ ਕੀ ਪਤਾ ਲੱਗਿਆ, ਕਹਿੰਦੇ ਇੱਕ ਮਹਾਪੁਰਖ ਆਇਆ ਜੋ ਪੂਰਨ ਸੰਤ ਹੈ, ਪੂਰਨ ਪਰਮੇਸ਼ਰ ਦਾ ਹੀ ਰੂਪ ਹੈ, ਕਿਉਂਕਿ ਕਿਸੇ ਕੋਲ ਕੁਝ ਨਹੀਂ ਲੈਂਦਾ, ਕਿਸੇ ਤੋਂ ਕੋਈ ਸੇਵਾ ਵੀ ਨਹੀਂ ਕਰਾਉਂਦਾ, ਦੇਣ ਵਾਸਤੇ ਆਇਆ ਹੈ। ਅਪਰ ਨਾ ਜਾਣ ਹੈ ਬਿਨ ਭਗਵੰਤਾ। ਕਹਿਣਗੇ ਅਪਰ ਨਾ ਜਾਣ ਹੈ, ਕਹਿਣਗੇ ਉਹ ਹੋਰ ਕਿਸੇ ਨੂੰ ਨਹੀਂ ਜਾਣਦਾ, ਉਹ ਤਾਂ ਕੇਵਲ ਪਰਮਾਤਮਾ ਨੂੰ ਹੀ ਜਾਣਨ ਵਾਲਾ ਹੈ, ਤੇ ਆਪ ਵੀ ਪਰਮਾਤਮਾ ਹੀ ਰੂਪ ਹੈ। ਕਾਮ ਨਾ ਕ੍ਰੋਧ ਨਾ ਲੋਭ ਨਾ ਰਾਈ। ਦੇਖੋ ਉਹ ਸੰਤ ਮਹਾਪੁਰਸ਼ ਵਿੱਚ ਨਾ ਕਾਮ ਹੈ, ਨਾ ਲਸਤ ਹੈ, ਨਾ ਐਂਗ ਕ੍ਰੋਧ ਹੈ, ਨਾ ਗ੍ਰੀਟ ਹੈ, ਇਹ ਸਭ ਕੁਝ ਉਹਨਾਂ ਵਿੱਚ ਰਾਈ ਮਾਤਰ ਥੋੜਾ ਬਹੁਤਾ ਵੀ ਨਹੀਂ ਹੈ। ਵੇ ਪਰਵਾਹੋ ਗਿਰਾ ਸੁਖਦਾਈ। ਫਿਰ ਦੇਖੋ ਮਹਾਪੁਰਸ਼ ਉਹ ਹੁੰਦੇ ਜੇ ਵੇ ਪਰਵਾਹ ਹੁੰਦੇ, ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ। ਉਹ ਜਿਹੜੇ ਹਨ ਉਹ ਕਿਸੇ ਦੀ ਪਰਵਾਹ ਨਹੀਂ ਕਰਨ ਵਾਲੇ, ਤੇ ਉਹਨਾਂ ਦੇ ਬਚਨ ਸੁਣ ਕਰਕੇ ਸੁਖ ਪ੍ਰਾਪਤ ਹੁੰਦਾ ਹੈ, ਮਨ ਵਿੱਚ ਸ਼ਾਂਤੀ ਆਉਂਦੀ ਹੈ। ਭੂਪਤ ਨਿਕਟ ਜਾਏ ਜਸ ਵਰਨਾ। ਇਹ ਉਹ ਗੱਲਾਂ ਚਲਦੀਆਂ ਚਲਦੀਆਂ ਨਗਰ ਦੇ ਵਿੱਚ ਪਹੁੰਚ ਗਿਆ ਉਹ ਰਾਜੇ ਦੇ ਕੰਨਾਂ ਵਿੱਚ। ਹੁਣ ਰਾਜੇ ਨੂੰ ਵੀ ਜਾ ਕਿਸੇ ਨੇ ਦੱਸਿਆ। ਵਹਿਰ ਸੰਤ ਇੱਕ ਸੁਭ ਆਚਰਨਾ। ਦੇਖੋ ਵਹਿਰ ਕਹਿੰਦੇ ਰਾਜਨ ਬਾਹਰ ਇੱਕ ਮਹਾਪੁਰਸ਼ ਸੰਤ ਆਇਆ ਹੋਇਆ ਹੈ, ਗੁਰੂ ਨਾਨਕ ਸਾਹਿਬ ਜੀ ਆਏ ਹੋਏ ਹਨ, ਜੋ ਕਹਿੰਦੇ ਬੜੇ ਚੰਗੇ ਕੈਰੈਕਟਰ ਵਾਲੇ, ਚੰਗੇ ਜਿਹੜੇ ਹਨ ਉਹਨਾਂ ਦਾ ਸੁਭਾਅ ਬੜਾ ਚੰਗਾ ਹੈ। ਦਰਸ਼ਨ ਕਰੋ ਆਪ ਚਲਤਾ ਹੀ। ਕਹਿਣਗੇ ਤੁਸੀਂ ਹੈ ਰਾਜਨ, ਤੁਸੀਂ ਵੀ ਚਲੋ ਜਾ ਕੇ ਦਰਸ਼ਨ ਕਰੋ ਮਹਾਪੁਰਸ਼ਾਂ ਦੇ। ਸੁਨਤ ਬਚਨ ਕਲਮਲ ਮਿਟ ਜਾਹੀ। ਸੋ ਕਹਿੰਦੇ ਉਹਨਾਂ ਦੇ ਬਚਨ ਸੁਣ ਕੇ ਨਾ ਸਾਰੇ ਪਾਪ ਮਿਟ ਜਾਂਦੇ ਨੇ, ਸਾਰੀਆਂ ਇੱਛਾ ਵੀ ਪੂਰੀਆਂ ਹੋ ਜਾਂਦੀਆਂ ਹਨ। ਨਰਨ ਪ੍ਰਬੋਧਿਓ ਨਰਪਤ ਆਇਓ। ਨਰ ਪ੍ਰਬੋਧਿਓ ਕਹਿਣਗੇ ਨਰਾਂ ਦਾ ਸਮਝਾਇਆ ਹੋਇਆ, ਦੱਸਿਆ ਹੋਇਆ, ਤੇ ਇਹ ਰਾਜਾ ਜਿਹੜਾ ਸਮਝ ਗਿਆ। ਕਹਿੰਦੇ ਨਰਪਤ ਆਇਓ, ਉਹ ਰਾਜਾ ਤਿਆਰ ਹੋ ਕੇ ਆ ਗਿਆ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਵਸਤਰ ਆਹਾਰ ਉਪਾਇਨ ਲਿਆਇਓ। ਉਹ ਵੀ ਇਹੀ ਦੋ ਚੀਜ਼ਾਂ ਲੈ ਕੇ ਆਇਆ, ਇੱਕ ਬਸਤਰ ਲੈ ਕੇ ਆਇਆ, ਦੂਜਾ ਆਹਾਰ ਭੋਜਨ ਲੈ ਕੇ ਆਇਆ, ਖਾਣਾ ਲੈ ਕੇ ਆਇਆ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੇ ਹਨ ਭੇਟਾ ਵਾਸਤੇ। ਆਨ ਚਰਨ ਪਰ ਬੰਧਨ ਕਰਕੇ। ਉਹ ਰਾਜੇ ਨੇ ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆ ਮੱਥਾ ਟੇਕਿਆ, ਜੋ ਵਿਭਚਾਰੀ ਸੀਗਾ। ਇਹ ਉਹੀ ਰਾਜਾ ਜਿਹੜਾ ਕਿ ਵਿਭਚਾਰੀ ਸੀਗਾ, ਪਰਾਈ ਇਸਤਰੀ ਨੂੰ ਜਿਹੜਾ ਭੋਗਣ ਵਾਲਾ ਸੀ, ਭੈੜੀ ਰੀਤੀ ਸੀ ਇਹਦੀ।
ਉਹੀ ਰਾਜਾ ਚੱਲ ਕੇ ਆ ਗਿਆ ਜੀ ਗੁਰੂ ਨਾਨਕ ਸਾਹਿਬ ਜੀ ਕੋਲ। ਕਰੇ ਬਿਨੈ ਬਚ ਦੀਨ ਉਚਰਕੈ। ਉਹਨੇ ਆ ਕੇ ਬੇਨਤੀ ਕੀਤੀ, ਬੜੇ ਦੀਨਤਾ ਦੇ ਵਿੱਚ, ਬੜੀ ਗਰੀਬੀ ਦੀ ਹਾਲਾਤ ਦੇ ਵਿੱਚ, ਬੜੀ ਜਿਹੜਾ ਹਨ ਹੰਬਲਨੈਸ ਉਹਦੇ ਵਿੱਚ ਬਹੁਤ ਆਈ ਮਹਾਰਾਜ ਦੇ ਦਰਸ਼ਨ ਕਰਕੇ, ਤੇ ਬੜੇ ਦੀਨਤਾ ਵਿੱਚ ਆ ਕੇ ਉਹਨੇ ਬੇਨਤੀ ਹੱਥ ਜੋੜ ਕੇ ਕੀਤੀ। ਕਰਹੁ ਉਪਾਇਨ ਅੰਗੀਕਾਰਾ। ਮਹਾਰਾਜ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ, ਇਹ ਜੋ ਮੈਂ ਤੁਹਾਡੇ ਵਾਸਤੇ ਕੱਪੜੇ ਤੇ ਭੋਜਨ ਲੈ ਕੇ ਆਇਆ ਹਾਂ, ਇਹਨਾਂ ਨੂੰ ਤੁਸੀਂ ਪ੍ਰਵਾਨ ਕਰੋ, ਇਹਨਾਂ ਨੂੰ ਤੁਸੀਂ ਕਬੂਲ ਕਰੋ। ਰੁਚ ਸੋ ਖਾਵਹੁ ਰੁਚਿਰ ਆਹਾਰਾ। ਮਹਾਰਾਜ ਮੈਂ ਬੜਾ ਸਵਾਦਿਸ਼ਟ ਭੋਜਨ ਲੈ ਕੇ ਆਇਆ, ਬਹੁਤ ਸਵਾਦ ਹੈ ਭੋਜਨ, ਰਸ ਵਾਲਾ ਹੈ। ਮਹਾਰਾਜ ਇਹਨੂੰ ਛਕ ਲਓ ਤੁਸੀਂ ਹੁਣ। ਸੁੰਦਰ ਪਹਿਰਹੁ ਚੀਰ ਸਰੀਰਾ। ਤੇ ਮਹਾਰਾਜ ਮੈਂ ਜਿਹੜੇ ਕੱਪੜੇ ਲੈ ਕੇ ਆਇਆ ਨਾ, ਇਹ ਬੜੇ ਸੁੰਦਰ ਹਨ, ਇਹ ਨਗਰੀ ਦੇ ਸਪੈਸ਼ਲ ਹਨ। ਮਹਾਰਾਜ ਇਹ ਕੱਪੜੇ ਤੁਸੀਂ ਪਹਿਨਣਾ ਕਰੋ, ਸੋਹਣੇ ਲੱਗੋਗੇ। ਸੰਤ ਰੂਪ ਤੁਮ ਗੁਣੀ ਗਹੀਰਾ। ਕਹਿਣ ਲੱਗੇ ਤੁਸੀਂ ਸੰਤ ਰੂਪ ਹੋ ਤੇ ਗੁਣਾ ਦੇ ਸਮੁੰਦਰ ਹੋ ਤੁਸੀਂ। ਦੋਹਰਾ ਗੁਰ ਕਹਿ ਹਮਰੇ ਕਾਜ ਨਹਿ ਦੇਹੋ ਗਰੀਬਨ ਜਾਏ। ਮਹਾਰਾਜ ਉਸ ਰਾਜੇ ਨੂੰ ਕਹਿੰਦੇ ਹਨ, ਜੋ ਪਦਾਰਥ ਤੂੰ ਲੈ ਕੇ ਆਇਆ ਹੈ ਨਾ, ਇਹ ਕੱਪੜੇ ਲੈ ਕੇ ਆਇਆ, ਇਹ ਭੋਜਨ ਲੈ ਕੇ ਆਇਆ, ਕਹਿੰਦਾ ਇਹ ਸਾਡੇ ਕੋਈ ਵੀ ਕਾਰਜ ਵਿੱਚ ਨਹੀਂ ਆਉਣ ਵਾਲਾ, ਸਾਡੇ ਕੋਈ ਕੰਮ ਨਹੀਂ ਗਾ, ਅਸੀਂ ਇਹਨਾਂ ਨੂੰ ਕੀ ਕਰਨਾ ਹੈ। ਕਹਿੰਦੇ ਤੂੰ ਐਂ ਕਰ, ਇਹਨਾਂ ਨੂੰ ਤੂੰ ਗਰੀਬਾਂ 'ਚ ਵੰਡ ਦੇ, ਲੋੜ ਵੰਦਾਂ ਨੂੰ ਤੂੰ ਦੇ ਦੇ, ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ। ਤ੍ਰਿਪਤ ਸਰਬ ਵਸਤੂਨ ਸੋ ਹਮਕੋ ਚਾਹੇ ਨਾ ਕਾਏ। ਅਸੀਂ ਤਾਂ ਤ੍ਰਿਪਤ ਹਾਂ, ਸਾਡੇ ਕੋਲ ਸਭ ਕੁਝ ਹੈ, ਕੁਝ ਵੀ ਉਹ ਐਸਾ ਨਹੀਂ ਜਿਹੜਾ ਸਾਡੇ ਕੋਲ ਨਾ ਹੋਵੇ, ਸਾਡੇ ਕੋਲ ਸਭ ਕੁਝ ਹੈ, ਪਰਮਾਤਮਾ ਦਾ ਦਿੱਤਾ ਹੋਇਆ, ਇਸ ਕਰਕੇ ਸਾਨੂੰ ਕੋਈ ਚਾਹਨਾ ਨਹੀਂ ਹੋਰ ਕੋਈ ਚੀਜ਼ ਦੀ। ਚੌਪੇ ਸਰਦਾ ਔਰ ਧਰ ਜੋਰੇ ਹਾਥਾ। ਸ਼ਰਧਾ ਕਰਕੇ ਹੱਥ ਜੋੜ ਕੇ ਰਾਜੇ ਨੇ ਫੇਰ ਬੇਨਤੀ ਕਰਨ ਲੱਗਿਆ ਹੈ। ਬੋਲਿਓ ਬਚਨ ਬਹੁਰ ਨਰ ਨਾਥਾ। ਸੋ ਬੋਲਿਓ ਬਚਨ, ਫੇਰ ਬੇਨਤੀ ਵਾਲੇ ਬਚਨ ਕੀਤੇ ਇਸ ਰਾਜੇ ਨੇ। ਸੰਤ ਤੁਮੈ ਪਰਵਾਹੇ ਨਾ ਕੋਏ। ਕਹਿਣਗੇ ਹੇ ਸੰਤ ਜਨ, ਤੁਹਾਨੂੰ ਤਾਂ ਕੋਈ ਪਰਵਾਹ ਨਹੀਂ ਨਾ ਹੈਗੀ, ਇਹ ਦੁਨੀਆ ਦੇ ਪਦਾਰਥਾਂ ਦੀ ਤੁਹਾਨੂੰ ਤਾਂ ਕੋਈ ਇੱਛਾ ਨਹੀਂ ਹੈਗੀ। ਮੇਰੋ ਇਸ ਵਿਦ ਭਲਾ ਨਾ ਹੋਈ। ਪਰ ਕਹਿੰਦੇ ਮਹਾਰਾਜ ਫੇ ਮੇਰਾ ਭਲਾ ਕਿਵੇਂ ਹੋਗਾ। ਰਾਜਾ ਕਹਿੰਦਾ ਮਹਾਰਾਜ ਮੇਰਾ ਤਾਂ ਭਲਾ ਤਾਂ ਹੋਗਾ ਜੇ ਮੇਰੇ ਦਿੱਤੇ ਹੋਏ ਪਦਾਰਥ ਜਿਹੜੇ ਇਹ ਭੇਟਾਂ ਵਿੱਚ ਮੈਂ ਦਿੱਤੇ ਹਨ, ਜੇ ਤੁਸੀਂ ਕਬੂਲ ਕਰੋਗੇ ਤਾਂ ਹੀ ਇਹ ਮੇਰੇ ਜਿਹੜੇ ਹਨ ਲੇਖੇ ਵਿੱਚ ਪੈਣਗੇ। ਜੇ ਤੁਸੀਂ ਨਹੀਂ ਲਏ ਮਹਾਰਾਜ, ਫੇ ਮੇਰਾ ਭਲਾ ਤਾਂ ਨਹੀਂ ਹੋਇਆ ਨਾ, ਫੇ ਮੇਰਾ ਭਲਾ ਕਿਵੇਂ ਹੋਊ। ਸੰਤ ਸਦੀਵ ਸਰਬ ਉਪਕਾਰੀ। ਕਹਿ ਲਗੇ ਸੰਤ ਜਿਹੜੇ ਹੁੰਦੇ ਹਨ ਉਹ ਸਦਾ ਵਾਸਤੇ ਹਮੇਸ਼ਾ ਹੀ ਉਹ ਜਿਹੜੇ ਉਪਕਾਰੀ ਹੁੰਦੇ ਹਨ, ਦੂਸਰੇ ਦਾ ਭਲਾ ਲੋਚਦੇ ਹਨ। ਕਰੋ ਭਲਾ ਲਿਹੋ ਭੇਟ ਹਮਾਰੀ। ਦੇਖੋ ਕਹਿੰਦੇ ਮਹਾਰਾਜ ਮੇਰੀ ਬੇਨਤੀ ਹੈ, ਰਾਜਾ ਕਹਿੰਦਾ ਮੇਰੀ ਭੇਟਾਂ ਨੂੰ ਕਬੂਲ ਕਰੋ ਤੇ ਜਿਹੜਾ ਹੈ ਮੇਰਾ ਭਲਾ ਕਰੋ, ਜਿਹਦੇ ਕਰਕੇ ਮੇਰਾ ਭਲਾ ਹੋ ਜਾਵੇ। ਹੁਣ ਦੇਖੋ ਦਾਨ ਦੇਣ ਵਿੱਚ ਇਹੀ ਫਰਕ ਹੈ। ਜਦੋਂ ਆਪਾਂ ਦਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੰਦੇ ਹਨ, ਜੋ ਮਹਾਰਾਜ ਜੀ ਉਸ ਪਦਾਰਥ ਨੂੰ ਆਪਣੀ ਭੇਟਾਂ ਨੂੰ ਕਬੂਲ ਕਰਦੇ ਹਨ, ਕਹਿੰਦੇ ਉਸ ਵੇਲੇ ਉਹ ਜਿਹੜਾ ਹੈ ਪਦਾਰਥ ਉਸੇ ਵੇਲੇ ਜਿਹੜਾ ਹੈ ਸਫਲ ਹੋ ਜਾਂਦਾ ਹੈ, ਜਿਹੜਾ ਮਹਾਰਾਜ ਦੇ ਚਰਨਾਂ ਤੱਕ ਪਹੁੰਚ ਜਾਂਦਾ ਹੈ। ਕਹਿੰਦੇ ਕਰੋ ਭਲਾ। ਜੇ ਆਪਾਂ ਦਾਨ ਹੋਰ ਕਿਸੇ ਨੂੰ ਦਿੰਦੇ ਆ ਨਾ, ਤਾਂ ਉਹ ਪਦਾਰਥ ਜਿਹੜਾ ਇੱਕ ਕਰਮ ਬਣਦਾ ਹੈ, ਕਿਉਂਕਿ ਲੈਣ ਵਾਲਾ ਜੇ ਨਿਸ਼ਕਾਮੀ ਨਾ ਹੋਵੇ, ਉਹ ਪਦਾਰਥ ਲਵੇ ਤਾਂ ਇੱਕ ਹਿਸਾਬ ਕਿਤਾਬ ਬਣ ਜਾਂਦਾ ਹੈ। ਮਤਲਬ ਕਿ ਇਹਨੇ ਦਿੱਤਾ ਤੇ ਇਹਨੇ ਲਿਆ, ਸੋ ਇਹਦੇ ਵਿੱਚ ਇੱਕ ਕਰਮ ਬਣਦਾ ਹੈ। ਉਹ ਕਰਮ ਦੇ ਕਰਕੇ, ਪਰ ਕਰਮ ਕਿਹੜਾ ਬਣਿਆ? ਪੁੰਨ ਵਾਲਾ ਬਣਿਆ, ਚੰਗਾ ਕਰਮ ਬਣਿਆ, ਪਰ ਬਣਿਆ ਕਰਮ ਹੈ। ਸੋ ਉਹਦਾ ਜਿਹੜਾ ਹੈ ਰਿਟਰਨਸ ਉਹ ਬੰਦੇ ਨੂੰ ਮਿਲਦਾ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਈ ਭੇਟਾ ਨੂੰ ਕਬੂਲ ਕਰਦੇ ਹਨ, ਤਾਂ ਉਹ ਭੇਟਾ ਮਹਾਰਾਜ ਦੇ ਦਰ ਤੇ ਜਦੋਂ ਕਬੂਲ ਹੁੰਦੀ ਆ ਨਾ, ਉਹ ਜਿਹੜੇ ਆਟੋਮੈਟਿਕਲੀ ਜਿਹੜਾ ਹੈ ਉਹ ਜਿਹੜਾ ਹਨ ਉਹਦਾ ਜਿਹੜਾ ਰਿਟਰਨ ਹੈ ਉਹ ਆਤਮਿਕ ਹੁੰਦਾ, ਉਹ ਰੂਹਾਨੀ ਹੁੰਦਾ ਹੈ। ਜਦੋਂ ਭੇਟਾ ਆਪਣੀ ਗੁਰੂ ਨਾਨਕ ਦੇ ਚਰਨਾਂ ਤੇ ਪਹੁੰਚਦੀ ਹੈ, ਆਪਣਾ ਮਨ ਫਿਰ ਗੁਰੂ ਨਾਨਕ ਦੀ ਸਿੱਖਿਆ ਨੂੰ ਕਬੂਲ ਕਰਦਾ ਹੈ, ਉਹ ਸਿੱਖਿਆ ਨਾਮ ਨੂੰ ਉਹ ਪ੍ਰਾਪਤ ਕਰਦਾ ਹੈ, ਉਹ ਮੁਕਤੀ ਦਾ ਪਦਾਰਥ ਦਿੰਦਾ ਹੈ। ਇਹੀ ਫਰਕ ਹੁੰਦਾ ਹੈ। ਰਾਵਰ ਸਰਣ ਪਰਿਓ ਮੈਂ ਆਈ। ਇਸ ਕਰਕੇ ਉਹ ਰਾਜਾ ਕਹਿੰਦਾ ਮੈਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ, ਮੈਂ ਪਹੁੰਚ ਗਿਆ ਹਾਂ ਆਪ ਜੀ ਦੇ ਚਰਨਾਂ ਤੇ, ਹੁਣ ਮੇਰੀ ਰੱਖਿਆ ਕਰ ਲਓ, ਮੈਨੂੰ ਜਿਹੜਾ ਹੈ ਸਿੱਖਿਆ ਦੇ ਦਿਓ, ਹੁਣ ਭਲਾ ਕਰ ਦਿਓ ਮੇਰਾ। ਸੁਣੀ ਸਰੋਣ ਮੈਂ ਅਧਿਕ ਵਡਾਈ। ਜਦੋਂ ਇੰਨੀ ਵਡਿਆਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਹਿੰਦੇ ਮੈਂ ਆਪ ਜੀ ਦੀ ਸੁਣੀ ਹੈ, ਮੈਂ ਇੰਨੀ ਵਡਿਆਈ ਸੁਣੀ ਹੈ, ਮਹਾਰਾਜ ਮੈਨੂੰ ਨਿਰਾਸ਼ ਨਾ ਕਰੋ, ਕਿਰਪਾ ਕਰਕੇ ਮੇਰਾ ਵੀ ਕੰਮ ਕਰ ਦਿਓ ਹੁਣ। ਕਿਰਪਾ ਧਾਰ ਗੁਰ ਕਹਿਓ ਬਹੋਰੀ। ਉਸ ਵੇਲੇ ਕਿਰਪਾ ਵਿੱਚ ਆ ਗਏ, ਕਿਰਪਾ ਦੇ ਘਰ ਵਿੱਚ ਆ ਗਏ ਗੁਰੂ ਨਾਨਕ ਸਾਹਿਬ ਜੀ। ਮਹਾਰਾਜ ਹੁਣ ਕਿਰਪਾ ਕਰਨ ਲੱਗੇ ਹਨ ਉਹ ਰਾਜੇ ਦੇ ਉੱਤੇ, ਤੇ ਇਹ ਬਚਨ ਕੀਤਾ ਕਰਨ ਭਲਾ ਨਿਜ ਚਾਹੇ ਜੇ ਤੋਰੀ। ਕਹਿਣ ਲੱਗੇ ਕਰਨ ਭਲਾ। ਹੇ ਰਾਜਨ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਤੂੰ ਭਲਾ ਕਰਨਾ ਚਾਹੁੰਦਾ ਹੈ ਆਪਣਾ, ਜੇ ਇਹ ਤੇਰੀ ਇੱਛਾ ਹੈ ਕਿ ਤੇਰਾ ਭਲਾ ਹੋਵੇ, ਤਜ ਬਿਵਚਾਰ ਸੋ ਪਾਪ ਕਮਾਵਤ। ਕਹਿਣ ਲੱਗੇ ਫੇਰ ਰਾਜਨ, ਜਿਹੜਾ ਤੂੰ ਵਿਭਚਾਰ ਕਰਦਾ ਹੈ ਨਾ, ਪਰਾਈ ਇਸਤਰੀ ਦਾ ਸੰਗ ਕਰਦਾ ਹੈ ਨਾ,
ਜਿਹੜੇ ਕਿ ਡੋਲੇ ਵਿਆਹ ਕੇ ਤੇਰੇ ਕੋਲ ਪਹਿਲਾਂ ਇੱਕ ਰਾਤ ਵਾਸਤੇ ਜਾਂਦੇ ਆ ਨਾ, ਇਹ ਕੰਮ ਤੂੰ ਛੱਡ ਦੇ ਹੁਣ। ਨਿਤ ਪਰਤਰਿਆ ਸੋ ਕੇਲ ਰਚਾਵਤ। ਹਾਂ, ਜਿਹੜਾ ਤੂੰ ਖੇਲ ਰਚਾਉਣਾ ਹੈ ਨਾ ਪਰਾਈਆਂ ਇਸਤਰੀਆਂ ਨਾਲ ਰਾਤ ਨੂੰ, ਜੇ ਤੂੰ ਤਜਹਿ ਮਾਨ ਬਚ ਹਮਰਾ। ਜੇ ਤੂੰ ਜਿਹੜਾ ਹਾਂ ਸਾਡਾ ਬਚਨ ਮੰਨਣਾ ਚਾਹੁੰਦਾ ਹਾਂ, ਤੂੰ ਕਹਿੰਦਾ ਹੈ ਨਾ ਤੂੰ ਆਪਣਾ ਭਲਾ ਲੋਚਦਾ ਹਾਂ ਵੀ ਤੇਰਾ ਭਲਾ ਹੋਵੇ, ਤੇ ਕਹਿੰਦੇ ਫੇਰ ਰਾਜਨ ਇਸ ਤਰ੍ਹਾਂ ਕਰ, ਸਾਡੀ ਇੱਕ ਗੱਲ ਮੰਨ। ਫਿਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਰਬ ਪ੍ਰਕਾਰ ਭਲਾ ਹੋਇਆ ਤੁਮਰਾ। ਤੇ ਇਹ ਗੱਲ ਜੇ ਤੂੰ ਸੁਣੇਗਾ, ਤੂੰ ਮੰਨੇਗਾ, ਤਾਂ ਸਾਰੇ ਪ੍ਰਕਾਰ ਕਰਕੇ ਤੇਰਾ ਭਲਾ ਹੋਵੇਗਾ, ਸਾਰੇ ਪ੍ਰਕਾਰ ਕਰਕੇ ਤੂੰ ਬਖਸ਼ਿਆ ਜਾਏਗਾ। ਅਪਰ ਪਦਾਰਥ ਕੀ ਜੇ ਚਾਹੀ। ਜੇ ਹੋਰ ਵੀ ਤੈਨੂੰ ਕੋਈ ਪਦਾਰਥ ਚਾਹੀਦਾ ਇਸ ਤੋਂ ਇਲਾਵਾ, ਸੋ ਦਿਵਾਏ ਦੇ ਪ੍ਰਭ ਪਾਹੀ। ਫਿਰ ਮੈਂ ਤੁਹਾਨੂੰ ਉਹੀ ਪਦਾਰਥ ਮੈਂ ਤੈਨੂੰ ਦਵਾ ਦਾਂਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਰਮੇਸ਼ਰ ਤੋਂ ਮੰਗ ਰਾਜਨ ਕੀ ਮੰਗਦਾ ਹੈ। ਜੇ ਤੂੰ ਤੂੰ ਆਪਣਾ ਭਲਾ ਲੋਚਦਾ ਹੈ, ਤੂੰ ਇਹ ਭੈੜਾ ਕੰਮ ਛੱਡ ਦੇ, ਇਹ ਨਾ ਕਰਿਆ ਕਰ, ਤੇ ਇਹ ਛੱਡ ਦੇ। ਤੇ ਜੇ ਹੋਰ ਕੋਈ ਚੀਜ਼ ਦੀ ਲੋੜ ਆ ਤਾਂ ਸਾਨੂੰ ਦੱਸ, ਅਸੀਂ ਪ੍ਰਭੂ ਪਰਮਾਤਮਾ ਤੋਂ ਤੈਨੂੰ ਦਵਾ ਦਾਂਗੇ, ਉਹ ਵੀ ਤੈਨੂੰ ਦੇ ਦਿਆਂਗੇ। ਸੁਣ ਕਰ ਭੂਪਤ ਸਰਦ ਵਡਾਈ। ਦੇਖੋ ਇਹ ਬਚਨ ਜਦੋਂ ਉਹ ਰਾਜੇ ਨੇ ਸੁਣੇ, ਉਹਦੇ ਹਿਰਦੇ ਵਿੱਚ ਸ਼ਰਧਾ ਆ ਗਈ। ਸਿੱਖ ਹੋਣ ਕੀ ਗਿਰਾ ਅਲਾਈ। ਉਹਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਵੀ ਮੈਨੂੰ ਸਿੱਖ ਬਣਾ ਲਓ। ਹੁਣ ਇਹ ਬੇਨਤੀ ਸਿੱਖ ਬਣਨ ਦੀ ਉਹ ਕਰ ਰਿਹਾ। ਰਾਜਾ ਕੀ ਕਹਿੰਦਾ ਹੈ? ਮਨ ਚੰਚਲ ਬਿਸਿਆਨ ਲਪਟਾਵਾ। ਮਹਾਰਾਜ ਮੇਰਾ ਮਨ ਬੜਾ ਚੰਚਲ ਹੈ, ਫਲਿਕਰਿੰਗ ਬਹੁਤ ਕਰਦਾ ਹੈ, ਟਿਕਦਾ ਨਹੀਂ ਮੇਰਾ ਮਨ ਇੱਕ ਥਾਂ ਤੇ ਠਹਿਰਦਾ ਨਹੀਂ, ਇੱਕ ਥਾਂ ਤੇ ਹੁੰਦਾ ਹੈ, ਪਤਾ ਨਹੀਂ 10 ਥਾਵਾਂ ਤੇ ਹੋਰ ਜਾ ਕੇ ਫਿਰਦਾ ਰਹਿੰਦਾ ਹੈ, ਭੜਕਦਾ ਰਹਿੰਦਾ ਹੈ। ਸੋ ਭੜਕਦੇ ਮਨ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹਦਾ ਕਨਸੈਂਟਰੇਸ਼ਨ ਬੰਦੇ ਦਾ ਨਹੀਂ ਹੁੰਦਾ, ਉਹਦਾ ਕਨਸੈਂਟਰੇਸ਼ਨ ਖਿੰਡਿਆ ਰਹਿੰਦਾ ਹੈ। ਐਸਾ ਬੰਦਾ ਜਿਹਦਾ ਮਨ ਚੰਚਲ ਹੋਵੇ, ਉਹ ਕੋਈ ਕਾਰਜ ਕਰ ਨਹੀਂ ਸਕਦਾ ਚੰਗੀ ਤਰ੍ਹਾਂ, ਕਿਉਂਕਿ ਉਹਨੇ ਇੱਕ ਥਾਂ ਤੇ ਨਹੀਂ ਹੋਣਾ। ਇੱਕ ਸਮੇਂ ਵਿੱਚ ਉਹ 10,000 ਥਾਵਾਂ ਤੇ ਉਹ ਭੱਜਿਆ ਫਿਰਦਾ ਹੈ। ਕਹਿੰਦੇ ਮੇਰਾ ਮਨ ਬੜਾ ਚੰਚਲ ਹੈ ਸਤਿਗੁਰੂ ਜੀ। ਹੁਣ ਚੰਚਲ ਮਤ ਇੱਕ ਹੋਰ ਵੀ ਹੈ, ਜੋ ਵੀ ਉਹ ਕਰੇਗਾ, ਜਿਵੇਂ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਉਹਦਾ ਮਨ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦੇਣਾ। ਉਹਨੇ ਬੜੇ ਥਾਵਾਂ ਤੇ ਜਾ ਕੇ ਜਦੋਂ ਪਾਠ ਸਮਾਪਤੀ, ਉਦੋਂ ਪਤਾ ਲੱਗਣਾ ਪਾਠ ਹੋ ਗਿਆ ਜੀ। ਅੱਧ ਵਿਚਾਲੇ ਦਾ ਪਾਠ ਦਾ ਪਤਾ ਹੀ ਨਹੀਂ ਲੱਗਣਾ ਵੀ ਕਿੱਧਰ ਨੂੰ ਹੋ ਗਿਆ, ਕਿੱਧਰ ਨੂੰ ਚਲਿਆ ਗਿਆ। ਸੋ ਇਸ ਪ੍ਰਕਾਰ ਕਰਕੇ ਕਹਿੰਦਾ ਮੇਰਾ ਮਨ ਬੜਾ ਚੰਚਲ ਹੈ, ਬਹੁਤ ਚੰਚਲਤਾਈ ਕਰਦਾ ਹੈ, ਤੇ ਵਿਸ਼ਿਆਂ ਵਿੱਚ ਇਸ ਕਰਕੇ ਲਪਟਿਆ ਹੋਇਆ ਹੈ। ਮੇਰਾ ਮਨ ਸੁੱਖ ਭਾਲਦਾ ਹੈ, ਪਰ ਮੇਰਾ ਮਨ ਜਦੋਂ ਸੁੱਖ ਭਾਲਦਾ ਹੈ ਨਾ, ਮੈਨੂੰ ਪ੍ਰੇਰਨਾ ਕਰਕੇ, ਮੇਰੀ ਇੰਦਰੀਆਂ ਨੂੰ ਪ੍ਰੇਰਨਾ ਕਰਕੇ ਇਹ ਵਿਸ਼ੇ ਵਿਕਾਰਾਂ ਵਿੱਚ ਪਾਉਂਦਾ ਹੈ। ਤੇ ਰਸਤੇ ਕਬ ਨਹਿ ਤ੍ਰਿਪਤਾਵਾ। ਕਹਿਣਗੇ ਇਸ ਕਰਕੇ ਮੇਰਾ ਮਨ ਕਿਤੇ ਵੀ ਰੱਜਦਾ ਨਹੀਂ। ਇੱਕ ਇਸਤਰੀ ਕਰ ਲਈ, 2 ਕਰ ਲੀਆਂ, 3 ਕਰ ਲੀਆਂ, ਕਿੰਨੇ ਇਸਤਰੀਆਂ ਮੈਂ ਭੋਗ ਹਟਿਆ ਹਾਂ, ਪਰ ਮੇਰਾ ਮਨ ਰੱਜਦਾ ਨਹੀਂ। ਕਹਿੰਦੇ ਮੇਰਾ ਮਨ ਕਿਤੇ ਖੜਦਾ ਹੀ ਨਹੀਂ। ਮੈਂ ਸੋਚਦਾ ਹਾਂ, ਜਿਵੇਂ ਆਪਾਂ ਸੋਚਦੇ ਹਾਂ ਨਾ ਵੀ ਜੇ ਆਪਾਂ ਨੂੰ ਕੋਈ ਪਦਾਰਥ ਦੀ ਭੁੱਖ ਹੈ, ਉਹ ਮਿਲ ਜਾਵੇ ਤਾਂ ਆਪਾਂ ਰੱਜ ਜਾਵਾਂਗੇ, ਪਰ ਨਹੀਂ, ਐਸਾ ਨਹੀਂ ਹੁੰਦਾ। ਉਹ ਭੁੱਖ ਹੋਰ ਵੱਧਦੀ ਹੈ। ਅੱਗੇ ਐਗਜ਼ਾਮਪਲ ਸੁਣੋ। ਨਿਤ ਪ੍ਰਤ ਲਾਲਸ ਵਧੈ ਵਧੇਰੀ। ਦੇਖੋ ਜਿੰਨਾ ਇਹ ਮਨ ਦੇ ਪਿੱਛੇ ਲੱਗੋ, ਜਿੰਨੇ ਇਹ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਜੋ ਵਿਸ਼ੇ ਵਿਕਾਰ ਕਹਿੰਦੇ ਆ ਤੁਸੀਂ ਕਰੋ, ਤਾਂ ਕਹਿੰਦੇ ਇਹ ਇੱਛਾ ਹੋਰ ਵੱਧਦੀ ਹੈ, ਇਹ ਜਿਹੜੀ ਹੈ ਇਹ ਭੁੱਖ ਹੋਰ ਵੱਧਦੀ ਹੈ। ਜਿਉ ਈਂਧਨ ਤੇ ਅਗਨ ਕਨੇਰੀ। ਦੇਖੋ ਕਿੰਨਾ ਸੋਹਣਾ ਐਗਜ਼ਾਮਪਲ ਦਿੱਤਾ। ਕਹਿੰਦੇ ਜਿਵੇਂ ਅੱਗ ਹੁੰਦੀ ਹੈ ਨਾ, ਉਹਦੇ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਪਾ ਦਿਓ, ਉਹ ਅੱਗ ਵੱਡੀ ਹੋ ਜਾਏਗੀ, ਪਰ ਉਹ ਅੱਗ ਨੇ ਕਿਤੇ ਹਟ ਕੇ ਇਹ ਨਹੀਂ ਕਹਿਣਾ ਮੈਂ ਰੱਜ ਗਈ ਹਾਂ। ਜਿੰਨੀਆਂ ਮਰਜ਼ੀ ਤੁਸੀਂ ਲੱਕੜਾਂ ਪਾਓ, ਇਹ ਅੱਗ ਹੋਰ ਵਧੇਗੀ, ਹੋਰ ਵਧੇਗੀ, ਪਰ ਅੱਗ ਨੇ ਕਿਤੇ ਵੀ ਕਹਿਣਾ ਬਸ ਕਰੋ ਜੀ ਮੈਂ ਰੱਜ ਗਈ ਹਾਂ। ਕਹਿੰਦੇ ਵਿਸ਼ੇ ਵਿਕਾਰ ਵੀ ਐਸੇ ਹੀ ਨੇ। ਵਿਸ਼ੇ ਵਿਕਾਰਾਂ ਨੂੰ ਜੇ ਆਪਾਂ ਫੁੱਲਫਿਲ ਕਰਦੇ ਹਾਂ, ਇਫ ਯੂ ਫੁੱਲਫਿਲ ਯੋਰ ਡਿਜ਼ਾਇਰਸ, ਜਿਹੜੇ ਉਹ ਡਿਜ਼ਾਇਰਸ ਨੇ ਆਪਾਂ ਫੁੱਲਫਿਲ ਕਰਦੇ ਹਾਂ, ਉਹ ਹੋਰ ਵੱਧਦੇ ਹਨ, ਉਹ ਹੋਰ ਅੱਗ ਦੀ ਤਰ੍ਹਾਂ ਉਹ ਹੋਰ ਵੱਧਦੇ ਹਨ। ਸੋ ਐਸਾ ਐਗਜ਼ਾਮਪਲ ਦਿੰਦੇ ਹਨ। ਨੇ ਜੋ ਉਪਦੇਸ਼ ਸੁਣਾਏ ਬਿਸਾਲਾ। ਕਹਿਣਗੇ ਮਹਾਰਾਜ ਆਪਣਾ ਉਪਦੇਸ਼ ਮੈਨੂੰ ਦਿਓ, ਜਿਹਦੇ ਕਰਕੇ ਮੇਰਾ ਮਨ ਠਹਿਰ ਜਾਵੇ, ਮੈਨੂੰ ਇਹ ਵਿਸ਼ੇ ਵਿਕਾਰਾਂ ਵੱਲੋਂ ਗਿਲਾਨ ਆ ਜਾਵੇ, ਮੈਨੂੰ ਇਹ ਵਿਸ਼ੇ ਵਿਕਾਰ ਚੰਗੇ ਨਾ ਲੱਗਣ। ਦੇਖੋ ਆਪਾਂ ਉਹੀ ਚੀਜ਼ ਛੱਡਦੇ ਹਾਂ ਜੋ ਆਪਾਂ ਨੂੰ ਨਹੀਂ ਚੰਗੀ ਲੱਗਦੀ, ਉਹੀ ਚੀਜ਼ ਤੋਂ ਆਪਾਂ ਦੂਰ ਹੁੰਦੇ ਹਾਂ ਜਿਹੜੀ ਚੀਜ਼ ਤੋਂ ਆਪਾਂ ਨੂੰ ਨਫ਼ਰਤ ਹੁੰਦੀ ਹੈ, ਜਿਹੜੀ ਚੀਜ਼ ਨੂੰ ਆਪਾਂ ਦਿਲੋਂ ਨਹੀਂ ਚਾਹੁੰਦੇ, ਉਹ ਚੀਜ਼ ਤੋਂ ਆਪਾਂ ਭੱਜਦੇ ਹਾਂ। ਨਹੀਂ ਤਾਂ ਫਿਰ ਇਹ ਜਿਹੜੀ ਚੀਜ਼ ਛੱਡੀ ਨਹੀਂ ਜਾਂਦੀ। ਮਮ ਮਨ ਮੋਰ ਹੋ ਗੁਰੂ ਕਿਰਪਾਲਾ। ਮਹਾਰਾਜ ਮੇਰਾ ਮਨ ਮੋੜ ਲਓ, ਜਿਹੜਾ ਮਨ ਵਿਸ਼ੇ ਵਿਕਾਰਾਂ 'ਚ ਲੱਗਿਆ ਹੋਇਆ ਹੈ, ਇਹਨੂੰ ਪਰਮਾਤਮਾ ਦੀ ਭਗਤੀ ਵੱਲ ਮੋੜ ਲਓ। ਹੇ ਗੁਰੂ ਕਿਰਪਾ ਕਰੋ, ਤੁਸੀਂ ਕਿਰਪਾ ਦੇ ਘਰ ਹੋ ਗੁਰੂ ਨਾਨਕ ਸਾਹਿਬ ਜੀ। ਇਹ ਰਾਜਾ ਕਹਿੰਦਾ ਪਾਤਸ਼ਾਹ ਮੈਨੂੰ ਬਚਾ ਲਓ ਹੁਣ। ਸੁਣ ਕੇ ਦੀਨ ਬੰਦ ਅਸ ਬਚਨਾ। ਸੋ ਇਹ ਜਿਹੜੇ ਹਨ ਦੀਨ ਬੰਦ, ਦੀਨਾਂ ਦੇ ਬੰਧੂ, ਦੀਨਾਂ ਨਾਲ ਪਿਆਰ ਕਰਨ ਵਾਲੇ, ਜਿਹੜੇ ਹਨ ਗਰੀਬਾਂ ਨੂੰ ਸੰਭਾਲਣ ਵਾਲੇ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇਹ ਜਦੋਂ ਬਚਨ ਸੁਣੇ, ਬੋਲੇ ਤੇ ਵਿਰਾਗ ਕੀ ਰਚਨਾ। ਮਹਾਰਾਜ ਨੇ ਉਸ ਵੇਲੇ ਵਿਰਾਗ ਦਾ ਉਪਦੇਸ਼ ਦਿੱਤਾ।
ਜਿਹਦੇ ਕਰਕੇ ਤ੍ਰਿਅਨ ਇਸਤਰੀਆਂ ਤੋਂ ਲਸਤ ਨਾਲੋਂ ਜਿਹੜਾ ਹੈ ਮਨ ਜਿਹੜਾ ਹੈ ਉਚਾਟ ਹੋ ਜਾਵੇ, ਮਨ ਜਿਹੜਾ ਹੈ ਪਿੱਛੇ ਹਟ ਜਾਵੇ। ਭੋਨ ਰਿਪਤਿ ਮੈਂ ਕੋ ਵਥ ਨੀ ਕੀ। ਦੇਖੋ ਇੱਕ ਗ੍ਰੰਥ ਹੈ ਵਿਰਾਗ ਸ਼ਤਕ, ਉਹਦੇ ਵਿੱਚ ਬਹੁਤ ਸਾਰਾ ਐਸਾ ਉਪਦੇਸ਼ ਆਇਆ ਹੈ, ਉਹਦੇ ਵਿੱਚ ਇਹ ਉਪਦੇਸ਼ ਬਹੁਤ ਦਿੱਤਾ ਗਿਆ ਹੈ। ਸੋ ਉਹ ਜਿਹੜਾ ਹੈ ਉਪਦੇਸ਼ ਜਿਹੜਾ ਹੈ ਉਹਦੇ ਵਿੱਚ ਬੜਾ ਵਿਸਤਾਰ ਨਾਲ, ਪਰ ਇੱਥੇ ਬਹੁਤ ਸਮਰਾਈਜ਼ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ। ਕਹਿੰਦੇ ਦੇਖ ਹੇ ਰਾਜਨ ਤ੍ਰਿਆ ਮੈਂ ਕੋ ਵਥ ਨੀ ਕੀ। ਕਹਿੰਦੇ ਤੂੰ ਦੱਸ ਇਸਤਰੀ ਦੇ ਵਿੱਚ ਕਿਹੜੀ ਗੱਲ ਚੰਗੀ ਹੈ, ਕਿਹੜੀ ਚੀਜ਼ ਚੰਗੀ ਹੈ ਇਸਤਰੀ ਦੇ ਵਿੱਚ, ਤੂੰ ਇਹ ਦੇਖ, ਤੂੰ ਵਿਚਾਰ ਕਰ। ਦੇਖੋ ਇੱਕ ਬ੍ਰਿਤੀ ਹੁੰਦੀ ਹੈ ਸਿਰਫ ਦੇਖਣ ਦੀ, ਇੱਕ ਬ੍ਰਿਤੀ ਹੁੰਦੀ ਆ ਵਿਚਾਰ ਵਾਲੀ, ਫਿਰ ਉਸ ਤੋਂ ਬਾਅਦ ਬਣਦੀ ਹੈ ਬ੍ਰਿਤੀ ਗਿਆਨ ਦੀ। ਸੋ ਗਿਆਨ ਦੀ ਬ੍ਰਿਤੀ ਨਾਲ ਦੇਖਿਆ ਜਾਂਦਾ ਹੈ। ਸੋ ਇੱਕ ਬ੍ਰਿਤੀ ਹੁੰਦੀ ਹੈ ਜਿੱਥੇ ਪਰਮੇਸ਼ਰ ਨੂੰ ਦੇਖਿਆ ਜਾਂਦਾ ਹੈ, ਉਹ ਗਿਆਨ ਤੋਂ ਵੀ ਉੱਤੇ ਉਹ ਕਿਰਪਾ ਦੀ ਦ੍ਰਿਸ਼ਟੀ ਬਣ ਜਾਂਦੀ ਹੈ। ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਰਾਜਨ ਤੂੰ ਦੇਖ ਇਸਤਰੀ ਦੇ ਵਿੱਚ ਕੀ ਚੰਗੀ ਚੀਜ਼ ਹੈ, ਜਾਂ ਇਸਤਰੀ ਵਾਸਤੇ ਇੱਕ ਪੁਰਸ਼ ਵਿੱਚ ਕਿਹੜੀ ਚੀਜ਼ ਚੰਗੀ ਹੈ। ਜਿਸ ਅਵਲੋਕ ਪ੍ਰੀਤ ਹੋਏ ਜੀ ਕੀ। ਹਾਂ ਕਹਿਣ ਲੱਗੇ ਜਿਸ ਅਵਲੋਕ, ਜਿਹਨੂੰ ਦੇਖ ਕਰਕੇ ਮਨ ਵਿੱਚ ਪ੍ਰੀਤੀ ਆਉਂਦੀ ਹੈ, ਮਨ ਵਿੱਚ ਇਸਤਰੀ ਵਾਸਤੇ ਤੇਰੇ ਚਾਹਨਾ ਆਉਂਦੀ ਹੈ, ਉਹ ਕਿਹੜੀ ਚੀਜ਼ ਹੋਵੇਗੀ। ਜੇ ਲੋਚਨ ਕਹੈ ਕਮਲ ਸਮਾਨਾ। ਜੇ ਤੂੰ ਕਹੇ ਕਿ ਇਸਤਰੀ ਦੇ ਜਿਹੜੇ ਲੋਚਨ ਹਨ, ਅੱਖਾਂ ਹਨ, ਕਮਲ ਵਰਗੇ ਬੜੇ ਸੁੰਦਰ ਹਨ, ਜੇ ਤੂੰ ਇਸਤਰੀ ਦੇ ਅੱਖਾਂ ਦੀ ਗੱਲ ਕਰਦਾ ਹਾਂ। ਗੀੜ ਬਹਿਤ ਜਹ ਪਿਖਤ ਗਿਲਾਨਾ। ਦੇਖੋ ਉਹ ਅੱਖਾਂ ਦੇ ਵਿੱਚੋਂ ਗਿੱਡ ਆਉਂਦੀ ਹੈ, ਗਿੱਡ ਵਗਦੀ ਰਹਿੰਦੀ ਹੈ, ਵਿਸ਼ਟਾ ਜਿਹੜੀ ਹੈ ਕਿਤੇ ਪਾਣੀ ਵਗਦਾ ਰਹਿੰਦਾ ਹੈ, ਇੱਕ ਜਿਹੜੀਆਂ ਹਨ ਗਿਲਾਨ, ਉਹ ਮੈਲ ਅੱਖਾਂ ਤੋਂ ਵੀ ਨਿਕਲਦੀ ਹੈ। ਤਾਂ ਕਹਿੰਦੇ ਰਾਜਨ ਉਹ ਜਿਹੜੀ ਮੈਲ ਵੱਲ ਵੀ ਤੂੰ ਧਿਆਨ ਰੱਖ, ਸਿਰਫ ਅੱਖਾਂ ਨੂੰ ਨਾ ਦੇਖ, ਅੱਖਾਂ ਦੇ ਵਿੱਚੋਂ ਜੋ ਮੈਲ ਨਿਕਲਦੀ ਹੈ ਉਹਦਾ ਵੀ ਵਿਚਾਰ ਕਰ। ਹੋਰ ਬਿਲੋ ਕਹੈ ਜੇ ਤਿਨ ਮਾਹੀ। ਦੇਖੋ ਜੇ ਇਸਤਰੀ ਨੂੰ ਤੂੰ ਪਾੜ ਦਵੇਂ, ਪਾੜ ਕੇ ਵਿੱਚੋਂ ਕੀ ਨਿਕਲੇਗਾ ਉਸ ਦੇ ਵਿੱਚੋਂ। ਜੇ ਇਸਤਰੀ ਨੂੰ ਪਾੜ ਕੇ ਵਿੱਚੋਂ ਤੂੰ ਦੇਖਣਾ ਚਾਹੇ ਤਾਂ ਇਸਤਰੀ ਵਿੱਚ ਕੀ ਹੈ। ਮਿਜ ਨੀਰ ਬਿਨ ਔਰ ਸੋ ਨਾਹੀ। ਦੇਖੋ ਉਹਦੇ ਅੰਦਰ ਮਿੱਝ ਮਾਸ ਨਿਕਲੇਗਾ, ਉਹਦੇ ਵਿੱਚ ਨੀਰ ਹੋਵੇਗਾ, ਲਹੂ ਹੋਵੇਗਾ, ਸਾਰੀ ਗੰਦਗੀ ਵਿੱਚੋਂ ਨਿਕਲਣੀ ਹੈ। ਉੱਤੋਂ ਤਾਂ ਭਾਵੇਂ ਸੁੰਦਰ ਲੱਗਦੇ ਨੇ ਪਰ ਅੰਦਰੋਂ ਤਾਂ ਉਹੀ ਆ ਨਾ, ਲਹੂ ਮਿੱਝ, ਇਹੀ ਜਿਹੜਾ ਹੈ ਪਾਣੀ, ਗੰਦਗੀ ਨਿਕਲਦੀ ਹੈ। ਇਸ ਕਰਕੇ ਜਦੋਂ ਬੰਦਾ ਮਰਦਾ ਕਿੰਨੀ ਬਦਬੂ ਆਉਂਦੀ ਹੈ। ਪਰ ਅੰਗ ਤੇ ਨਾ ਰੀਤ ਸੁਨੀਜੈ। ਤੇ ਅਪਰ ਅੰਗ, ਹੋਰ ਅੰਗਾਂ ਦੀਆਂ ਵੀ ਗੱਲਾਂ ਤੂੰ ਸੁਣ ਲਾ ਹੁਣ। ਚੰਦ ਸਰਸ ਕੋ ਬਦਨ ਕਹੀਜੈ। ਜੇ ਤੂੰ ਕਹਿੰਦਾ ਵੀ ਇਸਤਰੀ ਦਾ ਜਿਹੜਾ ਚਿਹਰਾ ਹੈ ਕਹਿੰਦੇ ਉਹ ਚੰਦਰਮਾ ਵਰਗਾ ਸੁੰਦਰ ਹੈ। ਚਰਬੀ ਰਖਤ ਲਪੇਟਿਓ ਚਾਮਾ। ਦੇਖੋ ਜੇ ਇਹ ਚਰਬੀ ਜਿਹੜੀ ਉੱਤੇ ਸਕਿਨ ਲੱਗੀ ਹੋ, ਜੇ ਇਹਨੂੰ ਪਾੜ ਕੇ ਤੂੰ ਕੱਢ ਦੇਵੇਂ ਤਾਂ ਅੰਦਰੋਂ ਕੀ ਨਿਕਲੇਗਾ। ਉਹੀ ਲਹੂ, ਉਹੀ ਮਿੱਝ ਹੈ ਅੰਦਰ। ਗੌਰ ਰੰਗ ਭਿਖਿਤ ਅਬਿਰਾਮਾ। ਦੇਖੋ ਜਿਹੜਾ ਗੋਰਾ ਰੰਗ ਤੈਨੂੰ ਦਿਸ ਰਿਹਾ ਹੈ, ਜਿਹੜੇ ਗੋਰੇ ਰੰਗ ਨੂੰ ਤੂੰ ਦੇਖ ਕੇ ਪ੍ਰਭਾਵਿਤ ਹੁੰਦਾ ਹੈ, ਜੋ ਸੁੰਦਰ ਲੱਗਦਾ ਹੈ, ਪਰ ਇਹਨੂੰ ਅੰਦਰੋਂ ਦੇਖਿਆ ਤਾਂ ਕੀ ਨਿਕਲਦਾ ਹੈ। ਜਾਂ ਅੰਦਰ ਤਾਂ ਇੱਕ ਸਕੈਲੀਟਨ ਹੀ ਹੈ ਨਾ ਬੰਦਾ, ਉਹ ਤਾਂ ਕੁਝ ਵੀ ਨਹੀਂ ਹੈ, ਇੱਕ ਪਿੰਜਰ ਹੈ। ਤੇ ਉੱਤੇ ਜਿਹੜਾ ਮਾਸ ਦਾ ਲਪੇਟ ਜਿਹੜਾ ਜਿਵੇਂ ਇੱਕ ਕੰਧ ਹੁੰਦੀ ਹੈ, ਉਹਦੇ ਵਿੱਚ ਬ੍ਰਿਕਸ ਹੁੰਦੇ ਨੇ, ਉਹਦੇ ਵਿੱਚ ਹੋਰ ਕੁਝ ਹੁੰਦਾ, ਉੱਤੋਂ ਪਲਾਸਟਰ ਕੀਤਾ ਜਾਂਦਾ ਹੈ। ਉੱਤੋਂ ਤਾਂ ਸੋਹਣਾ ਲੱਗਦਾ, ਫਿਰ ਉੱਤੇ ਪੇਂਟਿੰਗ ਕੀਤੀ ਜਾਂਦੀ ਹੈ, ਕਿੰਨਾ ਸੋਹਣਾ ਲੱਗਦਾ ਹੈ। ਪਰ ਜੇ ਅੰਦਰ ਤੋੜ ਕੇ ਦੇਖਿਆ ਜਾਵੇ ਤਾਂ ਬ੍ਰਿਕਸ ਪਏ ਨੇ ਅੰਦਰ, ਜਿਹੜੇ ਨਹੀਂ ਸੋਹਣੇ ਲੱਗਦੇ। ਇਨ ਵਸਤਨ ਬਿਨ ਹੋਏ ਨਾ ਆਨਾ। ਦੇਖੋ ਇਹ ਵਸਤੂਆਂ ਤੋਂ ਬਗੈਰ ਇਸਤਰੀ ਹੈ ਕੀ। ਇਸਤਰੀ ਵਾਸਤੇ ਜੇ ਉਹਦਾ ਜਿਹੜਾ ਲਸਤ ਇੱਕ ਬੰਦੇ ਵਾਸਤੇ, ਤਾਂ ਉਹਦੇ ਵਿੱਚ ਵੀ ਕੀ ਆ, ਇਹੀ ਕੁਝ ਤਾਂ ਸਾਰਿਆਂ ਵਿੱਚ ਹੈ। ਜਨ ਹੈ ਬਿਲੋਕੇ ਆਏ ਗਿਲਾਨਾ। ਹਾਂ ਦੇਖੋ ਜੇ ਕਿਤੇ ਬੰਦੇ ਨੂੰ ਦੇਖਿਆ ਜਾਵੇ ਬਿਨਾਂ ਸਕਿਨ ਤੋਂ, ਤਾਂ ਬੰਦਾ ਡਰ ਕੇ ਭੱਜ ਜਾਵੇ ਵੀ ਇਹ ਤਾਂ ਕਿਹੜਾ ਰਾਖਸ਼ ਆ ਗਿਆ। ਫਿਰ ਉਹਨੂੰ ਦੇਖੇ ਨੂੰ ਡਰ ਲੱਗਦਾ ਹੈ ਬੰਦਿਆਂ ਨੂੰ। ਹੁਣ ਕਈਆਂ ਨੂੰ ਜੇ ਫੋਟੋ ਦਿਖਾ ਦਈਏ ਉਹ ਡਰ ਜਾਂਦੇ ਨੇ, ਹਾਂਜੀ ਵੀ ਆਹ ਜੀ ਦੇਖੋ ਬੰਦੇ ਦਾ ਕੀ ਹਾਲ ਹੈ, ਇਹਦਾ ਸਕਿਨ ਜੇ ਕੱਢਿਆ ਜਾਵੇ ਐਸਾ ਹੁੰਦਾ ਹੈ, ਵੈਸਾ ਹੁੰਦਾ ਹੈ, ਲੋਕ ਡਰ ਜਾਂਦੇ ਹਨ। ਹੁਣ ਜੇ ਦਾੰਤ ਕਹੇ ਕਲੀ ਸਮਾਨੇ। ਹੁਣ ਜੇ ਤੂੰ ਕਹੇ ਕਿ ਇੱਕ ਦੰਦ ਜਿਹੜੇ ਹੁੰਦੇ ਨਾ, ਇਹਦੀ ਵੀ ਬੜੀ ਸੁੰਦਰਤਾ ਮੰਨੀ ਗਈ ਹੈ। ਕਹਿੰਦੇ ਜੀ ਜੇ ਤੂੰ ਕਵੇਂ ਵੀ ਉਹਦੇ ਦੰਦ ਇੰਨੇ ਚਿੱਟੇ, ਕਲੀ ਦੇ ਫੁੱਲ ਵਰਗੇ ਚਿੱਟੇ। ਹਾਂਜੀ ਲੋਕ ਕਹਿੰਦੇ ਹਨ ਵੀ ਦੰਦ ਜਿਹੜੇ ਚਿੱਟੇ ਜੀ ਉਹਨੇ ਸੋਹਣੇ ਜੀ ਫੁੱਲ ਵਰਗੇ, ਕਲੀ ਵਾਲੇ ਫੁੱਲ ਵਰਗੇ ਚਿੱਟੇ ਹਨ, ਤਾਂ ਫਿਰ ਸੁਣ ਮਾਸ ਬਿਨਾ ਲਿਓ ਹੱਡ ਪਛਾਨੇ। ਦੇਖੋ ਕਹਿੰਦੇ ਉਹ ਕੀ ਹੈ, ਦੰਦ ਉਹ ਚੀਜ਼ ਹੈ ਜਿਵੇਂ ਮਾਸ ਤੋਂ ਬਗੈਰ ਹੱਡ ਹੁੰਦਾ ਹੈ। ਕਹਿੰਦੇ ਇਹ ਵੀ ਤਾਂ ਇੱਕ ਹੱਡੇ ਆ, ਦੰਦ ਵੀ ਤਾਂ ਇੱਕ ਹੱਡ ਹੈ, ਇੱਕ ਬੋਨ ਹੈ ਜਿਹੜਾ ਕਿ ਮਾਸ ਤੋਂ ਬਗੈਰ ਹੈ। ਮੁਖ ਤੇ ਟੂਟ ਜਾਹੇ ਜੇ ਸੋ। ਦੇਖੋ ਜੇ ਦੰਦ ਟੁੱਟ ਜਾਵੇ, ਜੇ ਦੰਦ ਮੂੰਹ ਦੇ ਵਿੱਚੋਂ ਟੁੱਟ ਕੇ ਡਿੱਗ ਪਵੇ, ਚਾਹਤ ਹਾਥ ਨਾ ਛੁਆਇਓ। ਫਿਰ ਉਹ ਦੰਦ ਨੂੰ ਕੋਈ ਚੱਕਣ ਨੂੰ ਤਿਆਰ ਨਹੀਂ ਹੁੰਦਾ, ਆਪਣੇ ਹੱਥ ਵਿੱਚ ਰੱਖਣ ਨੂੰ ਵੀ ਆਪਾਂ ਨੂੰ ਲੱਗਦਾ ਵੀ ਗੰਦਾ ਹੈ, ਮੈਲਾ ਹੈ, ਇਹਨੂੰ ਸੱਟੋ ਪਰਾਂ। ਕੋਈ ਨਹੀਂ ਰੱਖਦਾ ਜੀ ਆਪਣੇ ਹੱਥ ਵਿੱਚ ਦੰਦ। ਥੋੜੋ ਲੋਕ ਆਪਣੇ ਦੰਦ ਦਾ ਲੋਕੇਟ ਬਣਾ ਕੇ ਆਪਣਾ ਜਿਹੜਾ ਹਨ ਨੈਕਲਸ ਪਾਈ ਫਿਰਦੇ ਹਨ। ਕਿਹਨੇ ਬਣਾਇਆ ਐਸਾ ਨੈਕਲਸ? ਨਹੀਂ ਹੈਗਾ ਜੀ। ਦੰਦ ਮੂੰਹ ਵਿੱਚ ਹੁਣ ਲੋਕੀ ਕਹਿੰਦੇ ਬੜੇ ਚਿੱਟੇ ਜੀ, ਬੜੇ ਸੋਹਣੇ। ਇਹ ਸਾਰਾ ਇੱਕ ਦਿਖਾਵਾ ਹੈ, ਇੱਕ ਸ਼ੋ ਹੈ।
ਜਿਹੜਾ ਦੇਖ ਕੇ ਬੰਦਾ ਪ੍ਰਭਾਵਿਤ ਹੋ ਜਾਂਦਾ ਹੈ। ਇਸੇ ਪ੍ਰਕਾਰ ਦੇਹ ਲਖ ਸਾਰੇ। ਦੇਖੋ ਇਸੇ ਪ੍ਰਕਾਰ ਸਾਰੀ ਦੇਹ ਐਸੀ ਹੈ, ਸਾਰਾ ਸਰੀਰ ਹੀ ਐਸਾ ਬਣਿਆ ਹੋਇਆ ਹੈ। ਹਾੜ ਮਾਸ ਹੈ ਰਕਤ ਮਝਾਰੀ। ਦੇਖੋ ਇਹਦੇ ਵਿੱਚ ਹੱਡ ਹੈ, ਮਾਸ ਹੈ, ਲਹੂ ਹੈ, ਪਾਣੀ ਹੈ, ਮਿੱਝ ਹੈ, ਹੋਰ ਕੀ ਇਹਦੇ ਵਿੱਚ? ਵਿਸ਼ਟਾ ਮੂਤਰ ਯੁਕਤ ਦੁਰਗੰਧ। ਫਿਰ ਦੇਖੋ ਇਹਦੇ ਵਿੱਚ ਵਿਸ਼ਟਾ ਗੰਦਗੀ ਹੈ, ਇਹਦੇ ਵਿੱਚ ਮੂਤਰ ਜੋ ਯੂਰੀਨ ਹੈ, ਜੋ ਆਪਣਾ ਜਿਹੜਾ ਹੈ, ਜੋ ਆਪਣਾ ਜਿਹੜਾ ਟਾਇਲਟ ਜਾਂਦੇ ਹਾਂ, ਸਾਰਾ ਤਾਂ ਵਿੱਚੇ ਤੁਰਿਆ ਫਿਰਦਾ ਨਾ ਢਿੱਡ ਦੇ। ਹਾਂਜੀ, ਸਭ ਕੁਝ ਵਿੱਚ ਹੀ ਹੈ। ਹਾਂਜੀ, ਜਦੋਂ ਬਾਹਰ ਆਉਂਦਾ ਲੋਕੀ ਕਹਿੰਦੇ ਗੰਦਾ ਹੈ, ਪਰ ਇਹ ਨਹੀਂ ਪਤਾ ਉਹ ਢਿੱਡ 'ਚ ਚੱਕੀ ਫਿਰਦਾ, ਪਤਾ ਨਹੀਂ ਕਦੋਂ ਆਉਂਦਾ। ਹਾਂਜੀ, ਕਦੋਂ ਆਉਂਦਾ ਉਹ ਢਿੱਡ ਵਿੱਚ ਰਹਿੰਦਾ ਹੈ। ਹਾਂਜੀ, ਉਦੋਂ ਤਾਂ ਆਪਾਂ ਕਹਿੰਦੇ ਮੇਰਾ ਸਰੀਰ ਬੜਾ ਸੋਹਣਾ ਹੈ, ਮੈਂ ਬੜਾ ਸੋਹਣਾ ਹਾਂ, ਪਰ ਇਹ ਨਹੀਂ ਪਤਾ ਜਦੋਂ ਨਿਕਲਦਾ ਉਦੋਂ ਪਤਾ ਲੱਗਦਾ ਨਾ ਜਿਹੜੀ ਬਦਬੂ ਆਉਂਦੀ ਹੈ। ਕਿਹ ਕੋ ਪਿੱਖ ਲੁਭਾਏ ਮਤ ਅੰਦੇ। ਕਹਿਣ ਲੱਗੇ ਫਿਰ ਕਿਹ ਕੋ ਪਿੱਖ। ਇਸ ਕਰਕੇ ਜੇ ਤੂੰ ਗਿਆਨ ਦੀ ਨਿਗਾਹ ਨਾਲ ਇਹ ਗੱਲਾਂ ਦੇਖੇਂਗਾ ਤਾਂ ਫਿਰ ਕਹਿੰਦੇ ਕਿਹੜੀ ਗੱਲ ਨਾਲ ਤੂੰ ਜੁੜਿਆ ਹੋਇਆ ਹੈ। ਸਰੀਰ ਆਖਿਰਕਾਰ ਤਾਂ ਉਹੀ ਚੀਜ਼ ਹੈ ਨਾ। ਕਹਿਣਗੇ ਮਤ ਅੰਧੇ ਵਾਲੇ ਪਿੱਛੇ ਲੱਗਦੇ ਹਨ। ਮੁਖ ਮੈਂ ਥੂਕ ਸੀਂਡ ਬਹੁ ਨਾਸਾ। ਦੇਖੋ ਜੇ ਮੁਖ ਨੂੰ ਕਹੂੰਗਾ, ਮੂੰਹ ਜਿਹੜਾ ਹੈ ਕਹਿੰਦਾ ਇਹਦੇ ਵਿੱਚੋਂ ਥੁੱਕ ਆਈ ਰਹਿੰਦਾ ਹੈ, ਮੱਲੋ ਮੱਲੀ ਥੁੱਕ ਪਿਆ ਰਹਿੰਦਾ ਹੈ ਵਿੱਚ। ਫਿਰ ਸੀਂਡ ਆਉਂਦਾ ਹੈ। ਹਾਂਜੀ, ਲੋਕ ਸੀਂਡ ਕਰਦੇ ਰਹਿੰਦੇ ਹਨ, ਕੋਈ ਨੱਕ ਦੇ ਵਿੱਚ ਸੀਂਡ ਲਈ ਫਿਰਦਾ, ਕੋਈ ਮੂੰਹ ਵਿੱਚ ਲਈ ਫਿਰਦਾ ਹੈ। ਉੱਪਰ ਚਰਮ ਬਾਲ ਹੈ ਰਾਸਾ। ਹਾਂ, ਉੱਤੇ ਉੱਪਰ ਚਾਮ, ਉੱਤੇ ਸੋਹਣਾ ਚੰਮ ਬੰਨਿਆ ਹੋਇਆ ਹੈ। ਹਾਂਜੀ, ਸੋਹਣੀ ਸਕਿਨ ਲੱਗੀ ਹੋਈ ਹੈ। ਇਸ ਕਰਕੇ ਲੋਕੀ ਪਾਊਡਰ ਸ਼ਾਊਡਰ ਲਾਉਂਦੇ ਰਹਿੰਦੇ ਹਨ। ਹਾਂਜੀ, ਲੋਸ਼ਨ ਲਾਉਂਦੇ ਰਹਿੰਦੇ ਹਨ ਵੀ ਮੇਰੀ ਸਕਿਨ ਠੀਕ ਰਵੇ, ਠੀਕ ਰਵੇ, ਪਰ ਅੰਦਰ ਤਾਂ ਸਾਰੀ ਮੈਲ ਹੀ ਹੈ। ਹੇ ਨ੍ਰਿਪ ਇਸ ਪ੍ਰਕਾਰ ਉਰ ਧਾਰ ਹੋ। ਦੇਖੋ ਹੇ ਨਿਰਭ, ਹੇ ਰਾਜਨ, ਐਸਾ ਤੂੰ ਗੱਲ ਨੂੰ ਸਮਝਣਾ ਕਰ, ਅਸਲੀਅਤ ਨੂੰ ਵੀ। ਅਸਲੀਅਤ ਵਿੱਚ ਆਪਾਂ ਕੀ ਹਾਂ? ਵਸਤ ਕੌਣ ਸੀ ਭਲੀ ਵਿਚਾਰ ਹੋ। ਇਸ ਕਰਕੇ ਤੂੰ ਵਿਚਾਰ ਕਰਕੇ ਦੇ, ਜਿਹੜੀ ਇਸਤਰੀ ਵਿੱਚ ਤੂੰ ਇੰਨਾ ਲਸਤ ਕਰਦਾ ਹਾਂ, ਇੰਨੀ ਕਾਮ ਵਾਸ਼ਨਾ ਤੂੰ ਕਰਦਾ ਹਾਂ, ਇਸਤਰੀ ਵਿੱਚ ਹੈ ਕੀ? ਤਾਂ ਇਹੀ ਚੀਜ਼ ਹੈ। ਚੰਗੀ ਤਰ੍ਹਾਂ ਵਿਚਾਰ ਕਰਕੇ ਦੇਖ। ਮਹਾ ਦੁਰਗੰਧ ਮੰਦਨੀ ਸੋ। ਮਹਾ ਦੁਰਗੰਧ ਹੈ ਜੀ। ਇਹ ਸਰੀਰ ਵਿੱਚੋਂ ਨਿਕਲਦਾ ਕੀ ਹੈ ਜੀ? ਬਦਬੂ ਹੀ ਆਉਂਦੀ ਹੈ ਨਾ, ਗੰਦ ਹੀ ਨਿਕਲਦਾ ਹੈ ਸਰੀਰ ਚੋਂ, ਹੋਰ ਕੀ ਨਿਕਲਦਾ ਹੈ? ਇਹਦੇ ਵਿੱਚੋਂ ਕਿਸੇ ਨੇ ਫੁੱਲ ਨਿਕਲਦੇ ਦੇਖੇ ਆ? ਹਾਂਜੀ, ਜਾਂ ਕਿਸੇ ਨੇ ਕੋਈ ਜਿਹੜਾ ਚੰਦਨ ਨਿਕਲਦਾ ਦੇਖਿਆ? ਹਾਂਜੀ, ਜੋ ਵੀ ਕੁਝ ਆਉਂਦਾ ਸਰੀਰ ਤੋਂ, ਢਕਾਰ ਆਵੇ ਜਾਂ ਹੋਰ ਜਿਹੜੀ ਹੈ ਭੈੜੀ ਬਦਬੂ ਆਵੇ। ਹਾਂਜੀ, ਕਈ ਲੋਕ ਤਾਂ ਹਵਾਈ ਕੱਢਦੇ ਰਹਿੰਦੇ ਹਨ, ਕਈ ਸੀਂਡ ਜਾ ਲਈ ਫਿਰਦੇ ਹਨ, ਕਈ ਕੁਛ ਨਾ ਕੁਛ ਕਰਦੇ ਹੀ ਰਹਿੰਦੇ, ਕਈਆਂ ਨੂੰ ਮੁੜਕਾ ਹੀ ਆਇਆ ਰਹਿੰਦਾ 24 ਘੰਟੇ। ਹਾਂਜੀ, ਇਹ ਸਾਰੀ ਬਦਬੂ ਹੈ, ਇਹ ਮੰਦੀਆਂ ਚੀਜ਼ਾਂ ਅੰਦਰੋਂ ਨਿਕਲਦੀਆਂ ਹਨ। ਹੈ ਨਾਰ ਕੀ ਪ੍ਰੀਤ ਹੈ ਜੋ। ਸੋ ਕਿ ਹੈ ਨਾਰ ਕੀ ਪ੍ਰੀਤ ਜੋ। ਕਹਿਣਗੇ ਇਸੇ ਕਰਕੇ ਇਹ ਪ੍ਰੀਤ ਜਿਹੜੀ ਨਾਰ ਦੀ ਤੂੰ ਕੀਤੀ ਹੈ, ਤੂੰ ਤਾਂ ਸਿਰਫ ਚੰਮ ਦਾ ਸਵਾਦ ਲੈ ਰਿਹਾ ਨਾ। ਤੂੰ ਇਸਤਰੀ ਨੂੰ ਪਰਮੇਸ਼ਰ ਰੂਪ ਕਰਕੇ ਤਾਂ ਨਹੀਂ ਨਾ ਜਾਣਿਆ, ਤੂੰ ਇਸਤਰੀ ਨੂੰ ਇੱਕ ਜਿਹੜੀਆਂ ਹਨ ਇੱਕ ਵਸਤੂ ਕਰਕੇ ਤੂੰ ਜਾਣਿਆ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਵੀ ਤੂੰ ਇਸਤਰੀ ਨੂੰ ਇੱਕ ਵਸਤੂ ਕਰਕੇ ਨਾ ਜਾਣ। ਜਿਹੜਾ ਹਨ ਇਸਤਰੀ ਵੀ, ਉਹਦੇ ਵਿੱਚ ਵੀ ਉਹੀ ਭਾਵਨਾ ਜਿਵੇਂ ਤੇਰੇ ਵਿੱਚ ਹੈ। ਤੂੰ ਇਸਤਰੀ ਨੂੰ ਵਰਤ ਨਾ, ਕਿਉਂਕਿ ਇਸਤਰੀ ਵੀ ਇੱਕ ਜਿਹੜੀ ਹਨ ਹਿਊਮਨ ਹੈ, ਉਹਦਾ ਵੀ ਤੂੰ ਰਿਸਪੈਕਟ ਕਰ, ਉਹਦਾ ਵੀ ਕੋਈ ਦੀਨ ਹੈ, ਕੋਈ ਉੱਨ ਹੈ। ਇਸ ਕਰਕੇ ਤੂੰ ਸਿਰਫ ਜੇ ਚੰਮ ਨੂੰ ਦੇਖਦਾ ਹਾਂ ਤਾਂ ਤੇਰੇ ਵਿੱਚ ਵਿਕਾਰ ਆਉਂਦੇ ਹਨ। ਸੋ ਮਹਾਰਾਜ ਨੇ ਇੱਥੇ ਆਪਾਂ ਨੂੰ ਦੱਸਿਆ ਕਿ ਜੇ ਕਾਮ ਨੂੰ ਹਟਾਉਣਾ ਹੋਵੇ ਤਾਂ ਇਹ ਤਰੀਕਾ ਹੈ। ਇਹ ਗਿਆਨ ਦੀ ਦ੍ਰਿਸ਼ਟੀ ਨਾਲ ਦੇਖੇ ਤਾਂ ਕਾਮ ਹਟ ਜਾਂਦਾ ਹੈ, ਕਿਉਂਕਿ ਕਾਮ ਜਿਹੜੀ ਚੀਜ਼ ਹੈ ਸਿਰਫ ਸਕਿਨ ਤੱਕ ਪਹੁੰਚਦੀ ਹੈ। ਜੋ ਪ੍ਰਤੱਖ ਹੀ ਅਹੈ ਮਲੀਨੀ। ਜੋ ਪ੍ਰਤੱਖ ਕਰਕੇ ਵੀ ਜਿਹੜੀ ਹਨ ਮਲੀਨਤਾ ਵਿੱਚ ਹੈ, ਜੋ ਪ੍ਰਤੱਖ ਕਰਕੇ ਵੀ ਉਹਦੇ ਵਿੱਚੋਂ ਬਦਬੂ ਆਉਂਦੀ ਹੈ, ਤੋ ਜਿਹੜਾ ਹਨ ਫਿਰ ਅੰਦਰੋਂ ਕੀ ਹੋਵੇਗਾ? ਬਹੁਰ ਸੁਨੋ ਪਰ ਤੇ ਰਤ ਕੀਨੀ। ਤੇ ਕਹਿੰਦੇ ਫੇਰ ਤੂੰ ਸੁਣ ਲਾ ਰਾਜਨ, ਤੈਨੂੰ ਇੱਕ ਹੋਰ ਗੱਲ ਦੱਸਦੇ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਤੂੰ ਪਰਾਈ ਇਸਤਰੀ ਦਾ ਸੰਗ ਕਰਦਾ ਹਾਂ, ਸੋ ਪਾਵਤ ਹੈ ਨਰਕ ਮਝਾਰੀ। ਦੇਖੋ ਕਿਹੜੀ ਗੱਲ ਇੱਥੇ ਮੁੱਕ ਨਹੀਂ ਜਾਣੀ। ਹੇ ਰਾਜਨ, ਤੂੰ ਜਾਏਗਾ ਨਰਕਾਂ ਦੇ ਵਿੱਚ। ਨਰਕਾਂ ਦੇ ਵਿੱਚ ਜਾ ਕੇ ਜਿਹੜਾ ਹੈ ਸੇਤਾ ਲਾਝੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਹਨ, ਕਹਿੰਦੇ ਜੋ ਜਿਹੜੇ ਹਨ ਪਰ ਇਸਤਰੀ ਨੂੰ ਗਮਨ ਕਰਦੇ ਹਨ, ਜੋ ਪਰ ਇਸਤਰੀ ਦਾ ਸੰਗ ਕਰਦੇ ਹਨ, ਉਹਨਾਂ ਨੂੰ ਨਰਕਾਂ ਦੇ ਵਿੱਚ ਜਿਹੜਾ ਹਨ ਉਬਲਦੇ ਜਿਹੜਾ ਹਨ ਤੇਲ ਦੇ ਵਿੱਚ ਉਹਨਾਂ ਦੇ ਪਕੌੜੇ ਬਣਾਏ ਜਾਂਦੇ ਹਨ, ਉਹਨਾਂ ਨੂੰ ਤਲਿਆ ਜਾਂਦਾ ਹੈ। ਸੇਤਾ ਲਾਝੀ ਹੈ, ਉਹਨਾਂ ਨੂੰ ਤਲਿਆ ਜਾਂਦਾ ਹੈ, ਉਹਨਾਂ ਨੂੰ ਤਲ ਕੇ ਕੱਢਿਆ ਜਾਂਦਾ। ਐਸੀ ਜਿਹੜੀ ਹੈ ਉਹਨਾਂ ਨੂੰ ਸਜ਼ਾ ਮਿਲਦੀ ਹੈ। ਜਮ ਕੇ ਦੂਤ ਦੇਤ ਦੁਖ ਭਾਰੀ। ਫੇਰ ਕਹਿੰਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜਮਦੂਤ ਕੁੱਟਦੇ ਲਿਜਾਂਦੇ ਹਨ, ਕੁੱਟ ਕੇ ਲਿਜਾਂਦੇ ਹਨ। ਦੇਖੋ ਇਹ ਉਹੀ ਹਿਸਾਬ ਹੈ ਜਿਵੇਂ ਕੋਈ ਰੇਪਿਸ ਹੁੰਦਾ ਹੈ ਨਾ, ਜਦੋਂ ਜੇਲ੍ਹ ਨੂੰ ਜਾਂਦਾ ਹੈ, ਉਹ ਜੇਲ੍ਹ ਦੇ ਵਿੱਚ ਬੈਠੇ ਇਨਮੇਟਸ ਵੀ ਉਹਨੂੰ ਕੁੱਟ ਦਿੰਦੇ ਹਨ ਵੀ ਤੂੰ ਐਸਾ ਭੈੜਾ ਕਰਮ ਕਰਕੇ ਆਇਆ ਹੈ। ਇਸੇ ਪ੍ਰਕਾਰ ਜਦੋਂ ਬੰਦਾ ਮਰਦਾ ਹੈ ਨਾ, ਕਹਿੰਦੇ ਮਰਨ ਸਾਰੇ ਜਮਦੂਤ ਉਹਨੂੰ ਫੜ ਕੇ ਪਹਿਲਾਂ ਕੁੱਟਦੇ ਹਨ। ਨਰਕਾਂ ਦੀ ਸਜ਼ਾ ਤਾਂ ਬਾਅਦ ਵਿੱਚ ਮਿਲਣੀ ਹੈ, ਉਹਨੂੰ ਜਮਦੂਤੇ ਕੁੱਟਦੇ ਲਿਜਾਂਦੇ ਹਨ। ਪਰ ਲੋਹੇ ਕੀ ਤੀਤ ਪਾਵੈ। ਦੇਖੋ ਕਹਿੰਦੇ ਉੱਥੇ ਨਰਕਾਂ ਦੇ ਵਿੱਚ ਕੀ ਹੋਵੇਗਾ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕ ਇਸਤਰੀ ਹੋਵੇਗੀ ਜੋ ਲੋਹੇ ਦੀ ਬਣੀ ਹੋਏਗੀ, ਜੋ ਲੋਹੇ ਦੀ ਇੱਕ ਇਸਤਰੀ ਨੂੰ ਬਣਾ ਕੇ ਉਹਨੂੰ ਤਪਾਇਆ ਜਾਂਦਾ ਹੈ,
ਉਹਨੂੰ ਗਰਮ ਕੀਤਾ ਜਾਂਦਾ, ਅੱਗ ਲਾ ਕੇ ਲਾਲ ਕੀਤਾ ਜਾਂਦਾ ਉਹ ਲੋਹਾ। ਬਾਂਧ ਤਾਹੇ ਗਰ ਸੰਗ ਲਗਾਵੈ। ਫਿਰ ਕੀ ਕਰਦੇ ਹਨ ਨਰਕਾਂ ਦੇ ਵਿੱਚ? ਬੰਦੇ ਨੂੰ ਉਸ ਗਰਮ ਲੋਹੇ ਦੇ ਨਾਲ ਜਾ ਕੇ ਬੰਨ੍ਹ ਦਿੰਦੇ ਹਨ, ਉਹਨੂੰ ਸਾੜਦੇ ਹਨ। ਫਿਰ ਹੌਲੀ ਹੌਲੀ ਉਹਨੂੰ ਐਨ ਤੱਤੀ ਗਰਮ ਕਰਕੇ, ਇਸਤਰੀ ਦਾ ਰੂਪ ਬਣਾ ਕੇ ਗਰਮ ਕਰਕੇ, ਉਹ ਲੋਹੀ ਦੀ ਤਾਂ ਹੁੰਦੀ ਹੈ, ਉਹ ਬੰਦੇ ਨੂੰ ਜਾ ਕੇ ਉੱਥੇ ਜੋੜ ਦਿੰਦੇ ਹਨ ਵੀ ਇੱਥੇ ਜੁੜਿਆ ਰਹਿ ਹੁਣ ਤੋਂ, ਹਾਂਜੀ ਸੜਦਾ ਰਹਿ, ਹੁਣ ਤੈਨੂੰ ਇਹੀ ਤਾਂ ਚਾਹੀਦਾ ਸੀ। ਉਹ ਤੇ ਕਸ਼ਟ ਬਹੁ ਕਰਤ ਪੁਕਾਰਾ। ਇਸ ਕਰਕੇ ਉੱਥੇ ਬਹੁਤ ਕਸ਼ਟ, ਨਰਕਾਂ ਵਿੱਚ ਬੰਦਾ ਚੀਕਾਂ ਮਾਰਦਾ ਹੈ, ਬੜਾ ਦੁਖੀ ਹੁੰਦਾ ਹੈ, ਬੜੀ ਪੁਕਾਰ ਕਰਦਾ ਹੈ, ਪਰ ਸੁਣੇ ਕੌਣ ਹੁਣ? ਬਹੁਰ ਕਰ ਹੈ ਜਮ ਡੰਡਨ ਮਾਰਾ। ਫਿਰ ਜਿਹੜਾ ਜਮਾਂ ਦੀ ਡੰਡ ਤਾਂ ਅੱਡ ਚੀਜ਼ ਹੈ, ਫਿਰ ਜਮ ਜਿਹੜੇ ਹਨ ਬੜੇ ਡੰਡ ਮਾਰਦੇ ਹਨ, ਬੜਾ ਡੰਡ ਦਿੰਦੇ ਹਨ। ਛਿਨਕ ਜੇ ਮਨ ਸੁਖ ਪਾਵ ਹੈ ਕਾਮੀ। ਦੇਖੋ ਕਹਿੰਦੇ ਕਾਮੀ ਨੂੰ ਥੋੜੇ ਸਮੇਂ ਦਾ ਹੀ ਸੁੱਖ ਮਿਲਦਾ ਹੈ। ਕਿੰਨਾ ਕੁ ਸੁੱਖ ਹੈ ਕਾਮ ਦਾ? ਕਹਿੰਦੇ ਬਹੁਤ ਥੋੜਾ ਹੈ, ਬਹੁਤ ਥੋੜੇ ਸਮੇਂ ਦਾ ਸੁੱਖ ਹੈ। ਚਿਰੰਕਾਲ ਦੁਖ ਨਾਰਕ ਗਾਮੀ। ਪਰ ਕਹਿੰਦੇ ਜਿਹੜਾ ਦੁੱਖ ਹੈ ਇਹ ਚਿਰੰਕਾਲ ਹੈ, ਇਹ ਬੜਾ ਲੰਮਾ ਦੁੱਖ ਮਿਲਦਾ ਹੈ, ਬਹੁਤ ਲੰਮੇ ਸਮੇਂ ਤੱਕ ਬੰਦਾ ਸੜਦਾ ਰਹਿੰਦਾ ਨਰਕਾਂ ਦੇ ਵਿੱਚ। ਅਨੇਕ ਪ੍ਰਕਾਰ ਤਾੜਨਾ ਸਹੀ। ਤੇ ਬਹੁਤ ਪ੍ਰਕਾਰ ਦੀ ਤਾੜਨਾ ਉਹਨੂੰ ਸਹਿਣੀ ਪੈਂਦੀ ਹੈ। ਸਿਮਰਤ ਵੇਦ ਪੁਰਾਨ ਅਸ ਕਹੇ। ਇਹ ਗੱਲਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਨਹੀਂ ਕਹਿ ਰਹੇ, ਸਿਮਰਤੀਆਂ ਵੀ ਕਹਿ ਰਹੀਆਂ ਨੇ, ਵੇਦਾਂ ਵਿੱਚ ਵੀ ਲਿਖਿਆ ਹੋਇਆ, ਪੁਰਾਣਾਂ ਵਿੱਚ ਵੀ ਲਿਖਿਆ ਹੋਇਆ ਹੈ। ਸਾਰੇ ਧਰਮ ਗ੍ਰੰਥ ਦੁਨੀਆ ਦੇ, ਸਾਰਾ ਦੁਨੀਆ ਦਾ ਗਿਆਨ ਇਹ ਗੱਲ ਨੂੰ ਦੱਸਦਾ ਹੈ। ਸੋ ਕੈਨੋਟ ਬੀ ਰੋਂਗ। ਤੇ ਸਭ ਤੋਂ ਵੱਡੀ ਤਾਂ ਗੱਲ ਇਹ, ਗੁਰੂ ਨਾਨਕ ਸਾਹਿਬ ਜੀ ਨੇ ਆਪ ਉਹਨੂੰ ਇਹ ਉਪਦੇਸ਼ ਦਿੱਤਾ, ਕਿਵੇਂ ਗਲਤ ਹੋ ਸਕਦਾ ਹੈ? ਇਹੀ ਕੁਛ ਤਾਂ ਹੁੰਦਾ ਹੈ। ਹੁਣ ਲੋਕਾਂ ਨੇ ਜਿਹੜੇ ਹਨ ਪਾਪ ਕਰਦਿਆਂ ਨੇ, ਜੋ ਲੋਕ ਪਾਪ ਕਰਦੇ ਆ ਨਾ, ਉਹ ਬੜੇ ਮਾਣ ਨਾਲ ਇਹ ਗੱਲ ਅੱਜ ਕੱਲ੍ਹ ਕਹਿੰਦੇ ਹਨ, ਕੋਈ ਹੈਵਨ ਕੋਈ ਹੈਲ ਨਹੀਂ ਹੈਗਾ, ਦੇਅਰਸ ਨੋ ਹੈਵਨ, ਦੇਅਰਸ ਨੋ ਹੈਲ, ਬਿਕੋਜ਼ ਉਹਨਾਂ ਨੂੰ ਪਤਾ ਹੈ ਜੋ ਕਾਰਜ ਉਹ ਕਰ ਰਹੇ ਹਨ ਉਹ ਨਰਕਾਂ ਨੂੰ ਜਾਣ ਵਾਲੇ ਹਨ। ਇਸ ਕਰਕੇ ਉਹ ਕੀ ਕਰਦੇ ਹਨ, ਉਹਨਾਂ ਨੇ ਜਿਹੜਾ ਹੈ ਆਪਣੇ ਆਪ ਨੂੰ ਬਚਾਉਣ ਵਾਸਤੇ ਉਹ ਕਹਿ ਦਿੰਦੇ ਹੀ ਨਹੀਂ, ਨਰਕ ਹੈ ਨਹੀਂ ਜੀ, ਮੈਂ ਇੱਥੇ ਜੋ ਮਰ ਜਾ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਕਹਿੰਦੇ ਉਹ ਤਾਂ ਇਹ ਕਹਿੰਦੇ ਵੀ ਅਗਲਾ ਕਿਹਨੇ ਦੇਖਿਆ, ਇਹ ਜੱਗ ਬੜਾ ਮਿੱਠਾ ਹੈ, ਮਾਣ ਲਓ ਜਿਹੜੇ ਰੰਗ ਮਾਣਨੇ ਹਨ, ਅੱਗੇ ਤੈਨੂੰ ਕਿਹਨੇ ਪੁੱਛਣਾ ਹੈ। ਹਾਂਜੀ, ਪਰ ਐਸਾ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਕਲੀਅਰਲੀ ਇੱਥੇ ਦੱਸਿਆ ਹੈ, ਬਾਣੀ ਵੀ ਇਹ ਗੱਲ ਆਪਾਂ ਨੂੰ ਬਹੁਤ ਕਲੀਅਰ ਨਾਲ ਦੱਸਦੀ ਹੈ, ਇਹਦੀ ਸਜ਼ਾ ਬਹੁਤ ਵੱਡੀ ਹੈ। ਬਚਨ ਸੁਨੇ ਨਰੇ ਪਸੋਨ ਮਝਾਰੇ। ਜਦੋਂ ਇਹ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਣੇ ਕੰਨਾਂ ਦੇ ਨਾਲ, ਰਾਜੇ ਨੇ ਭਲੀ ਰੀਤ ਸੋ ਚੀਤ ਵਿਚਾਰੇ, ਉਹਨੇ ਆਪਣੇ ਭਲੀ ਰੀਤੀ ਦੇ ਨਾਲ ਬਚਨ ਜਿਹੜੇ ਹਨ ਗੁਰੂ ਨਾਨਕ ਸਾਹਿਬ ਜੀ ਦੇ, ਉਹਨਾਂ ਨੇ ਵਿਚਾਰ ਕੀਤੀ ਰਾਜੇ ਨੇ ਆਪਣੇ ਮਨ ਵਿੱਚ। ਲਖੇ ਆਪਨੇ ਕਲਮਲ ਭਾਰੀ। ਫਿਰ ਉਹਨੇ ਜਾਣਿਆ ਕਿ ਮੈਂ ਤਾਂ ਵੱਡਾ ਪਾਪੀ ਹਾਂ, ਮੇਰੇ ਤੋਂ ਤਾਂ ਬਹੁਤ ਵੱਡਾ ਪਾਪ ਹੋ ਗਏ ਹੁਣ ਤੱਕ, ਮੈਂ ਤਾਂ ਬੜੇ ਪਾਪ ਕੀਤੇ ਹਨ। ਭਰਿਓ ਚਰਨ ਪਰ ਗੁਰੂ ਅਗਾਰੇ। ਪੈ ਗਿਆ ਚਰਨਾਂ ਤੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਉਹ ਰਾਜਾ। ਹੁਣ ਉਹ ਅਜਾਨ ਬਹੁ ਪਾਪ ਕਮਾਤੇ। ਹੁਣ ਤਰਲੇ ਕੱਢਣ ਲੱਗਿਆ ਕਿ ਮੈਂ ਅਣਜਾਣ ਹਾਂ, ਮੈਨੂੰ ਪਤਾ ਨਹੀਂ ਸੀ ਮਹਾਰਾਜ ਐਡੀ ਵੱਡੀ ਸਜ਼ਾ ਹੈ, ਮੈਂ ਜਾਣਿਆ ਮੈਂ ਰਾਜਾ, ਮੈਂ ਜੋ ਮਰਜ਼ੀ ਕਰ ਸਕਦਾ ਹਾਂ, ਮੈਂ ਇਹ ਜਿਹੜਾ ਹਨ ਪਾਪ ਵਾਸਤੇ ਜਿਹੜਾ ਸਬਜੈਕਟਡ ਨਹੀਂ ਹੋਵਾਂਗਾ। ਪਰ ਪਾਤਸ਼ਾਹ ਮੇਰੇ ਤੋਂ ਤਾਂ ਬਹੁਤ ਪਾਪ ਹੋ ਗਏ ਹੁਣ। ਬਚਨ ਤੁਮਾਰੇ ਤੇ ਮੈਂ ਜਾਤੇ। ਮਹਾਰਾਜ ਤੁਹਾਡੇ ਬਚਨਾਂ ਕਰਕੇ, ਤੁਹਾਡੇ ਉਪਦੇਸ਼ ਨਾਲ ਮੈਂ ਆਪਣਾ ਪਾਪ ਜਾਣਿਆ ਹੈ ਵੀ ਮੇਰੇ ਤੋਂ ਪਾਪ ਹੋਇਆ ਹੈ। ਕਿਰਪਾ ਧਾਰ ਬਖਸ਼ੋ ਮੁਝ ਅਬ। ਮਹਾਰਾਜ ਕਿਰਪਾ ਕਰਕੇ ਮੈਨੂੰ ਮੁਆਫ ਕਰ ਲਓ, ਮੈਨੂੰ ਬਖਸ਼ ਦਿਓ ਹੁਣ। ਔਰ ਕੁਰੀਤ ਕਰੋ ਨਾ ਕਬ ਹੀ। ਮੈਂ ਹੁਣ ਅੱਗੇ ਨੂੰ ਨਹੀਂ ਐਸਾ ਕੰਮ ਕਰਾਂਗਾ, ਮੈਂ ਇਹ ਕੰਮ ਕਿਤੇ ਵੀ ਆਪਣੀ ਜ਼ਿੰਦਗੀ ਵਿੱਚ ਨਹੀਂ ਕਰਾਂਗਾ ਅੱਗੇ ਨੂੰ। ਸੁਣ ਕਰ ਭਏ ਪ੍ਰਸੰਨ ਕਿਰਪਾਲਾ। ਇਹ ਉਹਦੇ ਬੇਨਤੀ ਵਾਲੇ ਤਰਲੇ ਸੁਣ ਕਰਕੇ ਗੁਰੂ ਨਾਨਕ ਸਾਹਿਬ ਜੀ ਪ੍ਰਸੰਨ ਹੋਏ, ਕਿਰਪਾ ਦੇ ਘਰ ਵਿੱਚ ਆਏ। ਕਹੇ ਬਚਨ ਸੁਣੀਏ ਨਰਪਾਲਾ। ਮਹਾਰਾਜ ਨੇ ਬਚਨ ਕੀਤੇ, ਕਹੇ ਬਚਨ। ਮਹਾਰਾਜ ਕਹਿੰਦੇ ਹਨ, ਹੇ ਨਿਰਪਾਲਾ, ਹੇ ਰਾਜਨ, ਇੱਕ ਗੱਲ ਸੁਣ ਹੁਣ। ਅੱਗੇ ਕਰੋ ਪਾਪ ਨਹਿ ਕੋਈ। ਕਹਿਣਗੇ ਦੇਖੀ ਰਾਜੇ, ਅੱਗੇ ਨੂੰ ਤੂੰ ਕੋਈ ਪਾਪ ਨਹੀਂ ਐਸਾ ਕਰਨਾ, ਪਿਛਲੇ ਕਰੇ ਜੋ ਬਖਸ਼ੇ ਸੋਈ। ਜੋ ਤੂੰ ਪਿੱਛੇ ਕੀਤੇ ਉਹ ਅਸੀਂ ਮੁਆਫ ਕਰ ਦਿੰਦੇ ਆ ਤੇਰੇ। ਅੱਜ ਤੋਂ ਬਾਅਦ ਤੈਨੂੰ ਬਖਸ਼ ਦਿੱਤਾ ਅਸੀਂ, ਤੇ ਪਿਛਲੇ ਕੀਤੇ ਹੋਏ ਕਰਮਾਂ ਨੂੰ ਅਸੀਂ ਮੁਆਫ ਕੀਤਾ, ਬਖਸ਼ਿਆ ਗਿਆ ਤੂੰ, ਪਰ ਅੱਗੇ ਨੂੰ ਨਹੀਂ ਤੂੰ ਕਰਨਾ। ਇਹ ਗੱਲ ਵੀ ਨੋਟ ਕਰ ਲਿਓ। ਕਈ ਲੋਕ ਹਨ ਇੱਕ ਵਾਰ ਜਿਹੜਾ ਹੈ ਉਹ ਕਹਿੰਦੇ ਹਨ ਵੀ ਅਸੀਂ ਬਖਸ਼ੇ ਜਾਈਏ, ਬਖਸ਼ ਕੇ ਫਿਰ ਉਹ ਪੁੱਠੇ ਸਿੱਧੇ ਕੰਮ ਕਰ ਲੈਣ, ਸਾਲ ਬਾਅਦ ਫਿਰ ਜਾ ਕੇ ਗੰਗਾ ਤੇ ਇਸ਼ਨਾਨ ਕਰ ਲੈਂਦੇ ਨੇ। ਹਾਂਜੀ ਵੀ ਸਾਡੇ ਪਾਪ ਹੁਣ ਠੀਕ ਹੋ ਜਾਣਗੇ। ਕਈ ਆਪਣੇ ਵੀ ਸਿੱਖ ਐਸੇ ਨੇ ਸਾਰਾ ਸਾਲ ਪਾਪ ਕਰਦੇ ਰਹਿੰਦੇ ਨੇ, ਜਾ ਕੇ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਜਾ ਕੇ ਇਸ਼ਨਾਨ ਕਰ ਲਿਆ, ਕਹਿੰਦੇ ਹਾਂ ਹੁਣ ਉਹ ਠੀਕ ਹੋ ਗਏ, ਜਾ ਕੇ ਫਿਰ ਉਹੀ ਜਿਹੜਾ ਹਨ ਕਰਤੂਤਾਂ ਸ਼ੁਰੂ ਕਰ ਦਿੰਦੇ ਨੇ। ਪਰ ਐਸਾ ਨਹੀਂ ਕਰਨਾ। ਇਹਦੀ ਸ਼ਰਤ ਇਹ ਹੈ ਜਦੋਂ ਬਖਸ਼ੇ ਜਾਂਦੇ ਹਾਂ ਮੁੜ ਕੇ ਉਹ ਪਾਪ ਨਹੀਂ ਕਰਨਾ। ਸਤਨਾਮ ਸਿਮਰੋ ਮਨ
ਮਨ ਲਾਏ। ਤੇ ਮਹਾਰਾਜ ਨੇ ਉਪਦੇਸ਼ ਦਿੱਤਾ ਵੀ ਸਤਨਾਮ ਪਰਮੇਸ਼ਰ ਦਾ ਨਾਮ ਵਾਹਿਗੁਰੂ ਸਿਮਰਨ ਕਰੋ। ਪੁਰ ਮਹਿ ਲਿਹੋ ਧਰਮਸਾਲ ਬਣਾਏ। ਤੇ ਮਹਾਰਾਜ ਨੇ ਹੁਕਮ ਕੀਤਾ ਵੀ ਇੱਥੇ ਪੁਰ ਦੇ ਵਿੱਚ ਜਿਹੜੀ ਹੈ ਭੂਤਾਨ ਦੇ ਵਿੱਚ ਇੱਕ ਧਰਮਸਾਲ ਬਣਾਓ ਤੁਸੀਂ, ਸਤ ਸੰਗਤ ਤਹਿ ਕਰੋ ਮਹਾਨੀ। ਤੇ ਉੱਥੇ ਜਾ ਕੇ ਸਤਸੰਗ ਕਰਨੀਆਂ ਦੋਨੋਂ ਵਕਤ। ਹਰ ਮਹਿਮਾ ਗਾਵੋ ਗੁਣ ਖਾਨੀ। ਧਰਮਸਾਲ ਦੇ ਵਿੱਚ ਪਰਮੇਸ਼ਰ ਦੀ ਪ੍ਰੇਸ ਕਰਨੀ ਹੈ, ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਹੈ, ਤੇ ਐਸਾ ਜਿਹੜਾ ਗੁਣ ਖਾਨੀ ਗੁਣਾ ਦਾ ਟ੍ਰੈਸ਼ਰ ਪਰਮਾਤਮਾ ਹੈ ਉਸ ਨੂੰ ਹਮੇਸ਼ਾ ਚੇਤੇ ਰੱਖਣਾ ਹੈ। ਅਸ ਉਪਦੇਸ਼ ਸੀਖ ਲਿਆ ਜਬ ਹੀ। ਜਦੋਂ ਐਸਾ ਉਪਦੇਸ਼ ਉਸ ਰਾਜੇ ਨੇ ਸਿੱਖਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸਿੱਖਿਆ ਲਈ, ਪਾਹੁਲ ਪਗ ਕੀ ਦੀਨੀ ਤਬ ਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨੂੰ ਚਰਨਾ ਅੰਮ੍ਰਿਤ ਦਿੱਤਾ। ਮਹਾਰਾਜ ਨੇ ਆਪਣਾ ਗੁੱਠਾ ਪਾਣੀ ਨਾਲ ਛੁਹਾ ਕੇ ਉਸ ਰਾਜੇ ਨੂੰ ਪਿਲਾਇਆ ਤੇ ਆਪਣਾ ਸਿੱਖ ਬਣਾਇਆ। ਕਰੇ ਸਿੱਖ ਆਪਣੇ ਨਰ ਬ੍ਰਿੰਦਾ। ਦੇਖੋ ਫਿਰ ਰਾਜੇ ਦੇ ਨਾਲ ਬੜੇ ਸਾਰੇ ਲੋਕ ਉਸ ਨਗਰ ਦੇ, ਉਹਨਾਂ ਨੇ ਵੀ ਅੰਮ੍ਰਿਤ ਛਕਿਆ, ਚਰਨਾ ਅੰਮ੍ਰਿਤ ਛਕ ਕੇ ਉਹ ਵੀ ਗੁਰਸਿੱਖ ਬਣੇ। ਸਤਨਾਮ ਸਿਮਰੋ ਸੁਖ ਕੰਦਾ। ਉਹਨਾਂ ਨੇ ਸਤਨਾਮ ਸਿਮਰੋ ਸੁਖ ਕੰਦਾ। ਮਹਾਰਾਜ ਦਾ ਉਪਦੇਸ਼ ਸੀਗਾ ਵੀ ਹੁਣ ਹਮੇਸ਼ਾ ਸਤਨਾਮ, ਉਹ ਵਾਹਿਗੁਰੂ ਦਾ ਨਾਮ ਹੀ ਜਪਣਾ ਹੈ ਜੋ ਸੁੱਖਾਂ ਨੂੰ ਦੇਣ ਵਾਲਾ ਹੈ। ਕਰਤ ਕੁਕਰਮ ਸਰਬ ਛੁਟਵਾਇਓ। ਉਹਨਾਂ ਦੇ ਕੁਕਰਮ ਸਾਰੇ ਛੁਡਾ ਦਿੱਤੇ, ਰਾਜੇ ਤੋਂ ਵੀ ਛੁਡਾ ਦਿੱਤਾ, ਲੋਕਾਂ ਤੋਂ ਵੀ ਛੁਡਾ ਦਿੱਤੇ। ਨਾਮਦਾਨ ਇਸਨਾਨ ਦ੍ਰਿੜਾਇਓ। ਮਹਾਰਾਜ ਨੇ ਨਾਮਦਾਨ ਇਸ਼ਨਾਨ ਦ੍ਰਿੜ ਕਰਾਇਆ ਉਹ ਸਾਰਿਆਂ ਨੂੰ। ਕਿਤਕ ਦਿਵਸ ਜਬ ਰਹਿਤ ਬਿਤਾਏ। ਮਹਾਰਾਜ ਕੁਝ ਕੁ ਦਿਨ ਉੱਥੇ ਰਹੇ ਭੂਤਾਨ ਦੇ ਵਿੱਚ। ਹਾਥ ਬੰਦ ਨਿਰਪ ਬੈਣ ਅਲਾਏ। ਇੱਕ ਦਿਨ ਦੀ ਗੱਲ ਹੈ ਕਿ ਇਹ ਰਾਜੇ ਨੇ ਆ ਕੇ ਹੱਥ ਬੰਨ ਕੇ ਇੱਕ ਪ੍ਰਾਰਥਨਾ ਕੀਤੀ, ਬੇਨਤੀ ਕੀਤੀ ਸਤਿਗੁਰਾਂ ਅੱਗੇ। ਚਾਉਲ ਪਸਮ ਦੇਸ ਮਮ ਹੋਏ। ਮਹਾਰਾਜ ਸਾਡੇ ਦੇਸ਼ ਦੇ ਵਿੱਚ ਨਾ ਦੋ ਹੀ ਚੀਜ਼ਾਂ ਹਨ, ਇੱਕ ਤਾਂ ਚੌਲ ਹਨ, ਸੋ ਇੱਕ ਚੌਲ ਲੱਗਦੇ ਹਨ, ਰਾਈਸ ਹੈ, ਦੂਜਾ ਪਸ਼ਮ ਹੈ। ਪਸ਼ਮ ਹੁੰਦਾ ਹੈ ਜਿਹੜਾ ਕਿ ਲਾਈਫ ਸਟਾਕ, ਮਤਲਬ ਕਿ ਸਾਡੇ ਜਿਹੜੇ ਮੁਲਕ ਦੇ ਵਿੱਚ ਅਸੀਂ ਜਾਨਵਰਾਂ ਨੂੰ ਰੱਖਦੇ ਹਾਂ, ਜਿਹਦੇ ਕਰਕੇ ਦੁੱਧ ਦੀ ਜਿਹੜੀ ਹਨ ਹੋਰ ਜਿਹੜੇ ਕੰਮਕਾਰ ਹਲਵਾਉਣੇ ਉਹਦਾ ਕੰਮ ਹੁੰਦਾ ਹੈ। ਸਾਡੇ ਕੋਲ ਦੋ ਹੀ ਚੀਜ਼ਾਂ ਨੇ, ਚੌਲ ਹਨ ਤੇ ਦੂਜਾ ਲਾਈਫ ਸਟਾਕ ਹੈ, ਹੋਰ ਕੁਝ ਵੀ ਨਹੀਂ ਆ ਸਾਡੇ ਕੋਲ ਇੱਥੇ। ਔਰ ਅੰਨ ਉਪਜਤ ਨਹਿ ਕੋਈ। ਹੋਰ ਕੁਝ ਵੀ ਨਹੀਂ ਲੱਗਦਾ ਇੱਥੇ, ਸਿਰਫ ਚੌਲੇ ਲੱਗਦੇ ਹਨ ਤੇ ਵੀਟ ਜਿਹੜਾ ਹੈ ਉਹ ਨਹੀਂ ਲੱਗਦਾ ਇੱਥੇ, ਕਣਕ ਨਹੀਂ ਲੱਗਦੀ। ਕਿਰਪਾ ਧਾਰ ਵਰ ਦੀਜੈ ਅਬਹੇ। ਮਹਾਰਾਜ ਕਿਰਪਾ ਦੇ ਘਰ ਵਿੱਚ ਆ ਕੇ ਸਾਨੂੰ ਵਰ ਦਿਓ ਤਾਂ ਕਰਕੇ ਹੋਰ ਵੀ ਕੁਝ ਲੱਗ ਸਕੇ ਇੱਥੇ, ਕਿਉਂਕਿ ਭੂਤਾਨ ਪਹਾੜੀ ਇਲਾਕਾ ਹੈ ਨਾ, ਉੱਥੇ ਠੰਡ ਹੁੰਦੀ ਹੈ, ਉਹਦਾ ਮੌਸਮ ਜਿਹੜਾ ਹੋਰ ਤਰ੍ਹਾਂ ਦਾ ਹੈ, ਇਸ ਕਰਕੇ ਕਹਿੰਦੇ ਮਹਾਰਾਜ ਇੱਥੇ ਬਹੁਤਾ ਕੁਝ ਹੋਰ ਨਹੀਂ ਲੱਗਦਾ। ਅੰਨ ਕਪਾਹਾ ਦਿਕ ਹੋਵੇ ਸਭ ਹੀ। ਮਹਾਰਾਜ ਅਸੀਂ ਚਾਹੁੰਦੇ ਇੱਥੇ ਅੰਨ ਵੀ ਹੋਵੇ, ਹੋਰ ਵੀ ਅੰਨ ਜਿਹੜਾ ਹੈ, ਕਣਕ ਹੋਵੇ, ਹੋਰ ਜਿਹੜਾ ਹੈ ਜਿਹੜਾ ਮੱਕੀ ਹੋਵੇ, ਹੋਰ ਵੀ ਚੀਜ਼ਾਂ ਇੱਥੇ ਲੱਗਣ। ਦੂਜਾ ਕਪਾਹ ਕਾਟਨ ਵੀ ਇੱਥੇ ਹੋਵੇ। ਇਸ ਕਰਕੇ ਮਹਾਰਾਜ ਨੂੰ ਨਾ ਉਹ ਕੱਪੜਾ ਲੈ ਕੇ ਆਉਂਦੇ ਸਨ, ਕਿਉਂਕਿ ਉਹ ਚੀਜ਼ ਦੁਰਲੱਭ ਸੀ ਉਹਨਾਂ ਵਾਸਤੇ। ਕਾਟਨ ਦਾ ਕੱਪੜਾ ਬਣਦਾ, ਉਹਨਾਂ ਕੋਲ ਕਾਟਨ ਨਹੀਂ ਸੀ ਉਹ ਮੁਲਕ ਦੇ ਵਿੱਚ, ਤਾਂ ਮਹਾਰਾਜ ਨੂੰ ਕਹਿੰਦੇ ਕਿ ਮਹਾਰਾਜ ਕਾਟਨ ਵੀ ਬਖਸ਼ ਦਿਓ। ਸੁਣੀ ਨਿਜ ਹੈ ਪ੍ਰੇ ਭਗਤ ਅਨੰਨ। ਮਹਾਰਾਜ ਨੇ ਜੋ ਆਪਣੇ ਪਿਆਰੇ ਭਗਤ ਦੀ ਬੇਨਤੀ ਸੁਣੀ ਉਹ ਰਾਜੇ ਦੀ, ਕਹਿਓ ਬਚਨ ਹੋਇਆ ਹੈ ਸਭ ਅੰਨੰ। ਮਹਾਰਾਜ ਨੇ ਬਚਨ ਕਰਤਾ, ਕਹਿੰਦੇ ਰਾਜਨ ਅੱਜ ਤੋਂ ਬਾਅਦ ਸਾਰੀ ਅੰਨ ਇੱਥੇ ਹੋਇਆ ਕਰਨਗੇ, ਜੋ ਇੱਛਾ ਹੈ ਉਹੀ ਲਾ ਲਓ, ਉਹੀ ਹੁਣ ਉੱਗੇਗਾ, ਜੋ ਤੁਸੀਂ ਲਾਓਗੇ ਉੱਗ ਜਾਏਗਾ। ਹੁਣ ਇੱਥੇ ਕੋਈ ਬੰਦਸ਼ ਨਹੀਂ ਤੁਹਾਨੂੰ ਹੋਵੇਗੀ। ਬਹੁਰ ਗਮਨ ਕੀ ਕੀਨੀ ਤਿਆਰੀ। ਦੇਖੋ ਮਹਾਰਾਜ ਦਾ ਪਾਵਰ ਕੈਸਾ ਹੈ। ਮਹਾਰਾਜ ਨੇਚਰ ਨੂੰ ਬਦਲਾ ਦਿੰਦੇ ਹਨ, ਮਹਾਰਾਜ ਸੋਇਲ ਦਾ ਜਿਹੜਾ ਹੈ ਕੈਰੈਕਟਰਿਸਟਿਕਸ ਉਹਨੂੰ ਚੇਂਜ ਕਰ ਦਿੰਦੇ ਹਨ, ਮਹਾਰਾਜ ਹਵਾ ਦੀ ਰਫ਼ਤਾਰ ਨੂੰ ਚੇਂਜ ਕਰ ਦਿੰਦੇ ਹਨ, ਮਹਾਰਾਜ ਮੌਸਮ ਨੂੰ ਸੁਹਾਵਣਾ ਬਣਾ ਦਿੰਦੇ ਹਨ। ਦੇਖੋ ਮਹਾਰਾਜ ਦਾ ਕਿੰਨਾ ਪਾਵਰ। ਇੱਕੋ ਬਚਨ ਮਹਾਰਾਜ ਨੇ ਕੀਤਾ, ਹੋਇਆ ਹੈ ਸਭ ਅਨੰਗ। ਅੱਜ ਤੱਕ ਭੂਤਾਨ ਵਿੱਚ ਸਭ ਕੁਝ ਲੱਗਦਾ ਹੈ। ਦੇਖੋ ਮਹਾਰਾਜ ਦੀ ਕਿਰਪਾ, ਮਹਾਰਾਜ ਨੇ ਇੱਕ ਬਚਨੇ ਕਰਨਾ ਹੈ, ਬਸ ਹੋ ਗਿਆ ਕੰਮ ਜੀ। ਸਦੀ ਵੀ ਕਾਲ ਵਾਲੇ ਮਹਾਰਾਜ ਦਾ ਬਚਨ ਇਹ ਨਹੀਂ ਵੀ ਕੋਈ ਸਮੇਂ ਵਿੱਚ ਰਹਿੰਦਾ ਹੈ, ਹਮੇਸ਼ਾ ਵਾਸਤੇ ਰਹਿੰਦਾ ਹੈ, ਹਮੇਸ਼ਾ ਵਾਸਤੇ ਬਦਲ ਕੇ ਰੱਖ ਦਿੰਦਾ ਹੈ। ਸਤਿਗੁਰੂ ਤਾਂ ਜੇ ਚਾਹੇ ਤਾਂ ਬਦਲਾਂ ਦੇ ਵਿੱਚ ਖੇਤੀ ਕਰਾ ਸਕਦੇ ਹਨ, ਕੀ ਨਹੀਂ ਕਰਾ ਸਕਦੇ ਮਹਾਰਾਜ ਜੀ। ਬਹੁਰ ਗਮਨ ਕੀ ਕੀਨੀ ਤਿਆਰੀ। ਫੇਰ ਗੁਰੂ ਨਾਨਕ ਸਾਹਿਬ ਜੀ ਨੇ ਚੱਲਣ ਦੀ ਤਿਆਰੀ ਕੀਤੀ। ਸੁਣ ਕੇ ਮਿਲ ਆਏ ਨਰ ਨਾਰੀ। ਸੋ ਮਿਲ ਕਰਕੇ ਸਾਰੇ ਨਰ ਇਸਤਰੀਆਂ ਤੇ ਪੁਰਖ ਆਏ ਸਤਿਗੁਰਾਂ ਨੂੰ ਮਿਲਣ ਵਾਸਤੇ। ਹਾਥ ਬੰਦ ਕੇ ਗਿਰਾ ਉਚਾਰੀ। ਸਾਰਿਆਂ ਨੇ ਹੱਥ ਬੰਨ ਕਰਕੇ ਸਤਿਗੁਰਾਂ ਅੱਗੇ ਬੇਨਤੀ ਕੀਤੀ, ਸ੍ਰੀ ਗੁਰ ਰਹੋ ਇਸ ਦੇਸ ਮਝਾਰੀ। ਹੇ ਸ੍ਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਾਡੇ ਕੋਲ ਰਹੋ ਹੁਣ, ਕੁਝ ਹੋਰ ਚਿਰ ਰਹੋ ਹੁਣ। ਤੁਮ ਆਵਨ ਤੇ ਭਇਓ ਪਵਿੱਤਰਾ। ਇਹ ਦੇਸ਼ ਸਾਡਾ ਪਵਿੱਤਰ ਹੋ ਗਿਆ ਤੁਹਾਡੇ ਆਉਣ ਕਰਕੇ, ਸਾਰੇ ਸਾਡੇ ਪ੍ਰੋਬਲਮ ਸੋਲਵ ਹੋ ਗਏ ਇੱਥੇ। ਸਿੱਖੀ ਭਈ ਵਿਸਾਲ ਬਚਿਤਰਾ। ਮਹਾਰਾਜ ਇਹ ਬੜੀ ਸੁੰਦਰ ਸਿੱਖੀ ਜੋ ਤੁਸੀਂ ਬਖਸ਼ੀ ਹੈ, ਕਹਿੰਦੇ ਇਹ ਬੜੀ ਚੰਗੀ ਹੈ।
ਇਹਦਾ ਵੀ ਵਿਸਥਾਰ ਹੋ ਗਿਆ, ਸਾਰੇ ਸਿੱਖ ਬਣ ਗਏ ਹਨ। ਕਿਉਂ ਤੁਮ ਤੂਰਨ ਕਰਹੁ ਤਿਆਰੀ, ਮਹਾਰਾਜ ਕਿਉਂ ਤੁਸੀਂ ਹੁਣ ਇੰਨੀ ਛੱਤੀ ਤਿਆਰੀ ਖਿੱਚੀ ਹੈ ਜਾਣ ਦੀ। ਰਹੋ ਸਦਾ ਨਿਜ ਕਰੁਣਾ ਧਾਰੀ, ਮਹਾਰਾਜ ਰਹੋ, ਸਾਡੇ ਕੋਲ ਰਹੋ, ਕਿਰਪਾ ਕਰੋ, ਸਾਡੀ ਬੇਨਤੀ ਨੂੰ ਮੰਨੋ, ਹਮੇਸ਼ਾ ਵਾਸਤੇ ਸਾਡੇ ਕੋਲ ਹੀ ਰਹੋ। ਇਸ ਪ੍ਰਕਾਰ ਬੇਨਤੀ ਬਹੁ ਕੀਨੰ, ਇਸ ਪ੍ਰਕਾਰ ਦੀਆਂ ਉਹਨਾਂ ਨੇ ਬੜੀਆਂ ਸਾਰੀਆਂ ਬੇਨਤੀਆਂ ਕੀਤੀਆਂ। ਤਿਸ ਦਿਨ ਸ੍ਰੀ ਗੁਰ ਚਲਨ ਨਾ ਦੀਨੰ, ਤੇ ਉਸ ਵੇਲੇ ਮਹਾਰਾਜ ਨੂੰ, ਉਸ ਦਿਨ ਜਦੋਂ ਮਹਾਰਾਜ ਜੀ ਚੱਲਣ ਲੱਗੇ ਸੀ ਨਾ, ਲੋਕਾਂ ਨੇ ਰੋਕ ਲਿਆ, ਕਹਿੰਦੇ ਅੱਜ ਨਹੀਂ ਮਹਾਰਾਜ ਤੁਹਾਨੂੰ ਜਾਣ ਦੇਣਾ, ਰਹੋ ਹੁਣ ਇੱਕ ਰਾਤ ਹੋਰ। ਅਗਲੇ ਦਿਵਸ ਭੋਰ ਭੀ ਜਬ ਹੀ, ਜਦੋਂ ਜਿਹੜਾ ਅਗਲਾ ਦਿਨ ਹੋਇਆ ਨਾ, ਜਦੋਂ ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ, ਤਾਂ ਮਹਾਰਾਜ ਨੇ ਅੰਮ੍ਰਿਤ ਵੇਲੇ ਹੀ ਨਿਕਲ ਗਏ ਵੀ ਅੱਜ ਵੀ ਇਹਨਾਂ ਨੇ ਰੋਕ ਲੈਣਾ ਹੈ। ਮਹਾਰਾਜ ਨੇ ਉਹਨਾਂ ਨੂੰ ਜਿਹੜਾ ਹੈ ਆਰਾਮ ਕਰਦਿਆਂ ਸਮੇਂ ਹੀ ਛੱਡ ਕੇ ਮਹਾਰਾਜ ਨੇ ਤਿਆਰੀਆਂ ਖਿੱਚੀਆਂ। ਹੋਏ ਅਲੋਪ ਗਏ ਗੁਰ ਤਬ ਹੀ, ਦੇਖੋ ਮਹਾਰਾਜ ਅਲੋਪ ਹੋ ਗਏ, ਮਹਾਰਾਜ ਉੱਥੋਂ ਇਨਵਿਜ਼ੀਬਲ ਹੀ ਹੋ ਗਏ, ਉੱਥੋਂ ਉਹ ਭੂਤਾਨ ਦੇਸ਼ ਤੋਂ ਮਹਾਰਾਜ ਜੀ ਨਿਕਲ ਗਏ। ਪਿੱਛੇ ਤੇ ਬਹੁ ਨਰ ਪਛਤਾਏ, ਉਹ ਪਿੱਛੋਂ ਲੋਕਾਂ ਨੇ ਜਦੋਂ ਦੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਤਾਂ ਚਲੇ ਗਏ ਹਨ, ਬੜੇ ਪਛਤਾਏ, ਬੜਾ ਉਹਨਾਂ ਨੇ ਰਿਗਰੈਟ ਕੀਤਾ ਵੀ ਥੋੜਾ ਸਮਾਂ ਹੋਰ ਰਹਿ ਪੈਂਦੇ, ਅਸੀਂ ਬੜੀ ਸੇਵਾ ਕਰ ਲੈਂਦੇ ਉਹਨਾਂ ਦੀ, ਮਹਾਰਾਜ ਦੇ ਦਰਸ਼ਨ ਕਰ ਲੈਂਦੇ। ਦਰਸ਼ਨ ਕਰ ਹਮ ਨਹਿ ਤ੍ਰਿਪਤਾਏ, ਕਹਿਣ ਲੱਗੇ ਅਸੀਂ ਤਾਂ ਰੱਜੇ ਵੀ ਨਹੀਂ ਸਨ ਉਹਨਾਂ ਦੇ ਦਰਸ਼ਨ ਕਰਕੇ ਹੁਣ ਤੱਕ। ਭਲੀ ਪ੍ਰਕਾਰ ਕੀਨ ਨਹਿ ਸੇਵਾ, ਦੇਖੇ ਫਿਰ ਉਹਨਾਂ ਨੂੰ ਇਹ ਵੀ ਪਛਤਾਵਾ ਹੈ ਵੀ ਸਾਡੇ ਕੋਲ ਸੇਵਾ ਵੀ ਪੂਰੀ ਨਾ ਹੋਈ, ਭਲੀ ਪ੍ਰਕਾਰ ਮਹਾਰਾਜ ਦੀ ਸੇਵਾ ਵੀ ਨਾ ਕੀਤੀ। ਸ੍ਰੀ ਗੁਰ ਗਮਨੇ ਅਲਖ ਅਭੇਵਾ, ਮਹਾਰਾਜ ਜੋ ਅਲੱਖ ਹਨ, ਜੋ ਲਖੇ ਨਹੀਂ ਜਾਂਦੇ, ਜੋ ਜਾਣੇ ਨਹੀਂ ਜਾਂਦੇ, ਜਿਨ੍ਹਾਂ ਦਾ ਭੇਦ ਕਿਸੇ ਦੀ ਸਮਝ ਤੇ ਵਿੱਚ ਨਹੀਂ ਆਉਣ ਵਾਲਾ, ਉਹ ਸਤਿਗੁਰੂ ਜੀ ਉੱਥੋਂ ਪਿਆਣ ਚੱਲਣਾ ਗਮਨ ਕੀਤਾ ਉੱਥੋਂ। ਸਿਮਰਹਿ ਨਿਸਬਾਸੁਰ ਧਰ ਧਿਆਨਾ, ਸਿਮਰੋ ਨਿਸਬਾਸੁਰ, ਕਹਿਣ ਲੱਗੇ ਜਿਨ੍ਹਾਂ ਨੂੰ ਰਾਤ ਦਿਨ ਆਪਣੇ ਧਿਆਨ ਵਿੱਚ ਧਾਰ ਕੇ ਉਹਨਾਂ ਦਾ ਧਿਆਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਾਰਨਾ ਕਰੋ। ਬਹੁਤ ਨਰਨ ਕੋ ਭਾਕ ਲਿਆਨਾ, ਕਿਉਂਕਿ ਇਹੀ ਧਿਆਨ ਹੈ ਜਿਹਦੇ ਕਰਕੇ ਬਹੁਤ ਨਰਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਮੁਕਤੀ ਪ੍ਰਾਪਤ ਹੋਈ। ਜਿਨ੍ਹਾਂ ਨੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਰੂਪ ਆਪਣੇ ਹਿਰਦੇ ਵਿੱਚ ਧਾਰ ਕਰਕੇ ਉਸ ਦਾ ਧਿਆਨ ਜੋੜਿਆ, ਕਹਿੰਦੇ ਤੁਸੀਂ ਕੀ, ਕਹਿੰਦੇ ਬੜੇ ਲੋਕ ਤਰ ਗਏ ਹਨ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਤੁਸੀਂ ਵੀ ਆਪਣੇ ਮਨ ਵਿੱਚ ਧਾਰਨ ਕਰੋ। ਆਗਿਆ ਗਮਨੇ ਸ੍ਰੀ ਜਗਤ ਏਸਾ, ਜਗਤ ਦੇ ਏਸ਼, ਜਗਤ ਦੇ ਸੁਆਮੀ ਗੁਰੂ ਨਾਨਕ ਸਾਹਿਬ ਜੀ ਹੁਣ ਅੱਗੇ ਗਏ, ਪਹੁੰਚੇ ਜਾਏ ਔਰ ਇੱਕ ਦੇਸਾ, ਇੱਕ ਹੋਰ ਦੇਸ਼ ਵਿੱਚ ਸਤਿਗੁਰੂ ਜੀ ਪਹੁੰਚੇ ਹਨ। ਅੰਨ ਅਗਨ ਦਊ ਤਹ ਨਾਹੀ, ਦੇਖੋ ਇਹ ਦੇਸ਼ ਇੱਕ ਸਪੈਸ਼ਲ ਦੇਸ਼ ਹੈ, ਇਹਦੇ ਵਿੱਚ ਦੋ ਚੀਜ਼ਾਂ ਨਹੀਂ ਹੈਗੀਆਂ। ਇੱਕ ਤਾਂ ਇਹਦੇ ਵਿੱਚ ਅੰਨ ਹੈ ਨਹੀਂ, ਜੋ ਧਰਤੀ ਤੇ ਲੱਗਦਾ ਹੈ ਨਾ ਅੰਨ, ਉਹ ਨਹੀਂ ਹੈਗਾ, ਮਤਲਬ ਕੋਈ ਵੈਜੀਟੇਸ਼ਨ ਇਹਨਾਂ ਕੋਲ ਹੈ ਨਹੀਂ। ਦੂਸਰਾ ਇਹਨਾਂ ਕੋਲ ਅੱਗ ਨਹੀਂ ਹੈਗੀ, ਫਾਇਰ ਨਹੀਂ ਹੈਗੀ, ਇਹਨਾਂ ਕੋਲ ਫਾਇਰ ਹੈ ਨਹੀਂ ਤੇ ਅੰਨ ਉਹ ਨਹੀਂ ਹੈਗਾ। ਧਰਤੀ ਤੇ ਇਹਨਾਂ ਦੇ ਕੁਝ ਵੀ ਨਹੀਂ ਲੱਗਦਾ, ਨਾ ਉੱਥੇ ਸਾਗ ਹੈ, ਨਾ ਭਾਜੀ ਹੈ, ਨਾ ਮਿਰਚਾਂ, ਨਾ ਕੁਝ ਵੀ ਨਹੀਂ ਹੈਗਾ ਇਹਨਾਂ ਕੋਲ। ਸੋ ਨਾ ਅੰਨ ਹੈ ਨਾ ਅੱਗ ਹੈ, ਦੋਵੇਂ ਵੀ ਹੈ ਨਹੀਂ। ਆਮਿਖ ਕੋ ਭੋਜਨ ਸਭ ਖਾਹੀ, ਹੁਣ ਇਹ ਖਾਂਦੇ ਕੀ ਸੀ? ਮਾਸ। ਇਹ ਸਾਰਾ ਹੀ ਦੇਸ਼ ਮਾਸ ਖਾਣ ਵਾਲਿਆਂ ਦਾ ਸੀਗਾ, ਸਾਰੇ ਮਾਸ ਇਹ ਖਾਂਦੇ ਸੀ, ਇੱਕੋ ਇੱਕ ਚੀਜ਼ ਇਹ ਖਾ ਸਕਦੇ ਸਨ। ਇੱਕ ਪਾਹਨ ਉੱਪਰ ਇੱਕ ਨੀਚੇ, ਦੇਖੋ ਇਹ ਕੀ ਕਰਦੇ ਸਨ, ਇਹਨਾਂ ਨੇ ਮਾਸ ਖਾਣਾ ਤੇ ਮਾਸ ਨੂੰ ਜਦੋਂ ਪਕਾਉਣਾ ਹੈ, ਉਹਨੂੰ ਕੁੱਕ ਕਰਨਾ। ਹੁਣ ਅੱਗ ਤਾਂ ਹੈ ਨਹੀਂ, ਇਹਨਾਂ ਨੇ ਕੀ ਕਰਨਾ, ਇੱਕ ਪਾਹਣ, ਇੱਕ ਪੱਥਰ ਥੱਲੇ ਇੱਕ ਪੱਥਰ ਉੱਤੇ ਵਿਚਾਲੇ ਮਾਸ ਰੱਖ ਕੇ, ਆਮਿਖ ਰੱਖ ਹੈ ਤਿਹ ਕੇ ਵਿਚੇ, ਹਾਂ ਉਹਨਾਂ ਦੇ ਅੰਦਰ ਮਾਸ ਨੂੰ ਰੱਖ ਕੇ ਦੋਵੇਂ ਸੈਂਡਵਿਚ ਕਰਕੇ ਸਵਾ ਪਹਿਰ ਮੰਤਰ ਜਪ ਭਾਨੰ, ਤੇ ਫਿਰ ਸਵਾ ਪਹਿਰ 3 hours and 45 minutes ਇਹਨਾਂ ਨੇ ਸੂਰਜ ਮੰਤਰ ਪੜ੍ਹਨਾ, ਬਹਿ ਕੇ ਉਹਦੇ ਕੋਲ ਸੂਰਜ ਦਾ ਮੰਤਰ ਪੜ੍ਹਨਾ, ਉਹਨੂੰ ਗਰਮੈਸ਼ ਦੇਣ ਵਾਸਤੇ, ਉਹਨੂੰ ਜਿਹੜਾ ਹੈ ਹੀਟ ਕਰਨ ਵਾਸਤੇ ਇਹਨਾਂ ਨੇ ਮੰਤਰ ਪੜ੍ਹਨਾ। 3 hours 45 minutes ਲੱਗਦੇ ਸਨ ਉਹਨੂੰ ਪਕਾਉਣ ਵਾਸਤੇ, ਤੇ ਮੰਤਰ ਵੀ ਸੂਰਜ ਮੰਤਰ ਸੀਗਾ ਸਪੈਸ਼ਲ। ਕਿਉਂ ਪਕਾਏ ਕਰ ਹੈ ਤਿਹ ਖਾਨੰ, ਤੇ ਉਹਨੂੰ ਪਕਾ ਕੇ ਫੇਰ ਖਾਇਆ ਕਰਦੇ ਸਨ। ਦੋਹਰਾ ਸੇਵਹਿ ਚਿਤ ਕੀ ਪ੍ਰੀਤ ਕਰ, ਜਾਏ ਜੇ ਤਹਾਂ ਅਤੀਤ। ਪਰ ਇੱਕ ਗੱਲ ਸੀ ਇਹਨਾਂ ਵਿੱਚ, ਕਹਿੰਦੇ ਬੰਦੇ ਬੜੇ ਚੰਗੇ ਸੀ, ਜੋ ਵੀ ਅਤੀਤ ਉੱਥੇ ਆਉਂਦਾ ਸੀ ਨਾ, ਕੋਈ ਵਿਜ਼ਿਟ ਆਵੇ, ਹਾਂਜੀ ਉਹਦੀ ਸੇਵਾ ਹੀ ਬੜੀ ਕਰਿਆ ਕਰਦੇ ਸਨ, ਉਹਨੂੰ ਆਪਣੇ ਘਰ ਵਿੱਚ ਲੈ ਕੇ ਜਾਣਾ, ਉਹਨੂੰ ਬੜੀ ਸੇਵਾ, ਉਹਦੀ ਸੇਵਾ ਵਿੱਚ ਇਹ ਤਤਪਰ ਸਨ, ਬੜੀ ਸੇਵਾ ਭਾਵਨਾ ਨਾਲ ਪਿਆਰ ਨਾਲ ਕਰਿਆ ਕਰਦੇ ਸਨ। ਜੋ ਦੇਖੇ ਹੈ ਸੁਖ ਵਾਵੇ ਤਾਹੇ ਦੇਸ ਕੀ ਰੀਤ, ਦੇਖੋ ਦੇਸ਼ ਦੀ ਇੱਕ ਸੋਹਣੀ ਰੀਤ ਇੱਕ ਹੋਰ ਸੀਗੀ, ਕਹਿੰਦੇ ਜਿਹੜਾ ਪਹਿਲਾ ਬੰਦਾ ਕੋਈ ਜਿਹੜਾ ਹਨ ਸਟ੍ਰੇਂਜਰ ਨੂੰ ਦੇਖੇ, ਪਹਿਲਾ ਬੰਦਾ ਕੋਈ ਵਿਜ਼ਿਟਰ ਨੂੰ ਦੇਖੇ, ਉਹਦੀ ਡਿਊਟੀ ਬਣਦੀ ਸੀ ਵੀ ਉਹਨੂੰ ਉਹਦਾ ਖਿਆਲ ਰੱਖਣਾ। ਜਿਹਦੀ ਨਿਗਾਹ ਵਿੱਚ ਪਹਿਲਾਂ ਕੋਈ ਵਿਜ਼ਿਟਰ ਪੈ ਜਾਂਦਾ ਸੀ, ਉਹਦੀ ਡਿਊਟੀ ਬਣ ਜਾਂਦੀ ਸੀ ਵੀ ਇਹਦੀ ਸੇਵਾ ਤੂੰ ਕਰਨੀ ਹੈ, ਇਹ ਤੇਰੀ ਰਿਸਪੌਂਸਿਬਿਲਿਟੀ ਹੈ। ਸੋ ਇਸ ਤਰ੍ਹਾਂ ਦੀ ਇਹਨਾਂ ਦੀ ਇੱਕ ਰੀਤੀ ਸੀਗੀ ਵੀ ਜਿਹੜਾ ਵੀ ਕੋਈ ਪਹਿਲਾਂ ਕਿਸੇ ਨੂੰ ਮਿਲਿਆ ਉਹਨੂੰ ਆਪਣੇ ਘਰ ਵਿੱਚ ਲੈ ਕੇ ਜਾਵੇ, ਉਹਦੀ ਸੇਵਾ ਦੀ ਉਹਨੂੰ ਡਿਊਟੀ ਦਿੱਤੀ ਜਾਂਦੀ ਸੀ।
ਜ਼ਿੰਮੇਵਾਰੀ ਉਹਦੀ ਹੋਇਆ ਕਰਦੀ ਸੀ। ਚੌਪੇ ਬੈਠੇ ਗੁਰੂ ਜਾਏ ਇੱਕ ਥਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇੱਕ ਥਾਂ ਤੇ ਜਾ ਬੈਠੇ। ਦੁੰਬੇ ਤਹਿ ਅਯਾਲ ਚਰਾਏ ਉੱਥੇ ਇੱਕ ਬੱਕਰੀਆਂ ਚਾਰਨ ਵਾਲਾ ਅਨਿਆਲੀ ਜਿਹੜਾ ਸੀਗਾ ਨਾ, ਬੱਕਰੀਆਂ ਚਾਰਨ ਵਾਲਾ, ਉਹ ਤੁਰਿਆ ਫਿਰਦਾ ਸੀ ਉੱਥੇ ਬੱਕਰੀਆਂ ਚਾਰਦਾ। ਸੋ ਆਇਓ ਸ੍ਰੀ ਨਾਨਕ ਪਾਸਾ। ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਤੇ ਭਾਈ ਬਾਲੇ ਨੂੰ ਦੇਖ ਲਿਆ, ਦੇਖ ਕਰਕੇ ਆ ਗਿਆ ਜੀ ਕੋਲ, ਖਾਂਡੋ ਨਿਕਟ ਕੀਨ ਅਰਦਾਸਾ। ਖੜ ਕਰਕੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਉਹਨੇ ਇੱਕ ਅਰਦਾਸ ਕੀਤੀ, ਅਰਜ਼ ਕੀਤੀ, ਬੇਨਤੀ ਕੀਤੀ, ਮਾਰੋ ਦੁੰਬਾ ਭੋਜਨ ਕਰੀਏ। ਮਹਾਰਾਜ ਮੈਂ ਤੁਹਾਡੇ ਵਾਸਤੇ ਇੱਕ ਬੱਕਰੀ ਨੂੰ ਮਾਰ ਕੇ ਇਹਦਾ ਮਾਂਸ ਜਿਹੜਾ ਹੈ ਮੈਂ ਤੁਹਾਨੂੰ ਖਿਲਾਉਣਾ ਹਾਂ। ਮਹਾਰਾਜ ਕਰਕੇ ਮੇਰੀ ਹੁਣ ਡਿਊਟੀ ਬਣ ਗਈ, ਮੈਂ ਪਹਿਲਾ ਬੰਦਾ ਜਿਹਨੇ ਤੁਹਾਨੂੰ ਦੇਖਿਆ ਹੈ, ਇਸ ਕਰਕੇ ਮੇਰੀ ਡਿਊਟੀ ਹੈ ਤੇ ਮੇਰੇ ਕੋਲ ਹੋਰ ਕੁਝ ਨਹੀਂ ਤੁਹਾਨੂੰ ਖਿਲਾਉਣ ਵਾਸਤੇ। ਇਹ ਬੱਕਰੀਆਂ ਵਿਚਾਰੀਆਂ ਤੁਰੀਆਂ ਫਿਰਦੀਆਂ ਨੇ ਜਿਹੜੀਆਂ ਮੈਂ ਚਾਰਦਾ, ਇਹ ਬੱਕਰੀ ਨੂੰ ਇੱਕ ਨੂੰ ਵੱਢ ਕੇ ਨਾ ਮੈਂ ਇਹਦਾ ਮਾਂਸ ਤਿਆਰ ਕਰਦਾ ਤੁਹਾਡੇ ਵਾਸਤੇ। ਸ਼ਰਮ ਮਾਰਗ ਕੋ ਸਭ ਪਹਿਰੀਏ। ਹਾਂ ਕਹਿਣ ਲੱਗੇ ਸ਼ਰਮ ਮਾਰਗ, ਕਹਿੰਦੇ ਕਿ ਤੁਸੀਂ ਇੱਥੇ ਹੁਣ ਆਰਾਮ ਕਰੋ, ਮੈਂ ਤੁਹਾਡੇ ਵਾਸਤੇ ਭੋਜਨ ਬਣਾਉਂਦਾ। ਹਾਂਜੀ, ਬੱਕਰੀ ਨੂੰ ਜਿਹੜਾ ਮਾਰ ਕੇ ਮੇਰੇ ਮਾਂਸ ਦਾ ਪੂਰਾ ਜਿਹੜਾ ਹੈ ਇਹ ਭੇਡ ਨੂੰ ਪੂਰਾ ਕਰਕੇ ਜਿਹੜਾ ਹੈ ਇਹ ਭੇਡ ਨੂੰ ਜਿਹੜੀਆਂ ਸ਼ਿਪ ਹੁੰਦੀਆਂ ਨਾ ਭੇਡਾਂ, ਕਹਿੰਦਾ ਉਹ ਭੇਡਾਂ ਨੂੰ ਇੱਕ ਭੇਡ ਨੂੰ ਮਾਰ ਕੇ ਮੈਂ ਕਰਦਾ ਹਾਂ ਜੀ ਇੱਥੇ ਭੋਜਨ ਤਿਆਰ ਤੁਹਾਡੇ ਵਾਸਤੇ। ਜੇ ਤੁਮ ਖਾਹੋ ਨਾ ਮੋਰ ਉਚਾਰੇ। ਕਹਿਣ ਲੱਗੇ ਜੇ ਤੁਮ ਖਾਓ ਨਾ ਮੋਰ ਉਚਾਰੇ। ਕਹਿਣ ਲੱਗੇ ਮਹਾਰਾਜ ਤੁਹਾਨੂੰ ਛਕਣਾ ਪੈਣਾ ਹੈ ਕਰਕੇ ਮੈਂ ਤਿਆਰ ਕਰਨਾ ਪੈਣਾ, ਮੇਰੀ ਡਿਊਟੀ ਬਣ ਗਈ, ਮੇਰੀ ਰਿਸਪੌਂਸਿਬਿਲਿਟੀ ਬਣ ਗਈ ਹੈ, ਤੋ ਮੇਰਾ ਕਹਿਣਾ ਨਾ ਮੋੜਿਓ, ਮੇਰੀ ਸੇਵਾ ਨੂੰ ਕਬੂਲ ਕਰਿਓ। ਮੇਰੋ ਖਾਵੰਦ ਮੋਕੋ ਮਾਰੇ। ਹਾਂ ਕਹਿਣ ਲੱਗੇ ਜੇ ਤੁਸੀਂ ਮੇਰਾ ਬਣਾਇਆ ਹੋਇਆ ਹੁਣ ਨਾ ਖਾਧਾ ਤਾਂ ਇਹ ਜਿਹਦੀਆਂ ਇਹ ਭੇਡਾਂ ਨੇ ਉਹਨੇ ਮੇਰੇ ਨਾਲ ਗੁੱਸਾ ਕਰਨਾ, ਉਹ ਮੈਨੂੰ ਕੁੱਟੇਗਾ, ਮੈਨੂੰ ਮਾਰੇਗਾ ਕਿ ਤੂੰ ਜਿਹੜੀ ਹੈ ਮੁਲਕ ਦੀ ਰੀਤੀ ਤੂੰ ਪੂਰੀ ਨਹੀਂ ਕੀਤੀ। ਹੁਣ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਤੁਹਾਨੂੰ ਇਹ ਭੇਡ ਇੱਕ ਵੱਢ ਕੇ ਤੁਹਾਨੂੰ ਛਕਾਵਾਂ, ਇਹ ਮੇਰੀ ਡਿਊਟੀ ਹੈ। ਮਹਾਰਾਜ ਜੇ ਤੁਸੀਂ ਨਾ ਕੀਤੀ ਨਾ ਮੇਰੇ ਤਾਂ ਕੁੱਟ ਪੈ ਗਈ ਹੁਣ, ਮਹਾਰਾਜ ਇਸ ਕਰਕੇ ਮੈਨੂੰ ਵੀ ਬਚਾ ਲਓ, ਤੁਸੀਂ ਛਕ ਲਿਓ ਹੁਣ। ਦੇਸ ਰੀਤ ਹਮਰੇ ਹੈ ਇਹੀ। ਹਾਂ ਕਹਿੰਦੇ ਸਾਡੇ ਦੇਸ਼ ਦੀ ਰੀਤੀ ਹੀ ਐਸੀ ਬਣੀ ਹੋਈ ਹੈ, ਜੋ ਦੇਖੈ ਸੋ ਭੋਜਨ ਦੇ। ਹਾਂ ਜਿਹੜਾ ਕੋਈ ਦੇਖੇਗਾ ਭੋਜਨ ਵੀ ਉਹੀ ਦੇਗਾ, ਜੋ ਨਾ ਦੇ ਤੇ ਡੰਡ ਲਗਾ। ਹਾਂ ਜੋ ਨਹੀਂ ਦਿੰਦਾ, ਜੇ ਕੋਈ ਆ ਜਾਵੇ ਵਿਜ਼ਿਟ ਤੇ ਉਹਨੂੰ ਕੋਈ ਚਾਹ ਪਾਣੀ ਨਾ ਪੁੱਛੇ, ਭੋਜਨ ਨਾ ਪੁੱਛੇ ਤਾਂ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਉਹਨੂੰ ਪਨਿਸ਼ਮੈਂਟ ਦਿੱਤਾ ਜਾਂਦਾ ਹੈ। ਮਿਲਨ ਅਰ ਤਾਂ ਕੋ ਬਹੁਤ ਲੱਜਾਵੈ। ਕਹਿਣ ਲੱਗੇ ਫਿਰ ਜੇ ਜਿਹੜਾ ਹੈ ਉਹਨੂੰ ਮਿਲ ਕਰਕੇ ਫਿਰ ਲੋਕ ਉਹਨਾਂ ਤੇ ਜਿਹੜਾ ਹਨ ਉਹਨੂੰ ਨੀਚ ਕਹਿੰਦੇ ਹਨ ਵੀ ਇਹਨੇ ਸੇਵਾ ਨਹੀਂ ਕੀਤੀ, ਇਹਨੇ ਜਿਹੜੇ ਸਾਡੇ ਪੁਰਖਾਂ ਦੀ ਪੁਰਾਣੀ ਰੀਤੀ ਨੂੰ ਤੋੜਿਆ ਹੈ, ਉਹ ਬੰਦੇ ਨੂੰ ਬੜਾ ਨੀਚ ਗਿਣਿਆ ਜਾਂਦਾ। ਇਸ ਕਰਕੇ ਮਹਾਰਾਜ ਤੁਸੀਂ ਇਹ ਭੋਜਨ ਮੇਰਾ ਕਬੂਲ ਕਰ ਲਿਓ। ਦੋਹਰਾ ਅਨ ਅਗਨ ਇਹ ਠਾ ਨਹੀਂ ਨਾਹੇ ਉਡੀਕੋ ਤਾਹੇ। ਫਿਰ ਮਹਾਰਾਜ ਨੂੰ ਨਾਲ ਉਹ ਜਿਹੜਾ ਅਨਿਆਲੀ ਹੈ ਨਾ ਭੇਡਾਂ ਚਾਰਨ ਵਾਲਾ, ਉਹ ਇਹ ਵੀ ਕਹਿੰਦਾ ਕਿ ਮਹਾਰਾਜ ਤੁਸੀਂ ਇੱਥੇ ਨਾ ਕੋਈ ਜਿਹੜਾ ਹੈ ਮੈਂ ਤੁਹਾਨੂੰ ਮਾਸ ਬਣਾ ਕੇ ਦੇਣਾ, ਕੋਈ ਸੈਲਡ ਸੁਲਡ ਨਹੀਂ ਬਣਨੀ ਮੇਰੇ ਤੋਂ। ਹਾਂਜੀ ਮੈਂ ਤੁਹਾਨੂੰ ਸੈਲਡ ਜਾਂ ਨਾਲ ਜਿਹੜਾ ਹੈ ਖੀਰੇ ਖੂਰੇ ਚੀਰ ਕੇ ਮੈਂ ਨਹੀਂ ਦੇ ਸਕਦਾ, ਕਿਉਂਕਿ ਇੱਥੇ ਕੋਈ ਅੰਨ ਲੱਗਦਾ ਹੀ ਨਹੀਂ। ਤੇ ਮਹਾਰਾਜ ਉਹ ਮਾਸ ਖਾਣ ਵਾਸਤੇ ਨਾ ਤੁਹਾਨੂੰ ਚੌਲ ਮਿਲਣੇ ਨੇ ਨਾ ਤੁਹਾਨੂੰ ਰੋਟੀਆਂ ਮਿਲਣੀਆਂ। ਹਾਂਜੀ ਐਂ ਕੱਚਾ ਹੀ ਖਾਣਾ ਪੈਣਾ ਹੈ। ਇਹ ਦੇਸ਼ ਪਤਾ ਨਹੀਂ ਜਿਹੜਾ ਹੈ ਸੁਸ਼ੀ ਵਰਗਾ ਪੁਰਾਣਾ ਹੋਣਾ ਕੋਈ। ਹਾਂਜੀ ਸੋ ਕਹਿੰਦੇ ਮਹਾਰਾਜ ਇੱਥੇ ਜਿਹੜਾ ਹੈ ਕੁਝ ਨਹੀਂ ਅੰਨ ਮਿਲਣਾ। ਹਾਂਜੀ ਇਹ ਮਾਸ ਜਿਵੇਂ ਆਉਂਦਾ ਉਵੇਂ ਹੀ ਖਾਣਾ ਪੈਣਾ ਹੈ। ਇਸ ਕਰਕੇ ਮਹਾਰਾਜ ਹੋਰ ਕੋਈ ਉਡੀਕ ਨਾ ਕਰਿਓ ਜਿਹੜਾ ਹਾਂਜੀ ਆਪਣੇ ਵਰਗਾ ਜਾਂਦਾ ਕਹੋਗੇ ਮਾਸ ਆ ਗਿਆ ਜੀ ਹੁਣ ਰੋਟੀ ਆਉਂਦੀ ਹੋਗੀ, ਚੌਲ ਆਉਂਦੇ, ਨਹੀਂ ਆਉਣੇ ਜੀ, ਕੁਝ ਨਹੀਂ ਆਉਣਾ, ਸਿਰਫ ਇਹੀ ਇੱਕ ਚੀਜ਼ ਹੈ। ਗੁਰੂ ਕਹੈ ਦੁੰਬਾ ਕਹੋ ਦਿਓ ਪਕਾਏ ਤਾਂ ਖਾਹੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨੂੰ ਕਹਿੰਦੇ ਅਨਿਆਲੀ ਨੂੰ, ਕਹਿੰਦੇ ਅਨਿਆਲੀ ਫਿਰ ਮਾਰ ਦੇ, ਫਿਰ ਕਹਿੰਦਾ ਮਾਰ ਭੇਡ ਨੂੰ, ਮਾਰ ਕੇ ਭੇਡ ਨੂੰ ਕਹਿੰਦੇ ਪਕਾ ਦੇ ਹੁਣ। ਹਾਂਜੀ ਚੱਕ ਦੇ ਫੱਟੇ ਹੁਣ, ਹਾਂਜੀ ਪਕਾ ਦੇ, ਤੂੰ ਜਿਹੜਾ ਪਕਾਉਣਾ ਹੈ ਇਹਦਾ ਜਿਹੜਾ ਬਣਾ ਲਾ ਜਾਊ ਤੂੰ ਬਣਾਉਣਾ ਹੈ। ਚੌਪੇ ਮਾਰ ਦੁੰਬਾ ਤਿਨ ਮਾਸ ਬਣਾਇਓ। ਕੀ ਹੋਇਆ ਜੀ, ਉਹ ਅਨਿਆਲੀ ਨੇ ਇੱਕ ਭੇਡ ਵਿਚਾਰੀ ਫੜ ਕੇ ਮਾਰ ਦਿੱਤੀ, ਮਾਰ ਕੇ ਉਹ ਭੇਡ ਨੂੰ ਜਿਹੜਾ ਹੈ ਉਹਨੂੰ ਤਿਆਰ ਕੀਤਾ ਜੀ। ਜਾਪ ਭਾਨ ਕਰ ਤਬਹਿ ਪਕਾਇਓ। ਫੇ ਜਾਪ ਭਾਣ ਉਹਨੇ ਫੇ ਮੰਤਰ ਪੜਿਆ ਸੂਰਜ ਦਾ ਮੰਤਰ ਪੜ ਕੇ ਦੋ ਜਿਹੜੇ ਹਨ ਬਲੌਕਸ ਦੇ ਵਿਚਾਲੇ ਉਹਨੂੰ ਸੈਂਡਵਿਚ ਕਰਕੇ ਉਹ ਮਾਸ ਨੂੰ ਉਹਨੇ ਪਕਾਇਆ। ਫਿਰ ਬੈਠ ਕੇ 3 hours and 45 minutes ਲੱਗੇ ਵਿਚਾਰੇ ਨੂੰ। ਕਰ ਤਿਆਰ ਧਰ ਦੀਨ ਅਗਾਰੇ। ਉਹਨੇ ਤਿਆਰ ਕਰਕੇ ਨਾ ਮਾਸ ਮਹਾਰਾਜ ਦੇ ਅੱਗੇ ਰੱਖ ਦਿੱਤਾ। ਹੁਣ ਦੇਖ ਗੁਰੂ ਤਬ ਗਿਰਾ ਉਚਾਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਸ ਵੱਲ ਦੇਖਿਆ ਤੇ ਦੇਖ ਕਰਕੇ ਉਹ ਨਿਆਲੀ ਨੂੰ ਕਹਿੰਦੇ ਗੁਰੂ ਨਾਨਕ ਜੀ ਇਸਕੇ ਅਸਤ ਖਾਲ ਹੈ ਜੋ। ਮਹਾਰਾਜ ਕਹਿੰਦੇ ਜਿਹੜੀ ਇਹਦੀ ਖੱਲ ਲਾਈ ਸੀ ਨਾ, ਇਹਨੂੰ ਸਕੀਨ ਕੀਤਾ ਸੀ, ਦੇ ਸਕੀਨ ਜਿਹੜੀ ਤੂੰ ਲਾਈ ਆ ਮਾਰ ਕੇ, ਤੇ ਜਿਹੜੀਆਂ ਚੀਜ਼ਾਂ ਇੱਥੇ ਨਹੀਂ ਹੈਗੀਆਂ ਉਹ ਸਾਰੀਆਂ ਜਿਹੜੀਆਂ ਦੀਆਂ ਹੱਡੀਆਂ ਹਨ ਜਾਂ ਹੋਰ ਜਿਹੜਾ ਦਾ ਢਿੱਡ ਜਾਂ ਹੋਰ ਕੁਝ ਤੂੰ ਕੱਢ ਕੇ ਪਾਸੇ ਛੱਡਤਾ, ਉਹ ਸਾਰਾ ਇਕੱਠਾ ਕਰਕੇ ਲਿਆ। ਹੁਣ ਉਹ ਸਾਰਾ ਪੂਰਾ ਲੈ ਕੇ ਆ ਇੱਥੇ ਨਾਲ ਕੋਲ, ਇਕੱਠੀ ਕਰ ਢਿੱਗ ਅੰਨ ਹੋ ਸੋ। ਹਾਂ ਕਹਿਣ ਲੱਗੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਤੂੰ ਇਹ ਬੱਕਰੀ ਦੀਆਂ ਪਾਸੇ ਕਰਕੇ ਸੱਟੀਆਂ ਉਹ ਇਕੱਠੀਆਂ ਕਰਕੇ
ਸਾਹਮਣੇ ਲਿਆ ਕੇ ਰੱਖ ਸਾਡੇ। ਆਏ ਸਮਾਨ ਅਸਤ ਚੁਨ ਸਾਰੇ। ਉਹ ਜਿਹੜਾ ਹੈ ਉਹ ਨਿਆਲੀ ਮਹਾਰਾਜ ਦਾ ਹੁਕਮ ਮੰਨ ਕੇ ਉਹਨੇ ਜਾ ਕੇ ਇੱਕ ਇੱਕ ਜਿਹੜੀ ਹੱਡੀ ਸੀਗੀ, ਉਹਦਾ ਜਿਹੜਾ ਸਕੀਨ ਸੀਗੀ, ਸਾਰੀ ਇਕੱਠੀ ਕਰਕੇ ਉਹਦੀ ਇੱਕ ਪੰਡ ਵੰਡ ਕੇ ਮਹਾਰਾਜ ਦੇ ਅੱਗੇ ਰੱਖ ਦਿੱਤੀ। ਪਾਏ ਚਰਮ ਮਹਿ ਧਰੇ ਅਗਾਰੇ। ਚਰਮ ਦੇ ਵਿੱਚ ਪਾ ਕੇ ਉਹਨੇ ਲਿਆਂਦੀ ਕਿਵੇਂ, ਉਹਦੀ ਗੱਠੜੀ ਕਿਵੇਂ ਬੰਨੀ, ਉਹਦੀ ਸਕਿਨ ਦੇ ਨਾਲ ਹੀ ਉਹਦੀਆਂ ਚੀਜ਼ਾਂ ਵਿੱਚ ਪਾ ਕੇ ਉੱਤੇ ਗੱਡ ਦਿੱਤੀ ਉਸਨੇ। ਇਉਂ ਲਿਆ ਕੇ ਮਹਾਰਾਜ ਦੇ ਸਾਹਮਣੇ ਰੱਖਤੀ, ਲਹੂ ਚੋਰਿਆ ਹੈ ਉਹਦੇ ਵਿੱਚੋਂ। ਤੇ ਬਿਲੋਕ ਬੋਲੇ ਜਗ ਸਾਈ। ਮਹਾਰਾਜ ਉਹ ਪੰਡ ਵੱਲ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਉੱਠ ਦੁੰਬੇ ਚਰੀਏ ਹਰਿਆਈ। ਮਹਾਰਾਜ ਕਹਿਣ ਲੱਗੇ, ਹੇ ਭੇਡ ਉੱਠ ਜਾ ਕੇ ਘਾਹ ਖਾ। ਕੀ ਹੋਇਆ ਜੀ? ਉਹ ਭੇਡ ਉੱਠ ਖੜੀ। ਉਹ ਭੇਡ ਜਿਉਂਦੀ ਹੋ ਗਈ ਜੀ। ਉਹ ਜਿਹੜੀ ਮਾਰੀ ਸੀ ਨਾ, ਉੱਠ ਕੇ ਖੜੀ ਹੋ ਗਈ। ਖੜੀ ਹੋ ਕੇ ਤੇ ਮਹਾਰਾਜ ਨੇ ਕਹਿੰਦੇ ਵੀ ਹਰਿਆਈ ਚਰ। ਉੱਥੇ ਹਰਿਆਈ ਤਾਂ ਹੈ ਨਹੀਂ ਸੀ। ਉਹ ਕੀ ਹੋਇਆ ਜੀ? ਉਸੇ ਥਾਂ ਤੇ ਹਰਿਆਈ ਲੱਗ ਗਈ। ਉਹ ਜਿਹੜੇ ਮਹਾਰਾਜ ਨੇ ਉਹ ਖੇਤ ਹਰੇ ਕਰਤੇ। ਕਹਿੰਦੇ ਭੇਡ ਉੱਠ ਖਾ ਹੁਣ ਘਾਹ ਆਪਣਾ ਜਿਹੜਾ ਤੂੰ ਖਾਂਦੀ। ਹਾਂ, ਬਚਨ ਕਰੇ ਜੀਵਿਓ ਤਤਕਾਲਾ। ਬਸ ਕਹਿੰਦੇ ਮਹਾਰਾਜ ਦਾ ਬਚਨ ਕਰਨ ਦੀ ਦੇਰ ਸੀ। ਉਹ ਭੇਡ ਜਿਹੜੀ ਸੀ ਮਰੀ ਹੋਈ, ਜਿਹਦੀ ਟੁਕੜੇ ਟੁਕੜੇ ਕੀਤੇ ਹੋਏ ਮਾਸ ਵੀ ਪਕਾਤਾ ਵਿਚਾਰੀ ਦਾ, ਉਹਨੂੰ ਵੀ ਜਿਉਂਦਾ ਕਰਤਾ ਮਹਾਰਾਜ ਨੇ। ਦੇਖੋ ਮਹਾਰਾਜ ਦੇ ਬਚਨ ਕੈਸੇ ਨੇ। ਤੇਰਾ ਤਾਂ ਨਾ ਮਰੀ ਹੋਈ ਚੀਜ਼ ਨੂੰ ਜਿਉਂਦੀ ਕਰਨਾ ਲੋਕਾਂ ਦੀ ਬਹੁਤ ਵੱਡੀ ਗੱਲ ਹੈ। ਇਹ ਤਾਂ ਇਹ ਕੱਟੀ ਗਈ, ਕੁੱਕ ਕੀਤੀ ਗਈ, ਉਹਨੂੰ ਵੀ ਜਿਉਂਦਾ ਕਰਤਾ ਸਤਿਗੁਰਾਂ ਨੇ। ਮਹਾਰਾਜ ਤਾਂ ਐਸੇ ਹਨ। ਦੇਖਤ ਭਇਓ ਹੈਰਾਨ ਅਯਾਲਾ। ਉਹ ਅਯਾਲਾ ਵਿਚਾਰਾ ਨਾ ਉਹ ਡਰ ਗਿਆ, ਕਹਿੰਦਾ ਇਹ ਕੀ ਹੋ ਗਿਆ? ਹਾਂਜੀ, ਇਹ ਤਾਂ ਬਾਹਰ ਕਰਨ ਜਿਵੇਂ ਰਿਵਾਈਂਡ ਨਹੀਂ ਕਰੀਦਾ ਕੋਈ ਮੂਵੀ ਨੂੰ, ਪਿੱਛੇ ਨੂੰ ਲੈ ਜਾਓ ਜਦੋਂ ਹਜੇ ਉਹ ਭੇਡ ਜਿਉਂਦੀ ਸੀ। ਮਹਾਰਾਜ ਨੇ ਤਾਂ ਉਹ ਕੰਮ ਕਰ ਦਿੱਤਾ। ਮਹਾਰਾਜ ਨੇ ਦੇਖੋ ਕੈਸਾ ਮਹਾਰਾਜ ਨੇ ਕਲਾ ਵਰਤਾਈ। ਕਲਾਵਾਨ ਜਬ ਮਨ ਮੈਂ ਦੀਨਾ। ਉਹਨੇ ਜਾਣ ਲਿਆ ਵੀ ਇਹ ਕਲਾਵਾਨ ਇਹ ਸ਼ਕਤੀ ਵਾਲੇ ਹਨ। ਚਰਨ ਕਮਲ ਪਰ ਬੰਧਨ ਕੀਨਾ। ਉਹਨੇ ਤਾਂ ਡਿੱਗ ਪਿਆ ਜੀ ਮਹਾਰਾਜ ਦੇ ਚਰਨਾਂ ਤੇ ਆ ਕੇ। ਵੈਸਿਓ ਸਰਦਾ ਧਾਰ ਸਮੀਪਾ। ਬੈਠਾ ਰਿਹਾ ਬੜੀ ਸ਼ਰਧਾ ਧਾਰ ਕੇ ਸਤਿਗੁਰਾਂ ਦੇ ਚਰਨਾਂ ਕੋਲ। ਤਬ ਬੋਲੇ ਬੇਦੀ ਕੁਲ ਦੀਪਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਸਾਹ ਵਿਸਾਲ ਬਿਲੋਕ ਹੋ ਜੋ। ਕਹਿਣ ਲੱਗੇ, ਹੇ ਪੁਰਸ਼ਾ ਤੂੰ ਦੇਖ, ਇੱਥੇ ਕੋਈ ਸ਼ਾਹ ਹੈ, ਕੋਈ ਧਨੀ ਪੁਰਸ਼ ਜਾਂ ਕੋਈ ਜਿਹੜਾ ਟ੍ਰੇਡਸਮੈਨ ਹੈ, ਵੱਡਾ ਸੌਦਾਗਰ ਜਿਹੜਾ ਤੇਰੇ ਨਗਰੀ ਦੇ ਵਿੱਚ ਕੋਈ ਵੱਡਾ ਹੋਵੇ। ਪੁਰਤੇ ਜਾਏ ਬੁਲਾਵ ਹੋ ਸੋ। ਤੂੰ ਜਾ ਕੇ ਸ਼ਹਿਰ ਉਹਨੂੰ ਸਦਕੇ ਲਿਆ। ਤੁਹਾਡਾ ਸਭ ਤੋਂ ਵੱਡਾ ਬਿਜ਼ਨਸਮੈਨ ਜਿਹੜਾ ਹੈ ਇੱਥੋਂ ਦਾ ਸੌਦਾਗਰ, ਉਹਨੂੰ ਸਦਕੇ ਸਾਡੇ ਕੋਲ ਲੈ ਕੇ ਆ। ਆਏ ਸਮਾਨ ਨਗਰ ਮੈਂ ਗਇਓ। ਉਹ ਅਨਿਆਲੀ ਵਿਚਾਰਾ ਸਤਿਗੁਰਾਂ ਦੀ ਗੱਲ ਸੁਣ ਕੇ ਚਲਿਆ ਗਿਆ ਸ਼ਹਿਰ ਨੂੰ ਬੁਲਾਉਣ ਵਾਸਤੇ। ਸਾਹੋ ਏਕ ਢਿਗ ਬੈਠਤ ਭਇਓ। ਉੱਥੇ ਇੱਕ ਸ਼ਾਹ ਬੈਠਾ ਸੀ, ਜੋ ਵੱਡਾ ਸ਼ਾਹ ਸੀ, ਉਹ ਟ੍ਰੇਡਸਮੈਨ ਸੀ, ਵੱਡਾ ਸੀਗਾ ਜੀ, ਬੜੀ ਸੌਦਾਗਰੀ ਕਰਨ ਵਾਲਾ। ਤੇ ਉਹ ਬੈਠਾ ਸੀ ਕਿਤੇ। ਕਹਿਣ ਲੱਗਿਓ ਸੁਣੀਏ ਬਿਰਤੰਤਾ। ਉਹਨੂੰ ਅਨਿਆਲੀ ਜਾ ਕੇ ਕਹਿਣ ਲੱਗਾ, ਭਾਈ ਮੇਰੀ ਇੱਕ ਗੱਲ ਸੁਣ ਤੂੰ। ਮਹਿਰ ਸੰਤ ਹੈ ਇੱਕ ਦੁਖ ਹੰਤਾ। ਕਹਿ ਲਗੇ ਇੱਕ ਸੰਤ ਆਇਆ ਹੋਇਆ ਹੈ ਬਾਹਰ, ਜੋ ਦੁੱਖਾਂ ਨੂੰ ਕੱਟਣ ਵਾਲਾ ਹੈ, ਦੂਰ ਕਰਨ ਵਾਲਾ ਹੈ। ਕਲਾਵਾਨ ਹੈ ਪਰਮ ਉਦਾਰਾ। ਕਹਿ ਲਗੇ ਕਲਾਵਾਨ ਹੈ, ਉਹ ਬੜੀ ਸ਼ਕਤੀ ਵਾਲਾ ਹੈ। ਆਪਣੇ ਮਨ ਵਿੱਚ ਵਿਚਾਰ ਕਰ ਲਈ ਤੇ ਮਨ ਜਿਹੜਾ ਪਰਮ ਉਦਾਰਾ, ਬੜਾ ਜਨਰਸ ਹੈ ਉਹ ਸੰਤ। ਇਹਨੇ ਤੋ ਕੋ ਨਿਕਟ ਹਕਾਰਾ। ਉਹਨਾਂ ਨੇ ਤੁਹਾਨੂੰ ਆਪਣੇ ਕੋਲ ਸੱਦਿਆ ਹੈ। ਉਹ ਸੌਦਾਗਰ ਨੂੰ ਕਹਿੰਦਾ, ਅਨਿਆਲੀ ਸੁਣਤ ਸਾਹ ਧਰ ਹਰਖ ਬਿਸਾਲਾ। ਇਹ ਸ਼ੈਪਰਡ ਦੀ ਅਨਿਆਲੀ ਦੀ ਗੱਲ ਸੁਣ ਕਰਕੇ ਉਹ ਸ਼ਾਹ ਸੌਦਾਗਰ ਜਿਹੜਾ ਸੀ ਬੜਾ ਖੁਸ਼ ਹੋਇਆ। ਕਹਿੰਦਾ ਮੈਨੂੰ ਅੱਜ ਸੰਤਾਂ ਦੇ ਦਰਸ਼ਨ ਹੋਣ ਵਾਲੇ ਹਨ। ਪੁਰਤੇ ਨਿਕਸ ਚਲਿਓ ਤਤਕਾਲਾ। ਉਹ ਜਿਹੜਾ ਹੈ ਉਹ ਅਨਿਆਲੀ ਦੇ ਨਾਲ, ਸ਼ੈਪਰਡ ਦੇ ਨਾਲ ਹੀ ਤੁਰ ਪਿਆ। ਜਿਹੜਾ ਹੈ ਉਹ ਜਾ ਰਿਹਾ ਹੈ ਮਹਾਰਾਜ ਦੇ ਕੋਲ। ਲੈ ਅਯਾਲ ਤੇ ਕੋ ਨਿਜ ਸੰਗਾ। ਜਦੋਂ ਆਪਣੇ ਨਾਲ ਲੈ ਕੇ ਉਹ ਸ਼ੈਪਰਡ ਅਨਿਆਲੀ ਆਇਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਗੁਰ ਸਮੀਪ ਆਵਾ ਸੋ ਉਮੰਗਾ। ਸੋ ਉਹ ਬੜੀ ਉਮੰਗ ਵਿੱਚ, ਬੜੀ ਚਾੜ ਦੇ ਨਾਲ ਸੁਦਾਗਰ ਆ ਰਿਹਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਬੈਠ ਗਇਓ ਪਗ ਬੰਧਨ ਕਰਕੇ। ਆ ਕਰਕੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਕੋਲ ਆ ਕੇ ਬੈਠ ਗਿਆ ਉਹ ਸੌਦਾਗਰ। ਦਰਸ ਬਿਲੋਕਤ ਸੁਖ ਔਰ ਭਰ ਕੇ। ਦਰਸ ਬਿਲੋਕਤ, ਦਰਸ਼ਨ ਕਰਦਿਆਂ ਉਹਦਾ ਮਨ ਨਿਰਮਲ ਹੋ ਗਿਆ। ਬੜੀ ਖੁਸ਼ੀ ਹੋਈ ਉਹ ਸੌਦਾਗਰ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ। ਜਗ ਗੁਰ ਕਹਿਤ ਭਏ ਸੁਨ ਸਾਹੂ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਜਗਤ ਗੁਰੂ ਹਨ, ਮਹਾਰਾਜ ਨੇ ਇਹ ਬਚਨ ਕੀਤੇ। ਕਹਿੰਦੇ ਸਾਹੋ ਇੱਕ ਗੱਲ ਸੁਣ ਸਾਡੀ। ਅੰਨ ਅੰਨ ਜੇ ਹੈ ਘਰ ਮਾਹੂ। ਕਹਿਣ ਲੱਗੇ ਤੇਰੇ ਘਰ 'ਚ ਕੋਈ ਅੰਨ ਹੈ, ਕੋਈ ਜਿਹੜਾ ਖਾਣ ਵਾਲੀ ਚੀਜ਼ ਜਾਂ ਕੋਈ ਦੱਬਣ ਵਾਲੀ, ਕੋਈ ਜਿਹੜੀ ਚੀਜ਼ ਬੀਜੀ ਜਾਂਦੀ ਹੈ, ਜਿਹੜੇ ਬੀਜ ਹੋਣ, ਕੋਈ ਹੈ ਅੰਨ ਤੇਰੇ ਘਰ ਵਿੱਚ ਬਾਕੀ ਹੁਣ? ਸਾਹੋ ਕਹੈ ਸਗਰੇ ਇਸ ਦੇਸਾ। ਮਹਾਰਾਜ ਕਹਿੰਦੇ ਜੇ ਹੈ ਤਾਂ ਸਾਡੇ ਕੋਲ ਲੈ ਕੇ ਆ। ਇਹ ਗੱਲ ਨੂੰ ਸੁਣ ਕੇ ਉਹ ਜਿਹੜਾ ਸ਼ਾਹ ਹੈ ਉਹ ਕਹਿੰਦਾ, ਸਾਰੀ ਹੀ ਨਗਰੀ ਦੇ ਵਿੱਚ ਇੱਥੇ ਅੰਨ ਨਾ ਉਪਜਤ ਸੁਨ ਦਰਵੇਸਾ। ਮਹਾਰਾਜ ਮੈਂ ਅੰਨ ਜਿਹੜਾ ਹੈ ਨਹੀਂ ਹੈ ਇੱਥੇ, ਅੰਨ ਨਹੀਂ ਉਪਜਦਾ, ਅੰਨ ਲੱਗਦਾ ਹੀ ਨਹੀਂ ਧਰਤੀ ਤੇ, ਕੋਈ ਹਰਿਆਈ ਲੱਗਦੀ ਨਹੀਂ ਇੱਥੇ।
ਮਹਾਰਾਜ ਇਹ ਜਿਹੜਾ ਹੈ ਅੰਨ ਮੇਰੇ ਘਰ 'ਚ ਕਿਵੇਂ ਹੋਊਗਾ? ਆਮਿਕ ਖਾਨ ਕਰੈ ਨਰ ਸਭ ਹੀ। ਕਿਉਂਕਿ ਇੱਥੇ ਦੇ ਲੋਕ ਸਾਰੇ ਮਾंस ਹੀ ਖਾਂਦੇ ਹਨ, ਇਸ ਕਰਕੇ ਮਾंस ਖਾਂਦੇ ਕਿਉਂਕਿ ਕੁਝ ਲੱਗਦਾ ਨਹੀਂ ਹੈ ਇੱਥੇ। ਇਹ ਧਰਤੀ ਤੋਂ ਕੁਝ ਵੀ ਉਗਦਾ ਨਹੀਂ। ਤੁਮ ਜੇ ਚਹੋ ਲਿਆਉ ਮੈਂ ਅਬ ਹੀ। ਕਹਿ ਪਰ ਫਿਰ ਵੀ ਸੌਦਾਗਰ ਕਹਿੰਦਾ ਮਹਾਰਾਜ ਜੇ ਤੁਸੀਂ ਚਾਹੁੰਦੇ ਮੈਂ ਦੇਖ ਕੇ ਮੈਂ ਘਰ 'ਚ ਦੇਖ ਲੈਣਾ, ਜੇ ਕੋਈ ਪੁਰਾਣਾ ਕੋਈ ਬਾਕੀ ਰਹਿੰਦੀ ਕੋਈ ਜਿਹੜਾ ਹੈ ਕੋਈ ਅੰਨ ਪਿਆ ਹੋਵੇ। ਗੁਰੂ ਕਹੈ ਜੇ ਸਿੱਖੀ ਧਾਰ ਹੋ। ਮਹਾਰਾਜ ਨੇ ਉਸ ਵੇਲੇ ਬਚਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਕਹਿੰਦੇ ਕਿ ਦੇਖ ਜੇ ਤੇਰੇ ਮੁਲਕ ਵਿੱਚ ਅੰਨ ਹੈ ਨਹੀਂ ਨਾ, ਅੱਗ ਹੈ ਨਹੀਂ, ਤਾਂ ਕਹਿੰਦੇ ਜੇ ਤੁਸੀਂ ਸਿੱਖੀ ਨੂੰ ਧਾਰਨ ਕਰੋਗੇ, ਜੇ ਇਹ ਸਿੱਖੀ ਜੋ ਤੁਹਾਨੂੰ ਅਸੀਂ ਦੇਵਾਂਗੇ, ਜੇ ਤੁਸੀਂ ਇਹਨੂੰ ਧਾਰੋਗੇ, ਮੁਖ ਤੇ ਸ੍ਰੀ ਪ੍ਰਭ ਨਾਮ ਉਚਾਰੋ, ਤੇ ਆਪਣੇ ਮੁਖ ਮੂੰਹ ਤੋਂ ਵਾਹਿਗੁਰੂ ਦਾ ਨਾਮ ਤੁਸੀਂ ਜਪੋਗੇ। ਅੰਨ ਅਗਨ ਹਮ ਦੇਵੈ ਦੋ। ਮਹਾਰਾਜ ਕਹਿੰਦੇ ਅੰਨ ਤੇ ਅਗਨ ਦੋਵੇਂ ਅਸੀਂ ਤੁਹਾਨੂੰ ਦੇਵਾਂਗੇ। ਜਿਹੜੀਆਂ ਚੀਜ਼ਾਂ ਜਿਹੜੇ ਮੁਲਕ ਵਿੱਚ ਨਹੀਂ ਹੈਗੀਆਂ ਅਸੀਂ ਤੁਹਾਨੂੰ ਦੇਵਾਂਗੇ, ਅੰਨ ਵੀ ਦੇਵਾਂਗੇ, ਅਗਨ ਵੀ ਦੇਵਾਂਗੇ, ਪਰ ਬਚਨ ਮੰਨਣਾ ਹੈ, ਸਿੱਖੀ ਧਾਰਨ ਕਰਨੀ ਹੈ ਤੇ ਵਾਹਿਗੁਰੂ ਦਾ ਨਾਮ ਜਪਣਾ ਹੈ। ਕਹੈ ਜੋ ਮਤ ਹਮਾਰ ਸਭ ਕੋ। ਤੇ ਫੇਰ ਜੋ ਅਸੀਂ ਆਪਣੇ ਮਤ ਦਾ ਉਪਦੇਸ਼ ਤੁਹਾਨੂੰ ਦਵਾਂਗੇ, ਆਪਣੇ ਫੇਥ ਦਾ ਜੋ ਤੁਹਾਨੂੰ ਉਪਦੇਸ਼ ਦਵਾਂਗੇ ਉਹਨੂੰ ਧਾਰਨ ਕਰਿਓ। ਫਿਰ ਇਉਂ ਸੁਨ ਭਾ ਅਧੀਨ ਬਹੁ ਸਾਹੂ। ਉਹ ਸਾਹੂ ਜਿਹੜਾ ਸੌਦਾਗਰ ਸੀ ਇਹ ਗੱਲ ਸੁਣ ਕਰਕੇ ਬੜਾ ਖੁਸ਼ ਹੋਇਆ। ਸੰਤ ਰੂਪ ਤੁਮ ਬੇਪਰਵਾਹੂ। ਕਹਿਣਗੇ ਤੁਸੀਂ ਸੰਤ ਰੂਪ ਹੋ, ਬੇਪਰਵਾਹ ਹੋ। ਜੇ ਦਵੈ ਦੇਹੋ ਹੋਏ ਸਿੱਖ ਸਭ ਹੀ। ਮਹਾਰਾਜ ਜੇ ਤੁਸੀਂ ਸਾਨੂੰ ਅੰਨ ਦੇ ਦਿਓਗੇ ਨਾ, ਅਗਨ ਦੇ ਦਿਓਗੇ, ਮਹਾਰਾਜ ਸਾਰਾ ਅਸੀਂ ਕੀ ਸਾਰਾ ਨਗਰ ਤੁਹਾਡਾ ਸਿੱਖ ਬਣ ਜਾਏਗਾ। ਅਸੀਂ ਸਾਰੇ ਤੁਹਾਡੀ ਸਿੱਖੀ ਨੂੰ ਧਾਰਨ ਕਰਾਂਗੇ। ਤੁਮਰਾ ਗ੍ਰਹਿਣ ਕਰੈ ਮਤ ਅਬ ਹੀ। ਮਹਾਰਾਜ ਤੁਹਾਡਾ ਜਿਹੜਾ ਮਤ ਹੈ ਅਸੀਂ ਇਸੇ ਵਕਤ ਧਾਰਨ ਕਰਾਂਗੇ। ਵੀ ਵਿਲ ਐਮਬ੍ਰੇਸ ਯੋਰ ਫੇਥ। ਕਹਿੰਦੇ ਅਸੀਂ ਤੁਹਾਡਾ ਜਿਹੜਾ ਹੈ ਧਰਮ ਨੂੰ ਅਸੀਂ ਅੰਗੀਕਾਰ ਕਰਾਂਗੇ। ਕਿਰਪਾ ਧਾਰ ਗੁਰਬੈਨ ਉਚਾਰੇ। ਕਿਰਪਾ ਦੇ ਘਰ ਵਿੱਚ ਆ ਕੇ ਸਤਿਗੁਰਾਂ ਨੇ ਉਹਨਾਂ ਨੂੰ ਬਚਨ ਕੀਤਾ, ਫਿਰ ਉਸ ਸਾਹੂ ਨੂੰ, ਸੌਦਾਗਰ ਨੂੰ, ਖੋਜ ਲਿਆਓ ਕਛ ਅੰਨ ਤੁਮਾਰੇ। ਚੱਲ ਫੇਰ ਕਹਿੰਦਾ ਤੂੰ ਆਪਣੇ ਵਾਪਸ ਘਰ ਜਾ ਕੇ ਉਹ ਅੰਨ ਲੈ ਕੇ ਆ। ਜੋ ਤੇਰੇ ਘਰ ਵਿੱਚ ਕੋਈ ਅੰਨ ਬਚਿਆ ਪਿਆ ਉਹ ਚੁੱਕ ਕੇ ਲਿਆ ਹੁਣੇ। ਇਉਂ ਸੁਨ ਸਾਹੋ ਨਗਰ ਮਹਿ ਆਇਓ। ਇਹ ਗੱਲ ਸੁਣ ਕੇ ਉਹ ਸੌਦਾਗਰ ਵਾਪਸ ਆਪਣੇ ਨਗਰ ਨੂੰ ਚਲਿਆ ਗਿਆ ਜਿੱਥੇ ਉਹਦਾ ਘਰ ਸੀ। ਬਹੁਤ ਸਦਨ ਮਹਿ ਅੰਨ ਖੁਜਾਇਓ। ਉਹਨੇ ਜਾ ਕੇ ਅੰਨ ਲੱਭਿਆ ਜੀ, ਸਾਰੇ ਸਟੋਰ ਰੂਮ ਖੋਲੇ, ਜਿਹੜਾ ਹਨ ਉਹਦਾ ਜਿਹੜਾ ਰਸੋਈ ਸੀ, ਕਿਚਨ ਸੀ, ਸਭ ਕੁਝ ਉਹਨੇ ਖੋਜ ਮਾਰਿਆ ਜੀ, ਵੀ ਕੁਝ ਨਾ ਕੁਝ ਲੱਭਿਆ ਹੋਵੇ ਇੱਥੋਂ। ਦੋਹਰਾ ਏਕ ਸੇਰ ਗੋਦੂਮਪੁਰ ਖੋਜਤ ਆਈ ਹਾਥ। ਸੋ ਉਸ ਵੇਲੇ ਇੱਕ ਗੋਦੂਮ ਹੁੰਦਾ ਕਣਕ, ਉਹਨੂੰ ਕਣਕ ਦੀ ਇੱਕ ਬੋਰੀ ਲੱਭੀ ਜੋ ਕਿ ਕਹਿੰਦੇ ਉਹ ਜਿਹੜੇ ਇੱਕ ਸੇਰ ਸੀਗਾ। ਹੁਣ ਇੱਕ ਸੇਰ ਹੁੰਦਾ ਹੈ ਇੱਕ ਮਣ ਦਾ 40ਵਾਂ ਹਿੱਸਾ। ਜੇ ਇੱਕ ਮਣ ਨੂੰ ਆਪਾਂ ਮੰਨੀਏ ਵੀ 40 ਕਿਲੋਸ ਹੈ ਤਾਂ ਇੱਕ ਸੇਰ ਜਿਹੜਾ ਹੈ 1 ਕਿਲੋ ਦੇ ਕੋਲ ਹੋਇਆ। ਕਈ ਇਸ ਨੂੰ 0.933 ਕਿਲੋਗ੍ਰਾਮਸ ਮੰਨਦੇ ਹਨ। ਸੋ ਆਪਾਂ 1 ਕਿਲੋ ਦੇ ਹਿਸਾਬ ਨਾਲ ਚੱਲੀਏ ਤੋ 1 ਕਿਲੋ ਜਿੰਨੀ ਜਿਹੜੀ ਕਣਕ ਇਹਨੂੰ ਲੱਭ ਗਈ ਜੀ। ਗੁਰ ਟਿਗ ਆਇਓ ਸਾਹੋ ਪੁਨ ਭੂਪ ਪ੍ਰਜਾ ਲਿਆ ਸਾਥ। ਤੇ ਉਸ ਵੇਲੇ ਇਹ ਗੁਰੂ ਨਾਨਕ ਸਾਹਿਬ ਜੀ ਕੋਲ ਚੱਲ ਕੇ ਆਇਆ। ਨਾਲ ਤਾਂ ਉਹ ਕਣਕ ਨੂੰ ਲੈ ਕੇ ਆਇਆ, ਨਾਲ ਉਹ ਮੁਲਕ ਦਾ ਰਾਜਾ ਵੀ ਨਾਲ ਲੈ ਕੇ ਆਇਆ ਤੇ ਪ੍ਰਜਾ ਨੂੰ ਵੀ ਨਾਲ ਲੈ ਕੇ ਆਇਆ। ਚੌਪੇ ਨਮਸਕਾਰ ਚਰਨਨ ਪਰ ਕਰਕੇ। ਬੜਾ ਇਕੱਠ, ਜਿਹੜੇ ਬੜੇ ਲੋਕ ਇਕੱਠੇ ਕਰਕੇ ਇਹ ਸ਼ਾਹੋ ਲੈ ਕੇ ਆਇਆ ਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਕਣਕ ਮੂਹਰੇ ਰੱਖ ਦਿੱਤੀ। ਬੈਠੇ ਨਿਕਟ ਭਾਓ ਔਰ ਧਰ ਕੇ। ਬੈਠੇ ਹਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੜਾ ਪ੍ਰੇਮ ਧਾਰ ਕੇ ਸਾਰੇ। ਗੁਰੂ ਕਹੈ ਬੀਜਹੁ ਛਿਤ ਮਾਹੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਣਕ ਨੂੰ ਆਪਣੇ ਸਾਹਮਣੇ ਦੇਖਿਆ, ਹੁਕਮ ਕੀਤਾ ਉਹ ਸ਼ਾਹੋ ਨੂੰ, ਉੱਠ ਭਾਈ ਇਹਨੂੰ ਬੀਜ, ਹੁਣ ਧਰਤੀ ਵਿੱਚ ਪਾ ਇਸ ਦੇ ਬੀਜ, ਇਹ ਕਣਕ ਨੂੰ ਧਰਤੀ ਵਿੱਚ ਸੱਟ ਹੁਣ। ਹੋਏ ਅੰਨ ਟੁੱਟ ਹੈ ਜਿਹ ਨਾਹੀ। ਮਹਾਰਾਜ ਨੇ ਬਚਨ ਕਰਤਾ ਇੱਥੇ ਅੰਨ ਹੋਵੇਗਾ ਜਿਹਦਾ ਕੋਈ ਤੋਟ ਨਹੀਂ ਆਵੇਗਾ, ਕਿਤੇ ਘਾਟੇ ਵਿੱਚ ਨਹੀਂ ਤੁਸੀਂ ਰਹੋਗੇ, ਇੱਕ ਬੀਜ ਬੀਜੋਗੇ ਉਹ ਲੱਗਿਆ ਹੀ ਰਹੇਗਾ। ਕਹਿੰਦੇ ਕਿਤੇ ਵੀ ਇੱਥੇ ਅੰਨ ਦੀ ਟੋਟ ਨਹੀਂ ਆਵੇਗੀ, ਕਿਤੇ ਵੀ ਇੱਥੇ ਘਾਟਾ ਨਹੀਂ ਪਵੇਗਾ ਅੰਨ ਦਾ, ਇੱਥੇ ਲੋੜ ਤੋਂ ਵੱਧ ਅੰਨ ਹੋਇਆ ਕਰੇਗਾ। ਆਇਸ ਮਾਨ ਬੋਵਨੀ ਕੀਨੀ। ਉਹ ਜਿਹੜਾ ਸ਼ਾਹੋ ਉੱਠਿਆ ਉਹਨੇ ਚੁੱਕ ਕਰਕੇ ਉਹ ਬੋਰੀ ਜਿਹੜੀ ਕਣਕ ਦੀ ਉਹਨੇ ਬੀਜ ਦਿੱਤੀ। ਉਗੀ ਬਿਲੋਕੀ ਸਬਜ ਨਵੀਨੀ। ਦੇਖੋ ਕੀ ਹੋਇਆ, ਹਜੇ ਬੀਜੀ ਹੈ ਉਸੇ ਵੇਲੇ ਉਗ ਗਈ, ਉਸੇ ਵੇਲੇ ਹਰਿਆਈ ਜਿਹੜੀ ਹੈ ਉੱਠ ਖੜੀ ਜੀ। ਉਹ ਇਮੀਡੀਏਟਲੀ ਉਹ ਜਿਹੜੀ ਹੈ ਉਗਣਾ ਸ਼ੁਰੂ ਕਰਤਾ ਉਸਨੇ। ਤਿੰਨ ਥੋਰਨ ਮਹਿ ਪੱਕ ਗਈ ਸੋ। ਦੇਖੋ ਥੋੜੇ ਦਿਨਾਂ ਦੇ ਵਿੱਚ ਉਹ ਕਣਕ ਪੱਕ ਗਈ ਜੀ। ਭਏ ਪ੍ਰਸੰਨ ਰਿਦਾ ਸਭ ਕੋ। ਸਾਰੇ ਲੋਕ ਨਗਰ ਦੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਕਿ ਸਾਡੇ ਮੁਲਕ 'ਚ ਹਰਿਆਈ ਆ ਗਈ, ਅੰਨ ਪੱਕਣ ਲੱਗ ਗਿਆ ਹੁਣ ਇੱਥੇ। ਪਾਹੁਲ ਪੱਗ ਕੀ ਸਭ ਨੇ ਲੀਨੀ। ਸਾਰਿਆਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ੀ ਹੋਈ ਚਰਨਾ ਅੰਮ੍ਰਿਤ ਉਹਨਾਂ ਨੇ ਲੈਣਾ ਕੀਤਾ, ਸਿੱਖ ਬਣ ਗਏ। ਭਾਉ ਭਗਤ ਮਹਿ ਸੁਭ ਮਤ ਭੀਨੀ। ਉਹਨਾਂ ਦੀ ਫਿਰ ਮਤ ਜਿਹੜੀ ਸੀ ਭਿੱਜ ਗਈ ਪ੍ਰੇਮਾ ਭਗਤੀ ਦੇ ਵਿੱਚ, ਜੋ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਕਰ ਲਏ ਤੇ ਉਪਦੇਸ਼ ਨੂੰ ਵੀ ਕਮਾ ਲਿਆ ਹੁਣ, ਤੇ ਨਾਲ ਚਰਨਾ ਅੰਮ੍ਰਿਤ ਦੀ ਵੀ ਬਖਸ਼ਿਸ਼ ਪ੍ਰਾਪਤ ਕਰ ਲਈ। ਸਿੱਖੀ ਮਾਰਗ ਮਹਿ ਪਗ ਧਰ ਕੇ। ਦੇਖੋ ਸਿੱਖੀ ਮਾਰਗ ਵਿੱਚ ਆ ਕੇ ਉਹਨਾਂ ਨੇ ਬੜਾ ਆਨੰਦ ਮਾਣਨਾ ਕੀਤਾ। ਰੱਬ ਕੋ ਗੁਰ ਕਿਉ
ਸਿਉ ਸੁਖਦ ਵਿਚਰ ਕੈ। ਦੇਖੋ ਪ੍ਰਭ ਕੋ ਗੁਰ ਕੀਏ, ਕਹਿਣ ਲੱਗੇ ਪ੍ਰਭੂ ਰੂਪ ਹੀ ਗੁਰੂ ਨਾਨਕ ਨੂੰ ਜਾਣਿਆ ਤੇ ਸੁੱਖਾਂ ਦਾ ਦਾਤਾ ਵਿਚਾਰ ਕੀਤੀ ਵੇ ਸੁੱਖਾਂ ਦਾ ਦਾਤਾ ਆਪ ਪਰਮੇਸ਼ਰ ਹੈ। ਧਰਮਸਾਲ ਇੱਕ ਰੁਚਿਰ ਬਣਾਈ। ਉੱਥੇ ਇੱਕ ਧਰਮਸਾਲ ਬਣਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਣਵਾਈ ਤੇ ਉਹਨਾਂ ਨੇ ਬਣਾਈ। ਸੰਤ ਸੁਮਤ ਤਹਿ ਕੀਰਤ ਗਾਈ। ਦੇਖੋ ਜੋ ਸੰਤ ਸੁਮਤ, ਸੰਤਾਂ ਦੀ ਜੋ ਸ੍ਰਿਸ਼ਟ ਮਤ ਹੈ, ਜੋ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਮਤ ਹੈ, ਉਸ ਦੀ ਪ੍ਰੇਸ ਕਰਨਾ ਕੀਤੀ ਉਸ ਧਰਮਸਾਲ ਦੇ ਵਿੱਚ। ਬੈਠ ਸਰਬ ਮਹਿ ਕਿਰਪਾ ਨਿਧਾਨਾ। ਸਾਰਿਆਂ ਦੇ ਨਾਲ ਮਹਾਰਾਜ ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਧਰਮਸਾਲ ਵਿੱਚ ਬੈਠਦੇ ਹਨ। ਸ੍ਰੀ ਮੁਖ ਤੇ ਅਸ ਬਚਨ ਬਖਾਨਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ, ਐਸਾ ਉਪਦੇਸ਼ ਦੇਣਾ ਕੀਤਾ। ਅਬ ਤੇ ਅੰਨ ਅਟੁੱਟ ਇਸ ਦੇਸਾ। ਮਹਾਰਾਜ ਨੇ ਬਚਨ ਕੀਤਾ ਹੁਣ ਤੋਂ ਲੈ ਕੇ ਇਸ ਦੇਸ਼ ਦੇ ਵਿੱਚ ਅੰਨ ਦੀ ਕੋਈ ਤੋਟ ਨਹੀਂ ਆਵੇਗੀ, ਕਿਤੇ ਇੱਥੇ ਘਾਟਾ ਨਹੀਂ ਪਵੇਗਾ, ਕਿਤੇ ਇੱਥੇ ਕਾਲ ਨਹੀਂ ਵਰਤੇਗਾ। ਕਾਲ ਹੁੰਦਾ ਵਿੱਚ ਇਹਦੇ ਡਾਇਰੈਕਟ ਹੋ ਜਾਵੇ, ਜਿੱਥੇ ਧਰਤੀ ਸੁੱਕ ਜਾਵੇ। ਕਹਿੰਦਾ ਐਸਾ ਸਮਾਂ ਇੱਥੇ ਨਹੀਂ ਆਵੇਗਾ। ਕਬ ਦੁਕਾਲ ਕੋ ਹੋਏ ਨਾ ਲੇਸਾ। ਹਾਂ, ਕੋਈ ਦੁਕਾਲ ਨਹੀਂ ਇੱਥੇ ਹੋਵੇਗਾ। ਦੁਕਾਲ ਹੁੰਦਾ ਭੈੜਾ ਸਮਾਂ। ਉਹ ਭੈੜਾ ਸਮਾਂ ਜਿਹੜਾ ਹੈ ਕਿਰਸਾਨੀ ਵਾਸਤੇ ਕੀ ਹੁੰਦਾ ਹੈ, ਜਦੋਂ ਧਰਤੀ ਪਾਟ ਜਾਂਦੀ ਆ, ਸੁੱਕ ਜਾਂਦੀ ਹੈ, ਜਦੋਂ ਉਹਨੂੰ ਪਾਣੀ ਨਹੀਂ ਪੂਰਾ ਮਿਲਦਾ। ਕਹਿੰਦੇ ਉਹ ਸਮਾਂ ਤਾਂ ਕਿਤੇ ਆਏਗਾ ਨਹੀਂ ਇੱਥੇ। ਪਾਹਨ ਤੇ ਪਾਵਕ ਪੁਨ ਝਾਰੀ। ਫੇਰ ਮਹਾਰਾਜ ਨੇ ਉੱਥੇ ਅੱਗ ਦੇਣ ਵਾਸਤੇ ਦੋ ਪੱਥਰਾਂ ਨੂੰ ਆਪਸ ਵਿੱਚ ਭੇੜ ਕੀਤੀ। ਜਿਵੇਂ ਪੱਥਰਾਂ ਨੂੰ ਰਗੜੀ ਦਾ ਨਾ ਰੱਬ ਕੀਤਾ, ਮਹਾਰਾਜ ਨੇ ਦੋ ਪੱਥਰ ਚੱਕ ਕੇ ਉਹਨੂੰ ਰਗੜਨਾ ਕੀਤਾ। ਕਾਸਟ ਸੋ ਕਰ ਦੀਨ ਬਿਥਾਰੀ। ਉੱਥੇ ਜਿਹੜੀਆਂ ਲੱਕੜਾਂ ਪਈਆਂ ਸੀ, ਮਹਾਰਾਜ ਨੇ ਉਹ ਅੱਗ ਦੀ ਚੰਗਿਆਰੀ ਦੇ ਨਾਲ ਉਹ ਲੱਕੜਾਂ ਦੇ ਵਿੱਚ ਅੱਗ ਲਾ ਦਿੱਤੀ। ਕਹਿ ਕੇ ਸਭਨ ਹਰਖ ਉਰ ਧਾਰਿਓ। ਦੇਖੋ ਮਹਾਰਾਜ ਨੇ ਅੰਨ ਵੀ ਦੇ ਦਿੱਤਾ, ਅੱਗ ਵੀ ਪੈਦਾ ਕਰ ਦਿੱਤੀ ਜੀ ਉਸ ਨਗਰ ਵਾਸਤੇ, ਤੇ ਇਸ ਨੂੰ ਲੈ ਕਰਕੇ ਸਾਰਿਆਂ ਵਿੱਚ ਬੜੀ ਖੁਸ਼ੀ ਹੋਈ। ਸ੍ਰੀ ਸਤਿਗੁਰ ਕੋ ਸੁਜਸ ਉਚਰਿਓ। ਮਹਾਰਾਜ ਦਾ ਜਸ, ਸ੍ਰਿਸ਼ਟ ਜਸ ਪ੍ਰੇਸ ਕਰਨ ਲੱਗੇ ਸਾਰੇ ਉੱਥੇ। ਅੰਨ ਅਗਨ ਦਉ ਤਹਿ ਨਾਹੀ। ਦੇਖੋ ਜਿੱਥੇ ਅੰਨ ਤੇ ਅਗਨ ਨਹੀਂ ਸੀ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਤੋਂ ਪਹਿਲਾਂ, ਇਹ ਬਿਦ ਸ੍ਰੀ ਗੁਰ ਦੀਨ ਤਹਾਹੀ। ਇਸੇ ਪ੍ਰਕਾਰ ਕਰਕੇ ਮਹਾਰਾਜ ਨੇ ਰਹਿਮਤਾਂ ਕਰਕੇ ਉਹਨਾਂ ਨੂੰ ਦੋਵੇਂ ਉਹ ਪਦਾਰਥ ਦਿੱਤੇ ਜਿਹਦੇ ਕਰਕੇ ਉਪਜੀਵਕਾ ਸਸਟੇਨੈਂਸ ਬਣਦਾ ਹੈ, ਜਿਹਦੇ ਕਰਕੇ ਜਿਹੜੇ ਹਨ ਅੰਨ ਦੀ ਅਟੋਟਤਾ ਮਹਾਰਾਜ ਨੇ ਬਖਸ਼ਿਸ਼ ਕੀਤੀ। ਨਾਮਦਾਨ ਇਸਨਾਨ ਦ੍ਰਿੜਾਇਓ। ਮਹਾਰਾਜ ਨੇ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਇਆ ਸਾਰਿਆਂ ਨੂੰ। ਭਾਉ ਭਗਤ ਕੋ ਪੰਥ ਚਲਾਇਓ। ਪ੍ਰੇਮਾ ਭਗਤੀ ਦਾ ਪੰਥ ਸਤਿਗੁਰਾਂ ਨੇ ਚਲਾਉਣਾ ਕੀਤਾ ਉੱਥੇ। ਕਿਤਕ ਦਿਵਸ ਰਹਿ ਕਰ ਜਗ ਤੇਸਾ। ਸੋ ਕੁਝ ਕੁ ਦਿਨ ਸਤਿਗੁਰੂ ਜੀ ਉੱਥੇ ਰਹੇ ਉਸ ਨਗਰ ਦੇ ਵਿੱਚ। ਚਲਬੇ ਤਿਆਰ ਭਏ ਸੁਭ ਬੇਸਾ। ਮਹਾਰਾਜ ਜਦੋਂ ਉੱਥੋਂ ਚੱਲਣ ਦੀ ਤਿਆਰੀ ਕੀਤੀ, ਸ਼ੁਭ ਬੇਸਾ ਜਿਹਦਾ ਵੇਸ ਜਾਂ ਜਿਹਦਾ ਕਾਸਟਿਊਮ ਜਿਹੜਾ ਦੇਖਣ ਨੂੰ ਗੁਰੂ ਨਾਨਕ ਸਾਹਿਬ ਜੀ ਸ਼ੁਭ ਹਨ, ਬੜੇ ਚੰਗੇ ਹਨ, ਜਿਨ੍ਹਾਂ ਨੂੰ ਦੇਖਿਆ ਮੁਕਤੀ ਪ੍ਰਾਪਤ ਹੁੰਦੀ ਹੈ। ਸਰਬ ਲੋਕ ਮਿਲ ਕੇ ਤਬ ਆਏ। ਮਹਾਰਾਜ ਦੀ ਤਿਆਰੀ ਕੀਤੀ ਨੂੰ ਦੇਖ ਕਰਕੇ ਸਾਰੇ ਲੋਕ ਇਕੱਠੇ ਹੋ ਕੇ ਆ ਮਿਲੇ। ਹੋਏ ਦੀਨ ਮਨ ਬੈਨ ਸੁਨਾਏ। ਉਹਨਾਂ ਨੇ ਬੜੀ ਦੀਨਤਾ ਦੇ ਵਿੱਚ ਆ ਕੇ ਬੇਨਤੀਆਂ ਕੀਤੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ। ਧੰਨ ਭਾਗ ਇਹ ਸਭੈ ਜੇ ਲੋਕਾ। ਦੇਖੋ ਹੁਣ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਇਸ ਅਧਿਆਏ ਦੇ ਸਮਾਪਤੀ ਤੇ, ਕਹਿੰਦੇ ਧੰਨ ਹਨ ਉਹ ਲੋਕ ਨਗਰ ਦੇ, ਧੰਨ ਹਨ, ਗ੍ਰੇਟ ਹਨ ਉਹ ਲੋਕ, ਬਲੈਸਡ ਹਨ ਉਹ ਲੋਕ ਉਸ ਨਗਰ ਦੇ ਜਿਨ੍ਹਾਂ ਨੇ ਪ੍ਰਤੱਖ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਜਾਂ ਤੇ ਰਾਵਰ ਦਰਸ ਬਿਲੋਕਾ। ਜਾਂ ਤੇ ਕਹਿਣਗੇ ਜਿੱਥੇ ਜਾ ਕਰਕੇ ਗੁਰੂ ਨਾਨਕ ਸਾਹਿਬ ਨੇ ਆਪ ਆਪਣੇ ਦਰਸ਼ਨ ਦਿੱਤੇ, ਆਪ ਜਾ ਕੇ ਉਹਨਾਂ ਦਾ ਦੁੱਖ ਦੂਰ ਕੀਤਾ, ਆਪ ਜਾ ਕੇ ਉਹਨਾਂ ਦੀ ਜਿਹੜਾ ਹਨ ਅੰਨ ਦੀ ਅਟੋਟਤਾ ਦਿੱਤੀ, ਆਪ ਜਾ ਕਰਕੇ ਉਹਨਾਂ ਨੂੰ ਸਿੱਖੀ ਬਖਸ਼ੀ। ਸਿਰਫ ਉਹਨਾਂ ਨੂੰ ਖਾਣਾ ਨਹੀਂ ਦਿੱਤਾ, ਸਸਟੇਨੈਂਸ ਨਹੀਂ ਦਿੱਤੀ, ਉਹਨਾਂ ਨੂੰ ਮੁਕਤੀ ਵੀ ਦਿੱਤੀ ਹੈ, ਪ੍ਰੇਮਾ ਭਗਤੀ ਵੀ ਦਿੱਤੀ ਹੈ। ਕਿਹੜੀ ਕਸਰ ਛੱਡੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਭਾਵੇਂ ਕਿੰਨਾ ਵੀ ਪੁੰਨ ਕਰ ਲਵੇ ਕੋਈ ਦੁਨੀਆ ਦੇ ਵਿੱਚ, ਉਹ ਸਿਰਫ ਅੰਨ ਦੇ ਸਕਦਾ ਹੈ ਪਰ ਮੁਕਤੀ ਨਹੀਂ ਦੇ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਹਨ ਜੋ ਦੁਨੀਆ ਦੇ ਪਦਾਰਥ ਵੀ ਸਿਰੇ ਦੇ ਦੰਦੇ ਹਨ, ਤੇ ਦੰਦੇ ਵੀ ਉਹ ਹਨ ਹੋਏ ਦੀਨ ਮਨ ਬਹਿਨ ਸੁਣਾਏ। ਕਹਿਣ ਲੱਗੇ ਜੋ ਦੀਨ ਹੋ ਜਾਂਦੇ ਹਨ ਮਹਾਰਾਜ ਦੇ ਅੱਗੇ, ਮਹਾਰਾਜ ਉਹਨਾਂ ਨੂੰ ਸਭ ਕੁਝ ਬਖਸ਼ ਦਿੰਦੇ ਹਨ। ਲੋਕ ਪਰਲੋਕ ਕਹੈ ਕੋ ਸੁਖ ਦੀਨੋ। ਕਹਿਣਗੇ ਲੋਕ ਪਰਲੋਕ ਦਾ ਸੁਖ ਦੇਣ ਵਾਲੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਸ੍ਰੀ ਹਰਿ ਕੋ ਤੁਮਰੋ ਤਨ ਚੀਨੋ। ਕਹਿਣ ਲੱਗੇ ਹਰ ਕੋ, ਇਸ ਕਰਕੇ ਉਹ ਜਿਹੜੇ ਹਨ ਕਹਿੰਦੇ ਵੀ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਤਾਂ ਪਰਮਾਤਮਾ ਦੇ ਹੀ ਦਰਸ਼ਨ ਹਨ, ਸਾਖਸ਼ਾਤ ਪਰਮਾਤਮਾ ਦੇ ਦਰਸ਼ਨ ਹਨ। ਹੁਣ ਦੇਖੋ ਇੱਥੇ ਕਵੀ ਸੰਤੋਖ ਜੀ ਨੇ ਕਵਿਤਾ ਵਿੱਚ ਕਮਾਲ ਕੀਤਾ ਹੈ। ਕਹਿੰਦੇ ਦੇਖੋ ਇਹ ਦੋ ਜਿਹੜੀਆਂ ਪਹਿਲਾਂ ਲਾਈਨਾਂ ਸੀ ਨਾ, ਧੰਨ ਭਾਗ ਇਹ ਸਭੇ ਜੇ ਲੋਕਾ, ਜਾਂ ਤੇ ਰਾਵਰ ਦਰਸ ਵੀ ਲੋਕਾ। ਕਹਿਣ ਲੱਗੇ ਜਾਂ ਤੇ ਰਾਵਰ ਤੁਹਾਡੇ ਦਰਸ਼ਨ ਕੀਤੇ। ਇਹਦੇ ਵਿੱਚ ਹੁਣ ਦੋ ਚੀਜ਼ਾਂ ਆਉਂਦੀਆਂ ਹਨ। ਇੱਕ ਤਾਂ ਜਿਹੜਾ ਹਨ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਮਨ ਦੀ ਵੀ ਗੱਲ ਕਹਿ ਦਿੱਤੀ,
ਦੂਸਰਾ ਉਹ ਲੋਕਾਂ ਦੀ ਬੇਨਤੀ ਦੇ ਵਿੱਚ ਵੀ ਉਹ ਸ਼ਬਦ ਕਹਿ ਦਿੱਤੇ। ਦੇਖੋ ਕਵਿਤਾ ਦੀ ਇਹ ਕਮਾਲ ਹੈ, ਜਿਹਦੀਆਂ ਵਿੱਚ ਦੋ ਜਿਹੜੀਆਂ ਹਨ ਜੋ ਚੀਜ਼ਾਂ ਨੂੰ ਉਹਨਾਂ ਨੇ ਇੱਕ ਚੀਜ਼ ਕਰਕੇ ਪ੍ਰੈਜ਼ੈਂਟ ਕਰ ਦਿੱਤਾ। ਸੋ ਕਹਿੰਦੇ ਲੋਕ ਫਿਰ ਜਾਣਦੇ ਧੰਨ ਭਾਗ ਇਹ ਸਭੈ ਜੇ ਲੋਕਾ। ਹਾਂ, ਧੰਨ ਭਾਗ ਹਨ ਇਹ ਲੋਕਾਂ ਦੇ, ਇਹ ਲੋਕ ਦੁਨੀਆ ਦੇ ਜਿੰਨੇ ਵੀ ਪੂਰੀਆਂ ਹਨ, ਜਿੰਨੀਆਂ ਦੁਨੀਆ ਹਨ, ਜਿੱਥੇ ਵੀ ਆਪ ਜੀ ਨੇ ਜਾ ਕੇ ਚਰਨ ਪਾਉਣੇ ਕੀਤੇ, ਦਰਸ਼ਨ ਦਿੱਤੇ, ਜਾਤੇ ਰਾਵਰ ਦਰਸ ਬਿਲੋਕਾ, ਜਿਹਦੇ ਕਰਕੇ ਆਪ ਜੀ ਦੇ ਦਰਸ਼ਨ ਹੋ ਗਏ। ਇਹ ਲੋਕ, ਇਹ ਦੁਨੀਆ ਵੀ ਧੰਨ ਭਾਗ ਵਾਲੀ ਹੈ ਜਿਹਦੇ ਕਰਕੇ ਸਾਨੂੰ ਆਪ ਜੀ ਦੇ ਦਰਸ਼ਨ ਹੋ ਗਏ। ਇਹ ਲੋਕ, ਇਹ ਸਮਾਂ ਵੀ ਧਨ ਹੈ ਜਿਹੜੇ ਸਮੇਂ ਵਿੱਚ ਆਪ ਜੀ ਨੇ ਆ ਕੇ ਦਰਸ਼ਨ ਦਿੱਤੇ। ਲੋਕ ਪਰਲੋਕ ਹੈ ਕੋ ਸੁਖ ਦੀਨੋ। ਮਹਾਰਾਜ ਸਿਰਫ ਇੱਕ ਦੁਨੀਆ ਦਾ ਸੁੱਖ ਨਹੀਂ ਤੁਸੀਂ ਦਿੱਤਾ, ਪਰਲੋਕ ਦਾ ਵੀ ਤੁਸੀਂ ਦਿੱਤਾ ਹੈ। ਦੁਨੀਆ ਵਿੱਚ ਜਿਉਂਦਿਆਂ ਰਹਿੰਦਿਆਂ ਹੋਇਆਂ ਵੀ ਲੋੜਾਂ ਤੁਸੀਂ ਪੂਰੀਆਂ ਕਰਤੀਆਂ, ਪਰਲੋਕ ਮਰ ਕੇ ਜਿੱਥੇ ਜਾਣਾ ਉਹਦੀ ਵੀ ਤੁਸੀਂ ਮੁਕਤੀ ਬਖਸ਼ਿਸ਼ ਕਰ ਦਿੱਤੀ, ਉੱਥੋਂ ਵੀ ਬਚਾ ਲਿਆ ਤੁਸੀਂ। ਸ੍ਰੀ ਹਰਿ ਕੋ ਤੁਮਰੋ ਤਨ ਚੀਨੋ। ਸੋ ਹਜ਼ਰੀ ਹਰ ਕੋ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਤੁਸੀਂ ਹਰੀ ਪਰਮਾਤਮਾ ਦਾ ਹੀ ਸਰੂਪ ਹੋ। ਤੁਮਰੇ ਤਨ ਚੀਨੋ, ਅਸੀਂ ਤਾਂ ਤੁਹਾਡੇ ਸਰੀਰ ਵਿੱਚ ਹੀ ਪਰਮਾਤਮਾ ਨੂੰ ਦੇਖਿਆ, ਸਾਡੇ ਵਾਸਤੇ ਤਾਂ ਪਰਮਾਤਮਾ ਤੂੰ ਹੀ ਹੈ। ਗੱਲ ਵੀ ਸੱਚੀ ਹੈ, ਜਿਹਨੇ ਗੁਰੂ ਨਾਨਕ ਵਿੱਚ ਪਰਮੇਸ਼ਰ ਨਹੀਂ ਦੇਖਿਆ ਉਹਨੇ ਕਿਤੇ ਵੀ ਪਰਮੇਸ਼ਰ ਨਾ ਦੇਖਿਆ। ਫਿਰ ਪਰਮੇਸ਼ਰ ਉਹਨਾਂ ਵਾਸਤੇ ਐਗਜ਼ਿਸਟ ਨਹੀਂ ਹੁੰਦਾ ਜਿਨ੍ਹਾਂ ਨੇ ਗੁਰੂ ਨਾਨਕ ਵਿੱਚ ਨਾ ਦੇਖਿਆ। ਸਭ ਹਿਨ ਕੋ ਧੀਰਜ ਦੇ ਸੁਆਮੀ। ਸਾਰਿਆਂ ਨੂੰ ਧੀਰਜ ਦੇ ਕੇ ਗੁਰੂ ਸੁਆਮੀ, ਜੋ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆ ਮਾਲਕ ਹਨ, ਸਾਰਿਆਂ ਨੂੰ ਧੀਰਜ ਦੇ ਕਰਕੇ ਗਮਨ ਕਿਓ ਪੁਨ ਅੰਤਰ ਜਾਮੀ। ਮਹਾਰਾਜ ਨੇ ਫਿਰ ਗਮਨ ਕੀਤਾ, ਉੱਥੋਂ ਚੱਲਣਾ ਕੀਤਾ। ਜੋ ਅੰਤਰ ਦੀ ਜਾਣਨ ਵਾਲੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਮਹਾਰਾਜ ਜੀ ਕਿਰਪਾਲੂ ਹਨ, ਸਭ ਕੁਝ ਬਖਸ਼ਿਸ਼ ਕਰਕੇ ਹੁਣ ਸਤਿਗੁਰੂ ਜੀ ਅੱਗੇ ਚੱਲੇ ਹਨ, ਜੋ ਅੰਤਰ ਦੀਆਂ ਜਾਣਨ ਵਾਲੇ ਹਨ। ਇਸ ਪ੍ਰਕਾਰ ਕਰਕੇ ਇੱਥੇ ਜਿਹੜਾ ਹੈ 13ਵੇਂ ਅਧਿਆਇ ਦਾ ਜਿਹੜੀ ਸਮਾਪਤੀ ਹੈ, ਤੇ ਮਹਾਰਾਜ ਨੇ ਦੇਖੋ ਐਸੀ ਬਖਸ਼ਿਸ਼ ਕੀਤੀ। ਆਪਾਂ ਇਹੀ ਬਚਨ ਫੇਰ ਪੜ ਲਈਏ। ਤਨ ਭਾਗ ਇਹ ਸਭੈ ਜੇ ਲੋਕਾ, ਜਾਂ ਤੇਰਾ ਵਰ ਦਰਸ ਬਿਲੋਕਾ। ਲੋਕ ਪਰਲੋਕੈ ਕੋ ਸੁਖ ਦੀਨੋ, ਸ੍ਰੀ ਹਰਿ ਕੋ ਤੁਮਰੋ ਤਨ ਚੀਨੋ। ਸਭ ਹਿਨ ਕੋ ਧੀਰਜ ਦੇ ਸੁਆਮੀ, ਗਮਨ ਕਿਓ ਪੁਨ ਅੰਤਰ ਜਾਮੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਭੂਟੰਤ ਔਰ ਦੇਸਨ ਪ੍ਰਸੰਗ ਵਰਣਨ ਨਾਮ 13ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।